हाँ जी स्टूडेंट्स, ਅੱਜ ਅਸੀਂ ਆਪਣੇ ਸਿਲੇਬਸ ਦੇ ਨੋਵਲ ਪ੍ਰਾਈਡ ਐਂਡ ਪ੍ਰੈਜੁਡਿਸ ਜਿਸ ਨੂੰ ਕਿ ਜੇਨ ਆਸਟਨ ਨੇ ਲਿਖਿਆ ਹੋਇਆ ਹੈ, ਇਸ ਦੇ 5ਵੇਂ ਚੈਪਟਰ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਐਨਾਲਿਸਿਸ ਕਵਰ ਕਰਾਂਗੇ ਅਤੇ ਇਸੇ ਚੈਪਟਰ 5 ਦੇ ਟੈਕਸਟ ਤੇ ਬਣਿਆ ਹੋਇਆ ਇੱਕ ਕੁਇਜ਼ ਵੀ ਤੁਹਾਨੂੰ ਪ੍ਰੋਵਾਈਡ ਕੀਤਾ ਗਿਆ ਹੈ, ਜਿਸ ਦਾ ਲਿੰਕ ਤੁਸੀਂ ਇਸੇ ਵੀਡੀਓ ਦੇ ਨੀਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪਾ ਸਕਦੇ ਹੋ। ਇਹ ਵੀਡੀਓ ਇਸ ਨੋਵਲ ਦੀ ਸੀਰੀਜ਼ ਦਾ ਸਾਡਾ 8ਵਾਂ ਵੀਡੀਓ ਹੋਏਗਾ। Love learning to lead at Deepak Sood Notes. ਸਟੂਡੈਂਟਸ, ਸਾਡਾ ਨੋਵਲ ਪ੍ਰਾਈਡ ਐਂਡ ਪ੍ਰੈਜੁਡਿਸ ਬਹੁਤ ਸਾਰੇ ਚੈਪਟਰਸ ਦੇ ਵਿੱਚ ਲਿਖਿਆ ਗਿਆ ਹੈ। ਅਸੀਂ ਆਲਰੇਡੀ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਚੈਪਟਰਸ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਐਨਾਲਿਸਿਸ ਕਵਰ ਕਰ ਲਈ ਹੈ। ਐਕਸਪਲੇਨੇਸ਼ਨ ਕਵਰ ਕਰਦੇ ਹੋਏ ਸਾਨੂੰ ਬਹੁਤ ਸਾਰੇ ਡਿਫਿਕਲਟ ਵਰਡਸ, ਫਰੇਜ਼ਸ ਅਤੇ ਇਡੀਅਮਸ ਮਿਲੇ ਨੇ। ਮੈਂ ਤੁਹਾਨੂੰ ਇਹਨਾਂ ਸਾਰਿਆਂ ਦੇ ਮੀਨਿੰਗ ਇੰਗਲਿਸ਼ ਦੇ ਵਿੱਚ ਤਾਂ ਲਿਖੇ ਹੀ ਹਨ ਅਤੇ ਨਾਲ ਹੀ ਨਾਲ ਤੁਹਾਨੂੰ ਪੰਜਾਬੀ ਦੇ ਵਿੱਚ ਵੀ ਇਹਨਾਂ ਦੇ ਅਰਥ ਸਮਝਾਏ ਨੇ। ਇਸੇ ਤਰ੍ਹਾਂ ਨਾਵਲ ਦੀ ਸਟੱਡੀ ਕਰਦੇ ਹੋਏ ਨਾਵਲ ਦੇ ਵਿੱਚ ਆਏ ਬਹੁਤ ਸਾਰੇ ਕਰੈਕਟਰਸ ਨੂੰ ਐਨਾਲਾਈਜ਼ ਕੀਤਾ ਹੈ, ਉਹਨਾਂ ਦੇ ਪਰਸਨੈਲਿਟੀ ਦੇ ਵੱਖ-ਵੱਖ ਟ੍ਰੇਟਸ ਨੂੰ ਅਸੀਂ ਬੜੇ ਡਿਟੇਲ ਦੇ ਵਿੱਚ ਸਮਝਿਆ ਹੈ। ਨਾਵਲ ਦੇ ਵਿੱਚ ਬਹੁਤ ਸਾਰੇ ਇਨਸੀਡੈਂਟਸ ਵੀ ਆਏ ਨੇ ਜੀ, ਅਸੀਂ ਉਹਨਾਂ ਨੂੰ ਵੀ ਬੜੇ ਹੀ ਵਧੀਆ ਢੰਗ ਦੇ ਨਾਲ ਕਵਰ ਕੀਤਾ ਹੈ। ਉਹਨਾਂ ਇਨਸੀਡੈਂਟਸ ਤੇ ਬਣੇ ਹੋਏ ਲੌਂਗ ਆਨਸਰ ਐਸੇ ਟਾਈਪ ਕੁਐਸਚਨਸ ਨੂੰ ਵੀ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਹੈ। ਈਵਨ ਕਿ ਨਾਵਲ ਦੇ ਮੁੱਖ ਪਾਤਰ ਜਿਵੇਂ ਕਿ ਐਲਿਜ਼ਾਬੈਥ ਬੈਨੇਟ ਦਾ ਕਰੈਕਟਰ ਸਕੈਚ ਅਤੇ ਮਿਸਟਰ ਡਾਰਸੀ ਦਾ ਕਰੈਕਟਰ ਸਕੈਚ ਵੀ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਹੈ। ਉਮੀਦ ਹੈ ਸਟੂਡੈਂਟਸ ਤੁਸੀਂ ਇਹ ਸਾਰੇ ਵੀਡੀਓਜ਼ ਜ਼ਰੂਰ ਦੇਖੇ ਹੋਣਗੇ। ਜੇਕਰ ਤੁਹਾਡੇ ਇਹ ਵੀਡੀਓਜ਼ ਮਿਸ ਹੋਏ ਨੇ ਤਾਂ ਮੈਂ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ ਮੇਰੇ ਦੁਆਰਾ ਬਣਾਏ ਹੋਏ ਇਸ ਨੋਵਲ ਦੇ ਸਾਰੇ ਵੀਡੀਓਜ਼ ਦੀ ਪਲੇਲਿਸਟ ਸ਼ੇਅਰ ਕਰ ਰਿਹਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਤੁਸੀਂ ਇਹ ਸਾਰੇ ਵੀਡੀਓਜ਼ ਜ਼ਰੂਰ ਦੇਖੋਗੇ ਤਾਂ ਕਿ ਤੁਹਾਨੂੰ ਨੋਵਲ ਦੀ ਸਟੱਡੀ ਚੰਗੀ ਤਰ੍ਹਾਂ ਸਮਝ ਆ ਜਾਵੇ। ਤਾਂ 5th ਚੈਪਟਰ ਹੈ ਜੀ ਕਿ ਵਿਦਿਨ ਅ short walk of Longbourn lived a family with whom the Bennets were particularly intimate। ਦੇਖੋ ਇਸ ਚੈਪਟਰ 'ਚ ਨਾ ਇੱਕ ਹੋਰ ਫੈਮਿਲੀ ਹੈ। ਤੁਹਾਨੂੰ ਪਤਾ ਹੈ ਲੌਂਗਬੋਰਨ ਦੇ ਵਿੱਚ ਬਹੁਤੀਆਂ ਜ਼ਿਆਦਾ ਫੈਮਿਲੀਜ਼ ਨਹੀਂ ਰਹਿੰਦੀਆਂ। ਇੱਕ ਤਾਂ ਬੈਨੇਟ ਫੈਮਿਲੀ ਰਹਿੰਦੀ ਹੈ, ਇੱਕ ਲਿਊਕਸ ਫੈਮਿਲੀ ਹੈ। ਯਾਦ ਕਰੋ ਮਿਸਿਸ ਲਿਊਕਸ ਦਾ ਨਾਮ ਆਇਆ ਸੀ ਜਦੋਂ ਪਾਰਟੀ ਹੋਈ ਹੈ ਤਾਂ ਉਸ 'ਚੋਂ ਆਪਣੀਆਂ ਲੜਕੀਆਂ ਨੂੰ ਲੈ ਕੇ ਆਈ ਸੀ ਤੇ ਉਹ ਵੀ ਆਪਣੀ ਲੜਕੀਆਂ ਦੀ ਸ਼ਾਦੀ ਦੇ ਚੱਕਰ 'ਚ ਹੈ। 5th ਚੈਪਟਰ 'ਚ ਨਾ ਸ਼ੁਰੂ 'ਚ ਜਿਹੜੀ ਲਿਊਕਸ ਫੈਮਿਲੀ ਹੈ ਉਹਦੇ ਬਾਰੇ ਦੱਸਿਆ ਹੈ ਕਿ ਲੌਂਗਬੋਰਨ ਤੋਂ ਥੋੜੀ ਜਿਹੀ ਦੂਰ ਵਿਦਿਨ ਅ ਸ਼ਾਰਟ ਵਾਕ, ਤੇ ਥੋੜੀ ਦੂਰ ਜਾਣਾ ਪੈਂਦਾ ਹੈ। ਸ਼ਾਰਟ ਵਾਕ ਦਾ ਮਤਲਬ ਥੋੜੀ ਦੂਰ ਇੱਕ ਫੈਮਿਲੀ ਰਹਿੰਦੀ ਹੈ ਜੀ, ਜਿਹਦੇ ਨਾਲ ਬੈਨੇਟ ਫੈਮਿਲੀ ਬਹੁਤ ਜ਼ਿਆਦਾ ਇੰਟੀਮੇਟ ਹੈ। ਪਾਰਟਿਕੂਲਰਲੀ ਦਾ ਮਤਲਬ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਖਾਸ ਤੌਰ ਤੇ। ਇੰਟੀਮੇਟ ਦਾ ਮਤਲਬ ਇੱਥੇ ਹੈ ਜੀ ਫੈਮਿਲੀਅਰ। ਫੈਮਿਲੀਅਰ ਦਾ ਮਤਲਬ ਹੁੰਦਾ ਪੰਜਾਬੀ 'ਚ ਜਾਣੂ ਹੋਣਾ। ਕਿ ਜਿਹੜੀ ਲੌਂਗਬੋਰਨ ਤੋਂ ਥੋੜੀ ਦੂਰ ਤੇ ਇੱਕ ਫੈਮਿਲੀ ਰਹਿੰਦੀ ਹੈ ਉਹ ਬੈਨੇਟ ਫੈਮਿਲੀ ਦੇ ਨਾਲ ਕਾਫੀ ਮਤਲਬ ਫੈਮਿਲੀਅਰ ਹੈ, ਉਹਨੂੰ ਜਾਣਦੀ ਹੈ ਚੰਗੀ ਤਰ੍ਹਾਂ। ਅੱਗੇ ਦੱਸਿਆ ਫੈਮਿਲੀ ਕਿਹੜੀ ਹੈ। ਸਰ ਵਿਲੀਅਮ ਲਿਊਕਸ ਹੈਡ ਬੀਨ ਫਾਰਮਲੀ ਇਨ ਟ੍ਰੇਡ ਇਨ ਮੈਰੀਟਨ। ਉਸ ਫੈਮਿਲੀ 'ਚ ਨੇ ਜੀ ਸਰ ਵਿਲੀਅਮ ਲਿਊਕਸ। ਇਹ ਸਾਡੇ ਇੱਕ ਕਰੈਕਟਰ ਨੇ ਜੀ ਨਾਵਲ ਦੇ ਵਿੱਚ, ਇਹਨੂੰ ਤੁਸੀਂ ਪਿਨ ਪੁਆਇੰਟ ਕਰ ਲੈਣਾ। ਫਾਰਮਲੀ ਦਾ ਮਤਲਬ ਇੱਥੇ ਜੀ ਪਹਿਲਾਂ, ਵੀ ਹੁਣ ਨਹੀਂ ਹੈਗੇ, ਪਹਿਲਾਂ ਵੀ ਪਹਿਲਾਂ ਉਹ ਟ੍ਰੇਡ ਕਰਦੇ ਸੀਗੇ ਕਿੱਥੇ, ਮੈਰੀਟਨ 'ਚ। ਯਾਦ ਕਰੋ ਮੈਰੀਟਨ ਕੀ ਚੀਜ਼ ਹੈ, ਉਹੀ ਜਗ੍ਹਾ ਹੈ ਜਿੱਥੇ ਬਾਲ ਹੋਈ ਸੀ। ਮੈਰੀਟਨ ਵੀ ਇੱਕ ਜਗ੍ਹਾ ਹੈ, ਜਿਵੇਂ ਲੌਂਗਬੋਰਨ ਪਿੰਡ ਹੈ, ਮੈਰੀਟਨ ਵੀ ਇੱਕ ਜਗ੍ਹਾ ਹੈ, ਉੱਥੇ ਉਹ ਬਾਲ ਹੋਈ ਸੀ ਜੀ, ਸਾਰੇ ਜਣੇ ਇਕੱਠੇ ਹੋਏ ਸੀ। ਤਾਂ ਮੈਰੀਟਨ ਦੇ ਵਿੱਚ ਵਪਾਰ ਕਰਦੇ ਸੀ। ਕੌਣ? ਸਰ ਵਿਲੀਅਮ ਲਿਊਕਸ। ਵੇਅਰ ਹੀ ਹੈਡ ਮੇਡ ਅ ਟੋਲਰੇਬਲ ਫੋਰਚੂਨ, ਜਿੱਥੇ ਉਹਨਾਂ ਨੇ ਧਨ ਕਮਾਇਆ ਸੀ। ਟੋਲਰੇਬਲ ਸ਼ਬਦ ਤੁਹਾਨੂੰ ਸੁਣ ਕੇ ਕੁਝ ਯਾਦ ਆ ਗਿਆ ਹੋਣਾ। ਮਿਸਟਰ ਡਾਰਸੀ ਨੇ ਕਿਹਾ ਸੀ ਕਿ ਸ਼ੀ ਇਜ਼ ਟੋਲਰੇਬਲ ਬਟ ਨਾਟ ਹੈਂਡਸਮ ਇਨਫ ਟੂ ਟੈਂਪਟ ਮੀ। ਟੋਲਰੇਬਲ ਦਾ ਮਤਲਬ ਇੱਥੇ ਉਹੀ ਹੈ, ਓਕੇ, ਨਾ ਜ਼ਿਆਦਾ ਨਾ ਘੱਟ, ਕਿ ਉਹਨਾਂ ਨੇ ਠੀਕ ਠਾਕ ਫੋਰਚੂਨ ਬਣਾਈ। ਫੋਰਚੂਨ ਦਾ ਮਤਲਬ ਬਹੁਤ ਵਾਰੀ ਪਹਿਲਾਂ ਆਇਆ ਹੈ। ਇਹਦਾ ਮਤਲਬ ਕੀ ਹੈ ਜੀ, ਵੈਲਥ, ਧਨ। ਕਿ ਜਦੋਂ ਟ੍ਰੇਡ ਕਰਦੇ ਸੀਗੇ ਜਿੱਥੇ ਪਹਿਲਾਂ ਮੈਰੀਟਨ 'ਚ, ਤਾਂ ਉਹਨਾਂ ਨੇ ਠੀਕ ਠਾਕ ਆਪਣੀ ਪੈਸੇ ਬਣਾਏ। ਐਂਡ ਰਾਈਜ਼ਨ ਟੂ ਦੀ ਆਨਰ ਆਫ ਨਾਈਟਹੁੱਡ ਬਾਈ ਐਨ ਐਡਰੈਸ ਟੂ ਦਾ ਕਿੰਗ ਡਿਊਰਿੰਗ ਹਿਜ਼ ਮੇਯੋਰੈਲਿਟੀ। ਅਤੇ ਉਹ ਨਾਈਟਹੁੱਡ ਦੇ ਪਦ ਤੱਕ ਪਹੁੰਚੇ। ਆਨਰ ਦਾ ਮਤਲਬ ਇੱਥੇ ਬੇਟਾ ਮਾਣ ਨੂੰ ਕਹਿ ਸਕਦੇ ਹਾਂ। ਜਦੋਂ ਆਪਾਂ ਕਿਸੇ ਨੂੰ ਕੋਈ ਮਾਣ ਦਿੰਦੇ ਹਾਂ, ਕੋਈ ਅਵਾਰਡ ਦਿੰਦੇ ਹਾਂ ਨਾ, ਤਾਂ ਇੰਗਲੈਂਡ ਦੇ ਵਿੱਚ ਬੇਟਾ ਇੱਕ ਨਾਈਟਹੁੱਡ ਦਾ ਮਾਣ ਦਿੱਤਾ ਜਾਂਦਾ ਹੈ। ਨਾਈਟਹੁੱਡ ਇੱਕ ਟਾਈਟਲ ਹੈ ਜੀ, ਜਿਹੜਾ ਕਿ ਇੰਗਲੈਂਡ ਦੇ ਰਾਜੇ ਜਾਂ ਰਾਣੀ ਦੁਆਰਾ ਕਿਸੇ ਪਰਸਨ ਨੂੰ ਦਿੱਤਾ ਜਾਂਦਾ ਹੈ ਜਿਸ ਨੇ ਆਪਣੀ ਦੇਸ਼ ਦੀ ਬਹੁਤ ਵਧੀਆ ਸੇਵਾ ਕੀਤੀ ਹੋਵੇ। ਜਿਸ ਪਰਸਨ ਨੂੰ ਇਹ ਮਾਣ ਮਿਲਦਾ ਹੈ, ਨਾਈਟਹੁੱਡ ਵਾਲਾ ਅਵਾਰਡ ਮਿਲਦਾ ਹੈ, ਉਹ ਆਪਣੇ ਅੱਗੇ ਸਰ ਲਗਾਉਂਦਾ ਹੈ। ਇੰਗਲੈਂਡ ਦੇ ਵਿੱਚ ਉਸ ਪਰਸਨ ਨੂੰ ਸਰ ਕਿਹਾ ਜਾਂਦਾ ਹੈ ਜਿਸ ਨੂੰ ਨਾਈਟਹੁੱਡ ਦੀ ਉਪਾਧੀ ਬ੍ਰਿਟੇਨ ਦੇ ਰਾਜੇ ਜਾਂ ਰਾਣੀ ਦੁਆਰਾ ਦਿੱਤੀ ਜਾਂਦੀ ਹੈ। ਨਾਈਟਹੁੱਡ ਤੁਹਾਨੂੰ ਯਾਦ ਹੋਣਾ +1 ਕਲਾਸ 'ਚ ਵੀ ਆਇਆ ਸੀ, ਦਾ ਡਿਸਕਵਰੀ ਆਫ ਪੈਨਸਿਲਿਨ।
ਅਲੈਗਜ਼ੈਂਡਰ ਫਲੈਮਿੰਗ ਨੂੰ ਵੀ ਨਾਈਟਹੁੱਡ ਦੀ ਉਪਾਧੀ ਮਿਲੀ, ਤਾਂ ਇਹਨੂੰ ਵੀ ਮਿਲੀ ਹੋਈ ਹੈ। ਕਿਹਨੂੰ? ਵਿਲੀਅਮ ਲਿਊਕਸ ਨੂੰ। ਇਸੇ ਕਰਕੇ ਆਪਣੇ ਨਾਮ ਦੇ ਅੱਗੇ ਕੀ ਲਾ ਰਹੇ ਹੈ ਇਹ? ਸਰ, ਕਿਉਂਕਿ ਇਸ ਨੂੰ ਕਿਹੜੀ ਉਪਾਧੀ ਮਿਲੀ ਹੈ ਜੀ? ਨਾਈਟਹੁੱਡ ਦੀ ਉਪਾਧੀ ਮਿਲੀ ਹੈ। ਇਹਦਾ ਬੇਟਾ ਤੁਹਾਨੂੰ ਪਤਾ ਹੋਣਾ ਚਾਹੀਦਾ। ਅੱਛਾ, ਇਹ ਨਾਈਟਹੁੱਡ ਦਾ ਮਾਣ ਇਹਨੂੰ ਕਿੱਥੇ ਮਿਲਿਆ ਜੀ? ਇਹਨੂੰ ਕਦੋਂ ਮਿਲਿਆ? ਰਾਜੇ ਦੁਆਰਾ। ਦੇਖੋ ਕਿੰਗ ਪਾਇਆ ਹੋਇਆ, ਤਾਂ ਇਹਨੇ ਕਿੰਗ ਨੂੰ ਐਡਰੈਸ ਕੀਤਾ ਸੀਗਾ ਕਦੋਂ? ਜਦੋਂ ਡਿਊਰਿੰਗ ਹਿਜ਼ ਮੇਅਰੈਲਿਟੀ। ਮੇਅਰੈਲਿਟੀ ਦਾ ਮਤਲਬ ਹੁੰਦਾ ਬੇਟਾ ਮੇਅਰ ਸ਼ਬਦ ਤੋਂ ਬਣਿਆ ਹੈ, MAYOR। ਮੇਅਰ ਕੀ ਹੁੰਦਾ ਹੈ? ਜਿਵੇਂ ਨਾ ਆਪਣੇ ਸ਼ਹਿਰਾਂ ਦੇ ਵਿੱਚ ਮਿਊਨਿਸਪਲ ਕਾਰਪੋਰੇਸ਼ਨ ਹੁੰਦੀ ਹੈ, ਜਿਵੇਂ ਪਟਿਆਲੇ 'ਚ ਹੈ। ਛੋਟੇ ਸ਼ਹਿਰਾਂ 'ਚ ਤਾਂ ਮਿਊਨਿਸਪਲ ਕਮੇਟੀ ਹੁੰਦੀ ਹੈ, ਲੇਕਿਨ ਵੱਡੇ ਸ਼ਹਿਰਾਂ 'ਚ ਨਾ ਮਿਊਨਿਸਪਲ ਕਾਰਪੋਰੇਸ਼ਨ ਹੁੰਦੀ ਹੈ। ਤਾਂ ਉਹਦਾ ਜਿਹੜਾ ਹੈੱਡ ਹੁੰਦਾ ਹੈ ਉਹਨੂੰ ਮੇਅਰ ਕਹਿੰਦੇ ਆ। ਤਾਂ ਉਹਨੂੰ ਯਾਦ ਹੋਣਾ, ਆਪਣੇ +2 ਕਲਾਸ ਵਿੱਚ ਚੈਪਟਰ ਆਇਆ ਅਟੈਕ ਬਾਈ ਪਿਟਬੁਲਸ ਦੇ ਵਿੱਚ ਜਿਹੜਾ ਹੀਰੋ ਹੈ ਜੌਨੀ ਫੋਰਡ ਕੀ ਸੀ? ਮੇਅਰ ਸੀ। ਤੇ ਉਹ ਮੈਨੇ ਸਮਝਾਇਆ ਹੋਇਆ ਸਾਰਾ। ਉਹਦੇ ਜਿਹੜਾ ਹੀਰੋ ਹੁੰਦਾ ਨਾ ਉਹ ਵੀ ਮੇਅਰ ਹੁੰਦਾ। ਮੇਅਰੈਲਿਟੀ ਦਾ ਮਤਲਬ ਹੈ ਜੀ ਦਾ ਆਫਿਸ ਆਫ ਦਾ ਮੇਅਰ। ਇੱਥੇ ਮੇਅਰ ਤੋਂ ਮੇਅਰੈਲਿਟੀ ਬਣਿਆ ਹੈ। ਮੇਅਰੈਲਿਟੀ ਦਾ ਮਤਲਬ ਹੈ ਦਾ ਆਫਿਸ ਆਫ ਦਾ ਮੇਅਰ। ਮੇਅਰ ਦਾ ਜਿਹੜਾ ਆਫਿਸ ਹੁੰਦਾ ਹੈ ਉਸ ਨੂੰ ਮੇਅਰੈਲਿਟੀ ਕਹਿੰਦੇ ਆ। ਤਾਂ ਜਦੋਂ ਇਹਨੂੰ ਆਫਿਸ ਮਿਲਿਆ ਸੀ ਜੀ, ਇਹ ਮੇਅਰ ਬਣਿਆ ਸੀ, ਤਾਂ ਇਹਨੇ ਕਿੰਗ ਨੂੰ ਐਡਰੈਸ ਕੀਤਾ ਸੀ। ਤਾਂ ਕਿੰਗ ਨੇ ਖੁਸ਼ ਹੋ ਕੇ ਇਹਨੂੰ ਫਿਰ ਕਿਹੜੀ ਉਪਾਧੀ ਦਿੱਤੀ ਜੀ? ਨਾਈਟਹੁੱਡ ਦੀ। ਤੇ ਹੁਣ ਇਹ ਆਪਣੇ ਆਪ ਨਾਮ ਦੇ ਅੱਗੇ ਸਰ ਲਿਖਣ ਲੱਗ ਗਿਆ। The distinction had perhaps been felt too strongly। ਇੱਥੇ ਹੁਣ ਡਿਸਟਿੰਕਸ਼ਨ ਦਾ ਮਤਲਬ ਹੀ ਮਾਣ ਹੁੰਦਾ ਬੇਟਾ। ਆਪਾਂ ਕਹਿ ਦਿੰਦੇ ਆ ਬੱਚਾ ਬੜੇ ਵਧੀਆ ਡਿਸਟਿੰਕਸ਼ਨ 'ਚ ਪਾਸ ਹੋਇਆ ਹੈ। ਡਿਸਟਿੰਕਸ਼ਨ ਦਾ ਮਤਲਬ ਹੀ ਆਨਰ ਹੀ ਹੁੰਦਾ ਹੈ, ਜਿਹੜਾ ਉੱਪਰ ਸ਼ਬਦ ਆਇਆ ਨਾ, ਇੱਕੋ ਮਤਲਬ ਹੈ ਇਹਨਾਂ ਦਾ। ਹੁਣ ਜਿਹੜਾ ਇਹਨੂੰ ਮਾਣ ਮਿਲਿਆ ਮੇਅਰ ਹੋ ਕੇ, ਉਸ ਤੋਂ ਬਾਅਦ ਇਹਨੂੰ ਨਾਈਟਹੁੱਡ ਦਾ ਮਾਣ ਮਿਲਿਆ, ਸਰ ਬਣ ਗਿਆ ਇਹ, ਤਾਂ ਇਹਦੇ ਲਈ ਬਹੁਤ ਜ਼ਿਆਦਾ ਸੀ ਬਈ। ਜਦੋਂ ਕਿਸੇ ਬੰਦੇ ਨੂੰ ਕੋਈ ਮਾਣ ਮਿਲੇ ਹੈ ਨਾ, ਬਹੁਤ ਜ਼ਿਆਦਾ ਹੋਵੇ ਕਿਸੇ ਲਈ, ਪਚੇ ਹੀ ਨਾ, ਤਾਂ ਇਹਦੇ ਲਈ ਬਹੁਤ ਜ਼ਿਆਦਾ ਸੀਗਾ ਇਹ। ਫਿਰ ਹੋਇਆ ਕਿ ਇਟ ਹੈਡ ਗਿਵਨ ਹਿਮ ਅ ਡਿਸਗਸਟ ਟੂ ਹਿਜ਼ ਬਿਜ਼ਨਸ ਐਂਡ ਟੂ ਹਿਜ਼ ਰੈਜ਼ੀਡੈਂਸ ਇਨ ਅ ਸਮਾਲ ਮਾਰਕੀਟ ਟਾਊਨ। ਜਦੋਂ ਇਹ ਸਰ ਬਣ ਗਿਆ, ਜਿਹੜਾ ਇਹ ਕੰਮ ਕਰ ਰਿਹਾ ਸੀ, ਟ੍ਰੇਡ ਦਾ ਕੰਮ ਕਰ ਰਿਹਾ ਸੀ ਨਾ, ਵਪਾਰ ਦਾ ਕੰਮ ਕਰ ਰਿਹਾ ਸੀ, ਕਿੱਥੇ ਕਰ ਰਿਹਾ ਸੀ? ਮੈਰੀਟਨ 'ਚ। ਤਾਂ ਮੈਰੀਟਨ ਦੇ ਵਿੱਚ ਜਿਹੜਾ ਬਿਜ਼ਨਸ ਕਰ ਰਿਹਾ ਸੀ, ਉਤੋਂ ਹੁਣ ਇਹ ਦੁਖੀ ਹੋ ਗਿਆ। ਡਿਸਗਸਟ। ਡਿਸਗਸਟ ਦਾ ਮਤਲਬ ਹੁੰਦਾ ਜਦੋਂ ਤੁਸੀਂ ਲਾਈਕ ਨਹੀਂ ਕਰਦੇ ਕਿਸੇ ਨੂੰ, ਡਿਸਲਾਈਕ ਕਹਿ ਸਕਦੇ ਹੋ। ਤਾਂ ਆਪਣੇ ਕੰਮ ਦੇ ਨਾਲ ਇਹਦਾ ਪਿਆਰ ਨਹੀਂ ਰਿਹਾ, ਪਹਿਲੀ ਗੱਲ। ਦੂਜਾ, ਜਿਹੜੇ ਇਹ ਛੋਟੇ ਜਿਹੇ ਸ਼ਹਿਰ 'ਚ ਰਹਿੰਦਾ ਸੀ, ਮੈਰੀਟਨ 'ਚ ਰਹਿੰਦਾ ਸੀਗਾ, ਉੱਥੇ ਦਾ ਘਰ ਸੀ, ਉਹ ਵੀ ਜਗ੍ਹਾ ਨੂੰ ਪਸੰਦ ਨਹੀਂ ਆਈ। ਵੀ ਮੈਂ ਤਾਂ ਹੁਣ ਸਰ ਬਣ ਗਿਆ, ਵੀ ਮੈਨੂੰ ਤਾਂ ਨਾਈਟਹੁੱਡ ਦੀ ਉਪਾਧੀ ਮਿਲ ਗਈ, ਮੈਂ ਹੁਣ ਇਹ ਛੋਟੇ ਜਿਹੇ ਪਿੰਡ 'ਚ ਰਹੂੰਗਾ, ਛੋਟੇ ਜਿਹੇ ਸ਼ਹਿਰ 'ਚ ਰਹੂੰਗਾ, ਮੈਂ ਆ ਬਿਜ਼ਨਸ ਕਰੂੰਗਾ। ਨਹੀਂ ਜੀ, ਇਹਨੇ ਕੀ ਕਰਿਆ? ਕੁਇਟਿੰਗ ਦੈਮ ਬੋਥ। ਦੋਵੇਂ ਛੱਡਤੇ, ਘਰ ਵੀ ਛੱਡਤਾ, ਬਿਜ਼ਨਸ ਵੀ ਛੱਡਤਾ। ਹੀ ਹੈਡ ਰਿਮੂਵਡ ਵਿਦ ਹਿਸ ਫੈਮਿਲੀ ਟੂ ਅ ਹਾਊਸ ਅਬਾਊਟ ਅ ਮਾਈਲ ਫਰੋਮ ਮੈਰੀਟਨ। ਆਪਣੇ ਪਰਿਵਾਰ ਦੇ ਨਾਲ, ਲਿਊਕਸ ਫੈਮਿਲੀ ਦੇ ਨਾਲ ਇਹ ਮੈਰੀਟਨ ਤੋਂ 1 ਮੀਲ ਦੂਰ ਆ ਗਿਆ। ਜ਼ਿਆਦਾ ਦੂਰ ਨਹੀਂ ਗਿਆ, ਮੈਰੀਟਨ ਤੋਂ 1 ਮੀਲ ਦੂਰ ਆ ਗਿਆ। ਡਿਨੋਮੀਨੇਟਡ ਫਰੋਮ ਦੈਟ ਪੀਰੀਅਡ ਲਿਊਕਸ ਲੌਜ। ਡਿਨੋਮੀਨੇਟਡ ਦਾ ਮਤਲਬ ਹੈ ਇਹਨੇ ਨਾਮ ਦਿੱਤਾ ਉਸ ਜਗ੍ਹਾ ਨੂੰ, ਨੇਮਡ ਕਹਿ ਸਕਦੇ ਹੋ। ਇਹਨੇ ਉਸ ਜਗ੍ਹਾ ਨੂੰ ਨਾਮ ਕੀ ਦਿੱਤਾ ਜੀ? ਲਿਊਕਸ ਲੌਜ। ਜਿਹੜਾ ਇਹਨੇ ਘਰ ਬਣਾਇਆ ਮੈਰੀਟਨ ਤੋਂ ਦੂਰ 1 ਮੀਲ ਆ ਕੇ, ਜਿੱਥੇ ਰਹਿਣ ਲੱਗ ਗਿਆ ਹੁਣ, ਉਸ ਘਰ ਨੂੰ ਇਹਨੇ ਕੀ ਨਾਮ ਦਿੱਤਾ ਜੀ? ਲਿਊਕਸ ਲੌਜ। ਲਿਊਕਸ ਤੁਹਾਨੂੰ ਪਤਾ ਫੈਮਿਲੀ ਹੈ, ਜਿਵੇਂ ਬੈਨੇਟ ਫੈਮਿਲੀ ਹੈ, ਐਵੇਂ ਲਿਊਕਸ ਫੈਮਿਲੀ ਹੈ। ਇਹਦੀ ਵਾਈਫ ਦਾ ਨਾਮ ਮਿਸਿਸ ਲਿਊਕਸ ਹੈ, ਇਹਦਾ ਆਪਣਾ ਨਾਮ ਸਰ ਵਿਲੀਅਮ ਲਿਊਕਸ ਹੈ। ਲੌਜ ਵੈਸੇ ਨਾ ਇੱਕ ਛੋਟੇ ਜਿਹੇ ਘਰ ਨੂੰ ਕਿਹਾ ਜਾਂਦਾ ਹੈ। ਉੱਥੋਂ ਨਾ ਕੋਈ ਵੱਡੀ ਸਟੇਟ ਸ਼ੁਰੂ ਹੁੰਦੀ ਹੈ। ਅਮੀਰ ਲੋਕ ਕੀ ਕਰਦੇ ਸੀਗੇ ਨਾ, ਸ਼ਹਿਰਾਂ ਤੋਂ ਪਿੰਡਾਂ 'ਚ ਆ ਕੇ ਵੱਡੇ ਵੱਡੇ ਖੇਤ ਉਹ ਲੈ ਲੈਂਦੇ ਸੀ। ਵੱਡੇ ਸਾਰੀ ਜਿਹੜੀ ਜ਼ਮੀਨ ਲੈ ਲਈ, ਜਿਹ 'ਚ ਖੇਤ ਹੈ, ਹੋ ਰਹੀ ਹੈ, ਉਹ ਬਾਗ ਹੈ, ਉਹ ਸਾਰੀ ਜ਼ਮੀਨ ਨੂੰ ਆਪਾਂ ਕੀ ਕਹਿੰਦੇ ਆ? ਸਟੇਟ। ਜਿੱਥੋਂ ਇਹ ਸਟੇਟ ਸ਼ੁਰੂ ਹੁੰਦੀ ਹੈ, ਕੋਈ ਜਗ੍ਹਾ ਤੋਂ ਤਾਂ ਸਟੇਟ ਸ਼ੁਰੂ ਹੋਗੀ ਨਾ, ਤਾਂ ਜਿੱਥੋਂ ਸਟੇਟ ਸ਼ੁਰੂ ਹੁੰਦੀ ਹੈ, ਜਿਹੜਾ ਉਹਦੇ ਬਿਲਕੁਲ ਸਟਾਰਟਿੰਗ 'ਚ ਆਪਾਂ ਛੋਟਾ ਜਿਹਾ ਘਰ ਬਣਾ ਲਈਏ, ਉਹਨੂੰ ਲੌਜ ਕਹਿੰਦੇ। ਤੇ ਇਹਨੇ ਇਹੋ ਜਿਹਾ ਇੱਕ ਲੌਜ ਬਣਾਇਆ। ਹਾਲਾਂਕਿ ਸਟੇਟ ਇਹਦੀ ਨਹੀਂ ਹੈ, ਸਟੇਟ ਕਿਸੇ ਹੋਰ ਦੀ ਹੈ। ਸਟੇਟ ਨਹੀਂ ਹੈ ਇਹਦੇ ਕੋਲੇ ਇੰਨਾ ਪੈਸਾ ਨਹੀਂ ਹੈਗਾ ਕਿ ਸਟੇਟ ਖਰੀਦ ਸਕੇ। ਮਿਸਟਰ ਡਾਰਸੀ ਕੋਲ ਸਟੇਟ ਹੈ, ਯਾਦ ਕਰੋ, ਉਹਦੇ ਕੋਲੇ ਡਰਬੀ ਸ਼ਹਿਰ 'ਚ ਬਹੁਤ ਵੱਡੀ ਸਟੇਟ ਹੈ। ਮਿਸਟਰ ਬਿੰਗਲੇ ਕੋਸ਼ਿਸ਼ ਕਰ ਰਿਹਾ ਸੀਗਾ ਮੇਰੇ ਕੋਲੇ ਸਟੇਟ ਹੋਵੇ, ਉਹ ਤੋਂ ਲਿੱਤੀ ਨਹੀਂ ਗਈ। ਆਪਾਂ ਪੜ੍ਹਿਆ ਇਹ, ਇਹਦੇ ਕੋਲੇ ਕੋਈ ਸਟੇਟ ਨਹੀਂ, ਲੇਕਿਨ ਇਹਨੇ ਸਟੇਟ ਦੇ ਬਾਹਰ ਆਪਣਾ ਇੱਕ ਛੋਟਾ ਜਿਹਾ ਘਰ ਬਣਾ ਲਿਆ ਤੇ ਉਹਨੂੰ ਕੀ ਨਾਮ ਦਿੱਤਾ ਇਹਨੇ? ਲਿਊਕਸ ਲੌਜ। ਵੇਅਰ ਹੀ ਕੁਡ ਥਿੰਕ ਵਿਦ ਪਲੇਜ਼ਰ ਆਫ ਹਿਜ਼ ਓਨ ਇੰਪੋਰਟੈਂਸ। ਹੁਣ ਉੱਥੇ ਬੈਠਾ ਇਹ ਜਿਹੜੀਆਂ ਆਪਣੀਆਂ ਉਪਲਬਧੀਆਂ ਨੇ ਉਹਦੇ ਬਾਰੇ ਬੜਾ ਸੋਚਦਾ ਹੈ, ਬੜਾ ਖੁਸ਼ ਹੁੰਦਾ ਹੈ। ਪਲੇਜ਼ਰ, ਵੀ ਮੈਂ ਹੁਣ ਸਰ ਬਣ ਗਿਆ। ਕੰਮ ਤਾਂ ਛੱਡਤਾ ਇਹਨੇ, ਕੰਮ ਕੋਈ ਨਹੀਂ ਕਰ ਰਿਹਾ, ਆਪਣੇ ਬਾਰੇ ਸੋਚਦਾ ਰਹਿੰਦਾ ਹੈ। ਅਨਸ਼ੈਕਲਡ ਬਾਈ ਬਿਜ਼ਨਸ। ਅਨਸ਼ੈਕਲਡ, ਸ਼ੈਕਲ ਵੈਸੇ ਨਾ ਜੰਜੀਰਾਂ ਨੂੰ ਕਿਹਾ ਜਾਂਦਾ ਹੈ, ਸੰਗਲਾਂ ਨੂੰ। ਅਨਸ਼ੈਕਲਡ ਦਾ ਮਤਲਬ ਹੁੰਦਾ ਜਦ ਆਪਾਂ ਜੰਜੀਰਾਂ ਤੋਂ ਫ੍ਰੀ ਹੋ ਜਾਈਏ, ਬਟ ਇੱਥੇ ਜੰਜੀਰਾਂ ਤੋਂ ਫ੍ਰੀ ਹੋਣ ਵਾਲੀ ਗੱਲ ਨਹੀਂ ਹੈ। ਇੱਥੇ ਕਿਸ ਤੋਂ ਫ੍ਰੀ ਹੋ ਗਿਆ ਜੀ? ਇਹ ਬਿਜ਼ਨਸ ਤੋਂ। ਅਨਸ਼ੈਕਲ ਦਾ ਮਤਲਬ ਫ੍ਰੀ ਹੋ ਗਿਆ ਜੀ, ਇਹ ਕੰਮ ਕਾਰ ਤਾਂ ਹੁਣ ਰਿਹਾ ਨਹੀਂ। ਆਕਿਊਪਾਈ ਹਿਮਸੈਲਫ ਸੋਲੀ ਇਨ ਬੀਇੰਗ ਸਿਵਲ ਟੂ ਆਲ ਦਾ ਵਰਲਡ। ਹੁਣ ਇਹਨੇ ਇੱਕ ਕੰਮ ਕਰ ਲਿਆ ਬਸ,
ਸੋਲਲੀ ਦਾ ਮਤਲਬ ਸਿਰਫ ਇੱਕ ਕੰਮ ਕਰ ਲਿਆ ਕਿ ਸਾਰੇ ਵਰਲਡ ਦੇ ਪ੍ਰਤੀ ਬੜਾ ਸਿਵਲਾਈਜ਼ਡ ਹੋ ਗਿਆ, ਬੜਾ ਹੀ ਸਿਆਣਾ ਜਿਹਾ ਬਣ ਗਿਆ ਇਹ ਸਾਰੇ ਲੋਕਾਂ ਦੇ ਪ੍ਰਤੀ। ਆਮ ਤੌਰ ਤੇ ਕੀ ਹੁੰਦਾ ਹੈ, ਆਮ ਤੌਰ ਤੇ ਜਦੋਂ ਬੰਦਾ ਨੂੰ ਕੋਈ ਮੰਨ ਲਓ ਕਿ ਉਸ ਨੂੰ ਕੋਈ ਪਦਵੀ ਮਿਲ ਗਈ, ਰਾਜੇ ਵੱਲੋਂ ਪਦਵੀ ਮਿਲ ਗਈ ਨਾ, ਉਹ ਸਰ ਬਣ ਗਿਆ, ਆਮ ਤੌਰ ਤੇ ਉਹਦੇ 'ਚ ਕੀ ਆਉਂਦਾ ਹੈ ਕਿ ਬੜਾ ਮਾਣ ਜਿਹਾ ਆ ਜਾਂਦਾ, ਥੋੜਾ ਜਿਹਾ ਹੋਰ ਤਰ੍ਹਾਂ ਦਾ ਹੁੰਦਾ, ਆਕੜ ਖਾਂ ਹੋ ਜਾਂਦਾ। ਇਹਦੇ 'ਚ ਇਹ ਚੀਜ਼ ਨਹੀਂ ਸੀਗੀ, ਇਹ ਬੜਾ ਸਿਵਲ ਜਿਹਾ ਬਣ ਗਿਆ ਸਾਰੇ ਲੋਕਾਂ ਦੇ ਪ੍ਰਤੀ। ਫੋਰ ਦੋ elated by his rank it did not render him supercilious। ਹਾਲਾਂਕਿ ਇਸ ਨੂੰ ਰੈਂਕ ਮਿਲਿਆ, ਰੈਂਕ ਤੁਹਾਨੂੰ ਪਤਾ ਕਾਹਦਾ ਮਿਲਿਆ, ਇਹਨੂੰ ਨਾਈਟਹੁੱਡ ਦਾ ਰੈਂਕ ਮਿਲਿਆ ਹੈ ਨਾ। elated ਦਾ ਮਤਲਬ ਹੁੰਦਾ ਹੈ ਖੁਸ਼ ਹੋਣਾ, ਕਿ ਬੜਾ ਉਹ ਖੁਸ਼ ਹੋਇਆ ਜੀ ਕਿ ਉਸ ਨੂੰ ਨਾਈਟਹੁੱਡ ਦਾ ਰੈਂਕ ਮਿਲਿਆ। ਲੇਕਿਨ ਫਿਰ ਵੀ ਰੈਂਕ ਮਿਲਣ ਦੇ ਬਾਵਜੂਦ it did not render him supercilious। supercilious ਦਾ ਮਤਲਬ ਹੈ ਬੱਚਿਓ ਸਨੋਬੀ। ਸਨੋਬੀ ਸ਼ਬਦ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਘਮੰਡੀ ਹੈ ਨਾ। ਇਹਦੇ 'ਚ ਕਿਸੇ ਤਰ੍ਹਾਂ ਦਾ ਕੋਈ ਘਮੰਡ ਨਹੀਂ ਆਇਆ। ਸਰ ਹੋਣ ਦੇ ਬਾਵਜੂਦ ਇਹ ਬੜਾ ਸਿਆਣਾ ਜਿਹਾ ਬਣ ਗਿਆ, ਲੋਕਾਂ ਨਾਲ ਬੜੇ ਪਿਆਰ ਮੁਹੱਬਤ ਨਾਲ ਮਿਲਦਾ ਹੈ, ਸਨੋਬੀ ਨਹੀਂ ਹੈ ਇਹ। ਔਨ ਦਾ ਕੰਟਰਰੀ, ਔਨ ਦਾ ਕੰਟਰਰੀ ਇੱਕ ਫਰੇਜ਼ ਹੈ, ਇਹਦਾ ਮਤਲਬ ਹੁੰਦਾ ਹੈ ਇਸ ਦੇ ਉਲਟ, ਪੰਜਾਬੀ 'ਚ ਆਪਾਂ ਇਹਨੂੰ ਕਹਿੰਦੇ ਆ। ਹੀ ਵਾਜ਼ ਆਲ ਅਟੈਂਸ਼ਨ ਟੂ ਐਵਰੀਬਡੀ, ਹਰ ਕੋਈ ਇਹਦੇ ਵੱਲ ਧਿਆਨ ਦਿੰਦਾ ਸੀ। ਆਮ ਤੌਰ ਤੇ ਜੇ ਬੰਦੇ ਨੂੰ ਐਡਾ ਵੱਡਾ ਰੁਤਬਾ ਮਿਲ ਜੇ, ਨਾਈਟਹੁੱਡ ਦੀ ਉਪਾਧੀ ਮਿਲ ਜੇ, ਕਿਸੇ ਨੂੰ ਮਿਲਦੀ ਹੈ, ਹਰ ਬੰਦੇ ਨੂੰ ਨਹੀਂ ਮਿਲਦੀ, ਉਹ ਬੰਦੇ ਨੂੰ ਮਿਲਣਾ ਹੀ ਔਖਾ ਹੋ ਜਾਂਦਾ ਹੈ। ਇਹਦੇ 'ਚ ਇਹ ਚੀਜ਼ ਨਹੀਂ ਹੈ, ਇਹ ਹਰ ਇੱਕ ਨੂੰ ਮਿਲ ਰਿਹਾ ਹੈ। ਬਾਈ ਨੇਚਰ ਇਨਓਫੈਂਸਿਵ, ਫ੍ਰੈਂਡਲੀ ਐਂਡ ਓਬਲਾਈਜਿੰਗ। ਮਿਸਟਰ ਵਿਲੀਅਮ ਲਿਊਕਸ ਦੇ ਬਾਰੇ ਕੁਝ ਗੱਲਾਂ ਦੱਸੀਆਂ ਹੋਈਆਂ। ਜੇ ਤੁਹਾਨੂੰ ਇਹਦਾ ਕਰੈਕਟਰ ਸਕੈਚ ਆਉਂਦਾ ਹੈ, ਤੁਸੀਂ ਇੱਥੋਂ ਕਈ ਸਾਰੀਆਂ ਗੱਲਾਂ ਮਿਸਟਰ ਲਿਊਕਸ ਦੀਆਂ ਚੱਕ ਸਕਦੇ ਹੋ। ਦੇਖੋ ਇੱਥੇ ਦੱਸਿਆ ਹੋਇਆ ਕਿ ਉਹਦੀ ਨੇਚਰ ਇਨਓਫੈਂਸਿਵ ਹੈ। ਇਨਓਫੈਂਸਿਵ ਸ਼ਬਦ ਬੇਟਾ ਪਹਿਲਾਂ ਵੀ ਆਇਆ ਸੀਗਾ ਇੱਕ ਵਾਰੀ, ਚੌਥੇ ਚੈਪਟਰ, ਜਦੋਂ ਮਿਸਟਰ ਬਿੰਗਲੇ ਤੇ ਮਿਸਟਰ ਡਾਰਸੀ ਦੀ ਕੰਪੈਰੀਜ਼ਨ ਹੋ ਰਹੀ ਸੀ। ਇਨਓਫੈਂਸਿਵ ਨੂੰ ਤੁਸੀਂ ਲਿਖ ਸਕਦੇ ਹੋ not objectionable। objectionable ਕੀ ਹੁੰਦਾ ਹੈ, ਜਿਹਨੂੰ ਦੇਖ ਕੇ ਆਪਾਂ ਨੱਕ ਮੂੰਹ ਮਾਰੀਏ, ਤੇ not objectionable ਹੋ ਗਿਆ ਕਿ ਜਿਹਨੂੰ ਦੇਖ ਕੇ ਆਪਾਂ ਖੁਸ਼ ਹੋ ਜੀ, ਉਹਦਾ ਉਲਟ ਹੋ ਗਿਆ। ਫ੍ਰੈਂਡਲੀ ਹੈ ਜੀ, ਇਹ ਕਾਫੀ ਮਿੱਤਰਤਾਪੂਰਵਕ ਵਿਵਹਾਰ ਕਰਦਾ ਹੈ। ਐਂਡ ਓਬਲਾਈਜਿੰਗ ਹੈ। ਓਬਲਾਈਜਿੰਗ ਦਾ ਮਤਲਬ ਹੁੰਦਾ ਬੱਚਿਓ ਹੈਲਪਫੁਲ, ਮਦਦਗਾਰ। ਤਿੰਨ ਗੱਲਾਂ ਸਾਨੂੰ ਇਹਦੇ ਕਰੈਕਟਰ 'ਚ ਦੇਖਣ ਨੂੰ ਮਿਲਦੀਆਂ ਨੇ ਕਿ ਇਹ ਇਨੋਫੈਂਸਿਵ ਹੈ, ਫ੍ਰੈਂਡਲੀ ਹੈ ਤੇ ਓਬਲਾਈਜਿੰਗ ਹੈ। ਬਟ ਹੋਇਆ ਕਿ ਹਿਸ ਪ੍ਰੈਜੈਂਟੇਸ਼ਨ ਐਟ ਸੇਂਟ ਜੇਮਸ ਹੈਡ ਮੇਡ ਹਿਮ ਕਰਟੀਅਸ। ਹੁਣ ਇੱਥੇ ਇੱਕ ਨਾਮ ਆਇਆ ਜੀ ਜਗ੍ਹਾ ਦਾ, ਦੇਖੋ ਐਸ ਵੱਡੀ ਹੈ, ਸੇਂਟ ਜੇਮਸ। ਸੇਂਟ ਜੇਮਸ ਦਾ ਮਤਲਬ ਹੈ ਦਾ ਕੋਰਟ ਐਟ ਸੇਂਟ ਜੇਮਸ ਪੈਲੇਸ। ਤਾਂ ਸੇਂਟ ਜੇਮਸ ਪੈਲੇਸ ਹੈ ਜੀ ਇੰਗਲੈਂਡ ਦੇ ਵਿੱਚ, ਉੱਥੇ ਕੋਰਟ ਲੱਗਦਾ, ਕਚਹਿਰੀ ਲੱਗਦੀ ਹੈ ਰਾਜੇ ਦੀ, ਉੱਥੇ ਇਸ ਨੂੰ ਮਾਣ ਮਿਲਿਆ ਸੀ। ਕਾਹਦਾ ਮਿਲਿਆ ਸੀ? ਨਾਈਟਹੁੱਡ ਦਾ ਅਵਾਰਡ ਮਿਲਿਆ ਸੀ। ਜਦ ਦਾ ਇਹਨੂੰ ਇਹ ਅਵਾਰਡ ਮਿਲਿਆ, ਇਹ ਕਰਟੀਅਸ ਬਣ ਗਿਆ, ਪੋਲਾਈਟ ਹੋ ਗਿਆ ਆਪਣੇ ਮੈਨਰ ਦੇ ਵਿੱਚ, ਪੋਲਾਈਟ ਇਨ ਮੈਨਰ। ਇੱਥੇ ਨਾ ਜੇਨ ਆਸਟਨ ਨੇ ਥੋੜਾ ਜਿਹਾ ਵਿਅੰਗ ਕਰਿਆ ਵਿਲੀਅਮ ਲਿਊਕਸ ਤੇ। ਕਿਵੇਂ? ਦੇਖੋ ਚੰਗਾ ਤਾਂ ਪਹਿਲਾਂ ਹੀ ਸੀਗਾ, ਉਹਦੇ 'ਚ ਮਾੜੀ ਕੁਆਲਿਟੀ ਤਾਂ ਕੋਈ ਨਹੀਂ ਹੈ, ਉਹ ਫ੍ਰੈਂਡਲੀ ਹੈ, ਉਹ ਇਨੋਫੈਂਸਿਵ ਹੈ, ਓਬਲਾਈਜਿੰਗ ਹੈ। ਪਰ ਜਦੋਂ ਉਹਨੂੰ ਨਾਈਟਹੁੱਡ ਦਾ ਅਵਾਰਡ ਮਿਲ ਗਿਆ, ਉਹ ਸਰ ਬਣ ਗਿਆ, ਇਹ ਹੋਰ ਜ਼ਿਆਦਾ ਕੀ ਬਣ ਗਿਆ? ਪੋਲਾਈਟ ਬਣ ਗਿਆ। ਮਤਲਬ ਕਿ ਇਹਦੇ 'ਚ ਕੀ ਚੀਜ਼ ਆ ਗਈ? ਇੱਕ ਤਰ੍ਹਾਂ ਨਾਲ ਥੋੜੀ ਜੀ ਬਣਾਉਟੀ ਪੰਜਾ ਆ ਗਿਆ। ਹਾਲਾਂਕਿ ਉਹ ਲੈ ਕੇ ਆਂਦੀ ਇਹਨੂੰ ਜ਼ਰੂਰਤ ਨਹੀਂ ਸੀ, ਕਿਉਂਕਿ ਬੰਦਾ ਪਹਿਲਾਂ ਹੀ ਵਧੀਆ। ਸਾਨੂੰ ਇੱਕ ਹੋਰ ਬੰਦਾ ਇਦਾਂ ਦਾ ਹੁਣ ਤੱਕ ਟੱਕਰਿਆ ਜੀ ਨਾਵਲ 'ਚ, ਇੱਕ ਹੋਰ ਕਰੈਕਟਰ ਇਹਦੇ ਵਰਗਾ ਨਾਵਲ 'ਚ। ਉਹ ਕੌਣ ਹੈ? ਜਿਹੜਾ ਕਿ ਫ੍ਰੈਂਡਲੀ ਹੈ, ਹੈਲਪਫੁਲ ਹੈ ਤੇ ਨਾਟ ਆਬਜੈਕਸ਼ਨੇਬਲ ਹੈ, ਮਿਸਟਰ ਬਿੰਗਲੇ। ਮਿਸਟਰ ਬਿੰਗਲੇ ਵੀ ਤਾਂ ਇਹੋ ਜਿਹਾ ਹੀ ਹੈ, ਅਸੀਂ ਉਹਦੇ ਬਾਰੇ ਇਹੀ ਪੜ੍ਹਿਆ ਕਿ ਬੜਾ ਖੁੱਲ੍ਹ ਕੇ ਗੱਲ ਕਰਦਾ ਹੈ, ਜਿੱਥੇ ਵੀ ਜਾਂਦਾ ਸਭ ਨੂੰ ਆਪਣਾ ਬਣਾ ਲੈਂਦਾ, ਸਭ ਨਾਲ ਬੜਾ ਪਿਆਰ ਨਾਲ ਬੋਲਦਾ। ਇਹ ਵੀ ਇਹੀ ਕਰਦਾ, ਕੋਈ ਵੀ ਉਹਨੂੰ ਆ ਕੇ ਮਿਲ ਸਕਦਾ ਹੈ, ਇਹ ਵੀ ਉਹ ਵੀ ਜਾ ਕੇ ਸਭ ਨੂੰ ਮਿਲ ਜਾਂਦਾ ਹੈ। ਲੇਕਿਨ ਇੱਥੇ ਦੋਨਾਂ 'ਚ ਇੱਕ ਫਰਕ ਹੈ, ਮਿਸਟਰ ਬਿੰਗਲੇ, ਸਰ ਵਿਲੀਅਮ ਲਿਊਕਸ। ਕੀ ਫਰਕ ਹੈ? ਮਿਸਟਰ ਬਿੰਗਲੇ ਅੰਦਰ ਤੋਂ ਹੀ ਇਹੋ ਜਿਹਾ, ਉਹ ਹੈ ਹੀ ਇਹੋ ਜਿਹਾ, ਇਹ ਬਣ ਗਿਆ। ਕਿਉਂ? ਇਹਨੂੰ ਐ ਲੱਗਦਾ ਹੁਣ ਮੈਂ ਸਰ ਬਣ ਗਿਆ, ਮੈਨੂੰ ਹੋਰ ਵਧੀਆ ਬਣਨਾ ਚਾਹੀਦਾ, ਮੈਂ ਥੋੜਾ ਜਿਹਾ ਹੋਰ ਪਿਆਰ ਮੁਹੱਬਤ ਨਾਲ ਮਿਲਾਂ। ਹਾਲਾਂਕਿ ਉਹਨੂੰ ਬਣਨ ਦੀ ਲੋੜ ਨਹੀਂ ਹੈ, ਉਹਦੀ ਨੇਚਰ ਵੈਸੀ ਹੀ ਅੱਛੀ ਹੈ। ਹੁਣ ਇੱਕ ਬੰਦਾ ਬੇਟਾ ਵਧੀਆ ਹੋਵੇ, ਉਹ ਹੋਰ ਜ਼ਿਆਦਾ ਵਧੀਆ ਬਣਨ ਦੀ ਕੋਸ਼ਿਸ਼ ਕਰੇ, ਤਾਂ ਫਿਰ ਅਸੀਂ ਕਹਾਂਗੇ ਇਹਦੀ ਨੇਚਰ 'ਚ ਤਾਂ ਬਣਾਉਟੀ ਪੰਜਾ ਝਲਕਦਾ। ਮਿਸਟਰ ਬਿੰਗਲੇ ਦੀ ਨੇਚਰ 'ਚ ਆਰਟੀਫੀਸ਼ੀਅਲਿਟੀ ਨਹੀਂ ਹੈ, ਲੇਕਿਨ ਸਰ ਵਿਲੀਅਮ ਲਿਊਕਸ ਦੀ ਨੇਚਰ 'ਚ ਆਰਟੀਫੀਸ਼ੀਅਲਿਟੀ ਸਾਨੂੰ ਨਜ਼ਰ ਆਉਂਦੀ ਹੈ। ਹਾਲਾਂਕਿ ਉਸ ਚੀਜ਼ ਦੀ ਉਹਨੂੰ ਜ਼ਰੂਰਤ ਨਹੀਂ ਸੀ, ਉਹ ਆਲਰੇਡੀ ਬੰਦਾ ਵਧੀਆ ਸੀਗਾ। ਇੱਕ ਗੱਲ ਹੋਰ ਅਸੀਂ ਕਹਿ ਸਕਦੇ ਹਾਂ, ਮਿਸਟਰ ਬਿੰਗਲੇ ਵੈਲਦੀ ਤਾਂ ਹੈਗਾ, ਲੇਕਿਨ ਨੋਬਲ ਨਹੀਂ ਹੈ। ਵੈਲਦੀ ਐਂਡ ਨੋਬਲ 'ਚ ਫਰਕ ਹੈ। ਵੈਲਦੀ ਦਾ ਮਤਲਬ ਅਮੀਰ, ਮਿਸਟਰ ਬਿੰਗਲੇ ਅਮੀਰ ਹੈ ਨਾ, ਲੇਕਿਨ ਉਹ ਨੋਬਲ ਨਹੀਂ ਹੈ। ਨੋਬਲ ਦਾ ਮਤਲਬ ਕੀ ਹੁੰਦਾ ਹੈ? ਜਿਹਨੂੰ ਕੋਈ ਮਾਣ ਰੁਤਬਾ ਮਿਲਿਆ ਹੋਵੇ, ਉਹ ਨੋਬਲ ਹੁੰਦਾ। ਨੋਬਲ ਦਾ ਮਤਲਬ ਨੇਕ ਵੀ ਹੁੰਦਾ, ਲੇਕਿਨ ਨੋਬਲ ਦਾ ਮਤਲਬ ਇੱਕ ਹੋਰ ਹੁੰਦਾ ਹੈ, ਜਦੋਂ ਕਿਸੇ ਨੂੰ ਕੋਈ ਮਾਣ ਮਿਲਿਆ ਹੋਵੇ ਰਾਜੇ ਵੱਲੋਂ, ਕਿੰਗ ਵੱਲੋਂ, ਕੁਈਨ ਵੱਲੋਂ, ਉਹਨੂੰ ਆਪਾਂ ਕਹਿੰਦੇ ਹਾਂ ਕਿ ਨੋਬਲ ਫੈਮਿਲੀ 'ਚੋਂ। ਮਿਸਟਰ ਬਿੰਗਲੇ ਇਹੋ ਜਿਹਾ ਨਹੀਂ ਹੈ, ਉਹਦੇ ਕੋਲੇ ਪੈਸਾ ਤਾਂ ਹੈਗਾ, ਲੇਕਿਨ ਉਹਨੂੰ ਕੋਈ ਅਵਾਰਡ ਵਗੈਰਾ ਨਹੀਂ ਮਿਲਿਆ, ਉਹ ਸਰ ਨਹੀਂ ਹੈਗਾ। ਸਰ ਵਿਲੀਅਮ ਲਿਊਕਸ ਉਲਟਾ ਹੈ ਉਹਦੇ ਤੋਂ, ਉਹ ਨੋਬਲ ਤਾਂ ਹੈਗਾ ਲੇਕਿਨ ਵੈਲਦੀ ਨਹੀਂ ਹੈਗਾ, ਉਹਨੂੰ ਮਾਣ ਤਾਂ ਮਿਲਿਆ, ਸਰ ਦਾ ਖਿਤਾਬ ਮਿਲਿਆ ਨਾ,
ਲੇਕਿਨ ਉਹ ਕੋਲ ਪੈਸੇ ਪੂਸੇ ਹੈ ਨਹੀਂ। ਪੈਸੇ ਜਿਹੜੇ ਸੀਗੇ ਉਹ ਵੀ ਛੱਡ ਤੇ ਕਮਾਣੇ ਉਹਨੇ। ਬੈਠਾ ਆਰਾਮ ਨਾਲ ਲਿਊਕਸ ਲੌਜ 'ਚ ਆਰਾਮ ਫਰਮਾ ਰਹੇ। ਹੁਣ ਉਸ ਦੀ ਵਾਈਫ ਬਾਰੇ ਹੈ ਜੀ ਅਗਲਾ ਪੈਰਾ। ਇਹ ਵੀ ਇੱਕ ਕਰੈਕਟਰ ਸਕੈਚ ਹੈ ਇਹਦਾ ਬਣਦਾ ਹੈ। ਤਾਂ ਲੇਡੀ ਲਿਊਕਸ ਵਾਜ਼ ਅ ਵੈਰੀ ਗੁੱਡ ਕਾਈਂਡ ਆਫ ਵੂਮਨ। ਤਾਂ ਲੇਡੀ ਲਿਊਕਸ ਬਹੁਤ ਹੀ ਕਾਈਂਡ ਵੂਮਨ ਹੈ ਜੀ, ਨਾਈਸ ਲੇਡੀ ਹੈ ਉਹ। not too clever to be a valuable neighbor to Mrs. Bennet। ਧਿਆਨ ਨਾਲ ਦੇਖੋ ਇੱਥੇ TOO ਤੇ to ਕੰਜੰਕਸ਼ਨ ਲੱਗੇ ਹੋਏ ਆ। ਆਪਾਂ ਨੂੰ so that ਕਨਵਰਟ ਕਰਦੇ ਉਹਨਾਂ ਨੂੰ। ਕਹਿੰਦੇ ਉਹ ਇੰਨੀ ਕਲੇਵਰ ਨਹੀਂ ਹੈਗੀ, ਚਲਾਕ ਔਰਤ ਨਹੀਂ ਹੈ, ਇਸੇ ਕਰਕੇ ਮਿਸਿਸ ਬੈਨੇਟ ਦੀ ਇੱਕ ਵਧੀਆ ਨੇਬਰ ਹੈਗੀ ਆ ਉਹ, ਕਿਉਂਕਿ ਉਹ 'ਚ ਚਲਾਕੀ ਨਹੀਂ ਹੈ। ਵੈਲਿਊਏਬਲ ਦਾ ਮਤਲਬ ਵੈਸੇ ਕੀਮਤੀ ਹੁੰਦਾ ਹੈ, ਪਰ ਇੱਥੇ ਤੁਸੀਂ ਨਾਈਸ ਕਹਿ ਸਕਦੇ। ਨੇਬਰ ਦਾ ਮਤਲਬ ਗੁਆਂਢਣ, ਹਾਲਾਂਕਿ ਹੁਣ ਗੁਆਂਢ 'ਚ ਤਾਂ ਨਹੀਂ ਰਹਿੰਦੀ ਉਹ, ਕਿਉਂਕਿ ਦੂਰ ਚਲੀ ਗਈ ਥੋੜੀ ਜਿਹੀ ਉਹ ਮੈਰੀਟਨ ਤੋਂ। ਦੇ ਹੈਡ ਸੈਵਰਲ ਚਿਲਡਰਨ। ਦੇ ਦਾ ਮਤਲਬ ਇੱਥੇ ਕੌਣ ਹੈ ਜੀ? ਸਰ ਵਿਲੀਅਮ ਲਿਊਕਸ ਐਂਡ ਮਿਸਿਸ ਲਿਊਕਸ। ਕਹਿੰਦੇ ਇਹਨਾਂ ਦੇ ਸੈਵਰਲ ਚਿਲਡਰਨ। ਹੁਣ ਸੈਵਰਲ ਦਾ ਮਤਲਬ ਕੀ ਹੁੰਦਾ ਵੀ? ਕਾਫੀ ਸਾਰੇ? ਨੋ, ਸੈਵਰਲ ਦਾ ਮਤਲਬ ਕਾਫੀ ਸਾਰੇ ਨਹੀਂ ਹੁੰਦਾ। ਕਈ ਬੱਚੇ ਸੈਵਰਲ ਦਾ ਮਤਲਬ ਮੈਨੀ ਤੋਂ ਲੈਂਦੇ ਆ, ਇਹਦਾ ਮਤਲਬ ਮੈਨੀ ਨਹੀਂ ਹੁੰਦਾ। ਇਹਦਾ ਸਹੀ ਮਤਲਬ ਹੁੰਦਾ ਹੈ ਜੀ ਮੋਰ ਦੈਨ 2 ਬਟ ਨਾਟ ਮੈਨੀ, ਕਿ 2 ਤੋਂ ਤਾਂ ਜ਼ਿਆਦਾ ਨੇ ਪਰ ਬਹੁਤ ਸਾਰੇ ਨਹੀਂ ਹੈਗੇ। 3 ਨੂੰ ਵੀ ਆਪਾਂ ਸੈਵਰਲ ਕਹਿ ਸਕਦੇ, 2 ਨੂੰ ਸੈਵਰਲ ਨਹੀਂ ਕਹਿ ਸਕਦੇ। ਹੋ ਸਕਦਾ 3 ਨੇ, ਇਹ ਨਾਵਲ 'ਚ ਨਹੀਂ ਲਿਖਿਆ ਹੋਇਆ ਕਿੰਨੀਆਂ, ਇਸ ਦੇ ਕਿੰਨੇ ਬੱਚੇ ਹੈ ਨਹੀਂ ਪਤਾ। ਸੈਵਰਲ ਹੈ, ਸੈਵਰਲ ਦਾ ਮਤਲਬ ਕਈ ਨਾਲ ਹੀ, ਉਹ ਵੀ 8-9 ਨੇ, ਐਵੇਂ ਨਹੀਂ ਹੈਗਾ। The eldest of them, a sensible, intelligent young woman about 27, was Elizabeth's intimate friend। ਸਿਰਫ ਇੱਕ ਬੱਚੇ ਦਾ ਜ਼ਿਕਰ ਹੈ, ਸੈਵਰਲ 'ਚੋਂ ਇੱਕ ਬੱਚੇ ਦਾ ਜ਼ਿਕਰ ਹੈ। eldest ਦਾ ਮਤਲਬ oldest, ਜਿਹੜੀ ਸਭ ਤੋਂ ਵੱਡੀ ਹੈ ਜੀ, ਕਾਫੀ ਸੈਂਸੀਬਲ ਹੈ, ਉਸ ਨੂੰ ਸੈਂਸ ਹੈ ਗੱਲਬਾਤ ਕਰਨ ਦੀ। ਇੰਟੈਲੀਜੈਂਟ ਹੈ, ਜਿਵੇਂ ਐਲਿਜ਼ਾਬੈਥ ਬੈਨੇਟ ਇੰਟੈਲੀਜੈਂਟ ਹੈ, ਸਮਝਦਾਰ ਹੈ ਜੀ। ਯੰਗ ਵੂਮਨ ਹੈ, ਤੇ ਉਹਦੀ ਉਮਰ ਕਿੰਨੀ ਹੈ ਜੀ? ਅਬਾਊਟ 27, 22 ਸਾਲ ਉਮਰ ਹੈ ਉਸਦੀ। ਅਤੇ ਉਹ ਕੌਣ ਹੈ ਜੀ? ਐਲਿਜ਼ਾਬੈਥ ਦੀ ਇੰਟੀਮੇਟ ਫਰੈਂਡ, ਕਲੋਜ਼ ਫਰੈਂਡ। ਇੰਟੀਮੇਟ ਦਾ ਮਤਲਬ ਇੱਥੇ ਕੀ ਹੈ? ਕਲੋਜ਼। ਹੁਣ ਇਹਦਾ ਕਰੈਕਟਰ ਸਕੈਚ ਬਣਦਾ ਹੈ, ਇਹ ਤੁਸੀਂ ਇਹ ਸਾਰੀਆਂ ਗੱਲਾਂ ਲਿਖ ਸਕਦੇ ਹੋ। ਹਜੇ ਇਸ ਦਾ ਨਾਮ ਨਹੀਂ ਦੱਸਿਆ ਹੋਇਆ। That the Miss Lucases and the Miss Bennet should meet to talk over a ball was absolutely necessary। ਹੁਣ ਹੋਇਆ ਕੀ ਹੈ ਜੀ? ਤੁਹਾਨੂੰ ਪਤਾ ਹੈ ਕਿ ਬਾਲ ਹੋ ਗਈ ਮੈਰੀਟਨ ਹਾਲ 'ਚ, ਉੱਥੇ ਸਾਰੇ ਇਕੱਠੇ ਹੋਏ ਸੀ। ਐਲਿਜ਼ਾਬੈਥ ਦੀ ਫਰੈਂਡ ਵੀ ਆਈ ਹੋਈ ਸੀ ਉੱਥੇ, ਇਹਨੇ ਵੀ ਡਾਂਸ ਕੀਤਾ ਹੈ। ਬੈਨੇਟ ਫੈਮਿਲੀ ਸਾਰੀ ਆਈ ਹੋਈ ਸੀ, ਲਿਊਕਸ ਫੈਮਿਲੀ ਆਈ ਹੋਈ ਸੀ। ਹੁਣ ਆਪਸ 'ਚ ਫਰੈਂਡਸ ਵੀ ਹੈ, ਫੈਮਿਲੀਅਰ ਹੈ, ਉੱਪਰ ਪੜ੍ਹਿਆ ਆਪਾਂ ਨੇ। ਹੁਣ ਪਾਰਟੀ ਹੋ ਗਈ, ਫਿਰ ਪਾਰਟੀ ਤੋਂ ਬਾਅਦ ਕੀ ਹੋਣਗੀਆਂ? ਗੱਲਾਂ। ਫਿਰ ਹੁਣ ਗੱਲਾਂ ਹੋਣਗੀਆਂ। ਹੁਣ ਇਹ ਐਬਸੋਲੂਟਲੀ ਨੈਸੈਸਰੀ ਸੀਗੀਆਂ ਗੱਲਾਂ। ਐਬਸੋਲੂਟਲੀ ਦਾ ਮਤਲਬ ਪੂਰੀ ਤਰ੍ਹਾਂ, ਕੰਪਲੀਟਲੀ। ਨੈਸੈਸਰੀ ਦਾ ਮਤਲਬ ਇੰਪੋਰਟੈਂਟ, ਬਿਲਕੁਲ ਜ਼ਰੂਰੀ ਸੀ ਗੱਲਾਂ ਹੋਣੀਆਂ ਵੀ, ਕਿਉਂਕਿ ਸਾਰੇ ਜਣੇ ਹੁਣ ਪਾਰਟੀ ਤੇ ਜਾ ਕੇ ਆਏ ਆ ਤਾਂ ਗੱਲਾਂ ਤਾਂ ਹੋਣਗੀਆਂ ਹੀ। ਤਾਂ ਸਾਰੇ ਜਣੇ ਮਿਲੇ ਜੀ, ਦੇ ਮੀਟ ਟੂ ਟਾਕ। ਉਹ ਮਿਲੇ, ਕੌਣ ਮਿਲੇ? ਮਿਸ ਲਿਊਕਸਿਸ ਐਂਡ ਮਿਸ ਬੈਨੇਟ। ਹੁਣ ਧਿਆਨ ਨਾਲ ਦੇਖੋ, ਇੱਥੇ ਮਿਸਿਸ ਨਹੀਂ ਲਿਖਿਆ ਹੋਇਆ, ਮਿਸ ਲਿਖਿਆ ਹੋਇਆ। ਮਿਸ ਲਿਊਕਸ ਨਹੀਂ ਲਿਖਿਆ ਹੋਇਆ, ਲਿਊਕਸਿਸ ਪਾਇਆ ਹੋਇਆ, ਪਲੂਰਲ ਪਾਇਆ ਹੋਇਆ। ਮਿਸ ਬੈਨੇਟ ਨਹੀਂ ਪਾਇਆ ਹੋਇਆ, ਮਿਸ ਬੈਨੇਟਸ ਪਾਇਆ ਹੋਇਆ। ਇਹਦਾ ਮਤਲਬ ਬੈਨੇਟ ਦੀਆਂ 5 ਭੈਣਾਂ ਤੇ ਲਿਊਕਸ ਵਾਲੀਆਂ ਸਾਰੀਆਂ ਕੁੜੀਆਂ। ਹੁਣ ਉਹ ਕਿੰਨੀਆਂ ਸੀ? ਸੈਵਰਲ। ਉਹ ਸਾਰੀਆਂ ਇਕੱਠੀਆਂ ਹੋਈਆਂ, ਗੱਲਾਂ ਬਾਤਾਂ ਕਰ, ਸਾਰੀਆਂ ਸਹੇਲੀਆਂ ਇਕੱਠੀਆਂ ਹੋ ਗਈਆਂ। ਐਂਡ ਦਾ ਮਾਰਨਿੰਗ ਆਫਟਰ ਦਾ ਅਸੈਂਬਲੀ ਬ੍ਰੌਟ ਦਾ ਫਾਰਮਰ ਟੂ ਲੌਂਗਬੋਰਨ ਟੂ ਹੀਅਰ ਐਂਡ ਟੂ ਕਮਿਊਨੀਕੇਟ। ਤੇ ਅਸੈਂਬਲੀ ਤੋਂ ਬਾਅਦ, ਉਹੀ ਅਸੈਂਬਲੀ ਕੀ ਹੈ? ਮੈਰੀਟਨ ਹਾਲ। ਮੈਰੀਟਨ ਹਾਲ 'ਚ ਜਿਹੜੀ ਡਾਂਸ ਪਾਰਟੀ ਹੋਈ ਹੈ, ਉਸ ਤੋਂ ਅਗਲੀ ਸਵੇਰ ਜਿਹੜੀ ਫਾਰਮਰ ਹੈ, ਫਾਰਮਰ ਇੱਥੇ ਕੌਣ ਆ ਗਈ? ਮਿਸ ਲਿਊਕਸਿਸ। ਜਦੋਂ ਪੈਰੇ ਦੇ ਵਿੱਚ 2 ਪਰਸਨਸ ਦਾ ਜ਼ਿਕਰ ਆਉਂਦਾ ਹੈ, ਤਾਂ ਜਿਹੜਾ ਪਹਿਲਾ ਪਰਸਨ ਹੁੰਦਾ ਉਹਦੇ ਲਈ ਆਪਾਂ ਕੀ ਯੂਜ਼ ਕਰਦੇ ਹਾਂ? ਫਾਰਮਰ। ਤੇ ਜਿਹੜਾ ਬਾਅਦ ਵਾਲਾ ਹੁੰਦਾ ਉਹਦੇ ਲਈ ਮੈਂ ਕੀ ਦੱਸਿਆ ਤੁਹਾਨੂੰ? ਲੈਟਰ। ਇੱਥੇ ਫਾਰਮਰ ਕੌਣ ਹੋ ਗਿਆ? ਮਿਸ ਲਿਊਕਸਿਸ। ਤਾਂ ਮਿਸ ਲਿਊਕਸਿਸ ਕਿੱਥੇ ਆ ਗਈਆਂ ਜੀ ਗੱਲਾਂ ਬਾਤਾਂ ਕਰਨ? ਲੌਂਗਬੋਰਨ ਆ ਗਈਆਂ, ਸੁਣਨ ਲਈ ਆ ਗਈਆਂ, ਐਂਡ ਟੂ ਕਮਿਊਨੀਕੇਟ, ਅਤੇ ਗੱਲਾਂ ਬਾਤਾਂ ਕਰਨ ਲਈ ਆ ਗਈਆਂ। ਸਹੇਲੀਆਂ ਇਕੱਠੀਆਂ ਹੋ ਗਈਆਂ। ਸਟੂਡੈਂਟਸ, ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ ਤੇ ਦੀਪਕ ਸੂਦ ਦੇ ਜਾ ਕੇ ਕਲਿੱਕ ਕਰੋ। ਤਾਂ ਇਸ ਤਰ੍ਹਾਂ ਤੁਸੀਂ ਚੈਨਲ ਤੇ ਪਹੁੰਚ ਜਾਵੋਗੇ, ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ, ਜਿਵੇਂ ਕਿ ਕਲਾਸ 12 ਦੀ ਪਲੇਲਿਸਟ 4ਥੇ ਨੰਬਰ ਤੇ ਹੈ। ਇਸ ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ। ਤੇ ਇਸੇ ਤਰ੍ਹਾਂ ਮੈਂ ਕਲਾਸ 11 ਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ, ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਤੇ ਇੱਕ ਪਲੇਲਿਸਟ
ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ ਤੇ ਜ਼ਰੂਰ ਵਿਜ਼ਿਟ ਕਰੋ। ਐਲਿਜ਼ਾਬeth ਦੀ ਇੰਟੀਮੇਟ ਫਰੈਂਡ ਹੈ, ਉਹਦੇ ਬਾਰੇ ਮੈਂ ਤੁਹਾਨੂੰ ਦੱਸਿਆ ਸੀ, ਅਬਾਊਟ 27 ਹੈ ਨਾ, ਕਿ 27 ਸਾਲਾਂ ਦੀ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ 27 ਸਾਲਾਂ ਦੀ ਹੋ ਗਈ, ਉਹਦੀ ਸ਼ਾਦੀ ਨਹੀਂ ਹੋਈ। ਮਤਲਬ ਇਹ ਕਾਫੀ ਜ਼ਿਆਦਾ ਵੱਡੀ ਏਜ ਹੈ ਨਾ 27 ਸਾਲ। ਆਮ ਤੌਰ ਤੇ ਉਹਨਾਂ ਦਿਨਾਂ ਦੇ ਵਿੱਚ 20s ਤੱਕ ਜਾਂਦੇ ਲੜਕੀਆਂ ਦੀ ਸ਼ਾਦੀ ਹੋ ਜਾਂਦੀ, ਬਟ ਇਹਦੀ ਨਹੀਂ ਹੋਈ। ਕੀ ਸਮਝਦੇ ਹੋ ਵੀ ਕੀ ਕਾਰਨ ਹੋ ਸਕਦਾ ਉਹਦੀ ਸ਼ਾਦੀ ਕਿਉਂ ਨਹੀਂ ਹੋਈ? ਤਿੰਨ ਉਹਦੀਆਂ ਕੁਆਲਿਟੀਜ਼ ਆਪਾਂ ਦੇਖੀਆਂ ਨੇ ਕਿ ਉਹ ਸੈਂਸੀਬਲ ਹੈ, ਇੰਟੈਲੀਜੈਂਟ ਹੈ ਤੇ ਐਲਿਜ਼ਾਬeth ਦੀ ਅੱਛੀ ਫਰੈਂਡ ਹੈ। ਫਿਰ ਵੀ ਉਹਦੀ ਸ਼ਾਦੀ ਇਸ ਕਰਕੇ ਨਹੀਂ ਹੋਈ। ਬੇਟਾ ਉਹਦਾ ਆਨਸਰ ਮੈਂ ਤੁਹਾਨੂੰ ਦੇ ਚੁੱਕਿਆ। ਉਹਦਾ ਡੈਡੀ ਕੰਮ ਛੱਡੀ ਬੈਠਾ ਹੈ, ਪੈਸਾ ਪੂਸਾ ਉਹਦੇ ਕੋਲੇ ਹੈ ਨਹੀਂ। ਨੋਬਲ ਜ਼ਰੂਰ ਹੈ, ਨੋਬਲ ਹੈ। ਨੋਬਲ ਦਾ ਮਤਲਬ ਉਹਨੂੰ ਇੱਕ ਅਹੁਦਾ ਮਿਲਿਆ ਹੋਇਆ ਹੈ ਸਰ ਦਾ। ਤਾਂ ਜਿਹੜੇ ਬੰਦਿਆਂ ਨੂੰ ਇਹੋ ਜਿਹੇ ਅਹੁਦੇ ਮਿਲਦੇ ਹੈ, ਇਹੋ ਜਿਹੇ ਓਨਰ ਮਿਲਦੇ ਹੈ, ਉਹਨਾਂ ਨੂੰ ਅਸੀਂ ਨੋਬਲ ਕਹਿੰਦੇ ਆ, ਨੋਬਲ ਫੈਮਿਲੀ। ਲੇਕਿਨ ਵੈਲਦੀ ਨਹੀਂ ਹੈ, ਤਾਂ ਕਿਉਂਕਿ ਪੈਸਾ ਨਹੀਂ ਹੈ ਤਾਂ ਫਿਰ ਲੜਕੀਆਂ ਦੀ ਸ਼ਾਦੀ ਕਰਨ 'ਚ ਦਿੱਕਤ ਆਉਂਦੀ ਹੈ। ਉਹਨਾਂ ਦਿਨਾਂ ਦੇ ਵਿੱਚ ਇਹ ਵੱਡੀ ਪ੍ਰੋਬਲਮ ਸੀ, ਇਸੇ ਕਰਕੇ ਉਹਦੀ ਹਜੇ ਤੱਕ ਸ਼ਾਦੀ ਨਹੀਂ ਹੋਈ। ਯੂ ਬਿਗੇਨ ਦਾ ਇਵਨਿੰਗ ਵੈਲ ਸ਼ਾਰਲਟ, ਸੈਡ ਮਿਸਿਸ ਬੈਨੇਟ ਵਿਦ ਸਿਵਲ ਸੈਲਫ ਕਮਾਂਡ ਟੂ ਮਿਸ ਲਿਊਕਸ। ਤੁਹਾਨੂੰ ਪਤਾ ਮਿਸਿਸ ਬੈਨੇਟ ਕਿਹੋ ਜਿਹੀ ਹੈ? ਬਹੁਤ ਜ਼ਿਆਦਾ ਸਮਝਦਾਰ ਔਰਤ ਤਾਂ ਹੈ ਨਹੀਂ ਉਹ ਸ਼ਾਰਲਟ ਨੂੰ ਕਹਿੰਦੀ ਹੈ। ਹੁਣ ਸਾਨੂੰ ਇੱਥੇ ਪਤਾ ਲੱਗਦਾ ਹੈ ਕਿ ਉਹ ਜਿਹੜੀ ਲੜਕੀ ਮਿਸ ਲਿਊਕਸ, ਜਿਹਦਾ ਨਾਮ ਬਾਰ-ਬਾਰ ਆ ਰਿਹਾ ਹੈ, ਜਿਹਦੇ ਬਾਰੇ ਅਸੀਂ ਪੜ੍ਹਿਆ ਕਿ ਉਹ ਸੈਂਸੀਬਲ ਹੈ, ਇੰਟੈਲੀਜੈਂਟ ਹੈ, ਯੰਗ ਹੈ ਤੇ 27 ਇਅਰਸ ਆਫ ਏਜ ਹੈ ਉਸਦੀ, ਉਹਦਾ ਨਾਮ ਕੀ ਹੈ? ਸ਼ਾਰਲਟ। ਪੂਰਾ ਨਾਮ ਹੈ ਜੀ ਉਸ ਲੜਕੀ ਦਾ ਮਿਸ ਸ਼ਾਰਲਟ ਲਿਊਕਸ, ਜਿਹੜੀ ਕਿ ਐਲਿਜ਼ਾਬeth ਬੈਨੇਟ ਦੀ ਬਹੁਤ ਅੱਛੀ ਫਰੈਂਡ ਹੈ। ਤਾਂ ਇਹਦਾ ਧਿਆਨ ਤੁਸੀਂ ਰੱਖਣਾ। ਤਾਂ ਮਿਸਿਸ ਬੈਨੇਟ ਹੁਣ ਉਹਨੂੰ ਛੇੜਦੀ ਇੱਕ ਤਰੀਕੇ ਨਾਲ, ਕਹਿੰਦੀ ਸ਼ਾਰਲਟ ਤੇਰੀ ਸ਼ਾਮ ਤਾਂ ਬੜੀ ਵਧੀਆ ਸਟਾਰਟ ਹੋਈ ਸੀ। ਪਾਰਟੀ ਦੀ ਗੱਲ ਹੋ ਰਹੀ ਹੈ ਇੱਥੇ। ਈਵਨਿੰਗ ਦਾ ਮਤਲਬ ਕੀ ਹੈ ਜੀ? ਪਾਰਟੀ। ਕਹਿੰਦੀ ਕਿਵੇਂ ਹੈ? ਵਿਦ ਸਿਵਲ ਸੈਲਫ ਕਮਾਂਡ। ਹੁਣ ਸੈਲਫ ਕਮਾਂਡ ਦਾ ਮਤਲਬ ਹੁੰਦਾ ਬੇਟਾ ਸੈਲਫ ਕੰਟਰੋਲ। ਜਦੋਂ ਆਪਾਂ ਆਪਣੇ ਇਮੋਸ਼ਨ ਕੰਟਰੋਲ 'ਚ ਰੱਖ ਕੇ ਕੋਈ ਗੱਲ ਕਰਦੇ ਹਾਂ ਤਾਂ ਉਸ ਟਾਈਮ ਆਪਾਂ ਉਹਨੂੰ ਕਹਿੰਦੇ ਹਾਂ ਜੀ ਸਿਵਲ ਸੈਲਫ ਕਮਾਂਡ। ਇਮੋਸ਼ਨ ਕਿਵੇਂ ਕੰਟਰੋਲ 'ਚ ਰੱਖਦੀ ਹੈ ਉਹ? ਬਾਲ ਦੀ ਗੱਲ ਹੋ ਰਹੀ ਹੈ, ਹੁਣ ਤੁਹਾਨੂੰ ਪਤਾ ਹੈ ਬਾਲ 'ਚ ਸਭ ਤੋਂ ਜ਼ਿਆਦਾ ਪੁੱਛ ਕਿਹਦੀ ਹੋਈ ਹੈ? ਜੇਨ ਦੀ। ਤਾਂ ਹੁਣ ਉਹਨੂੰ ਪਤਾ ਹੈ ਵੀ ਜੇਨ ਦੀ ਗੱਲ ਹੋਊਗੀ, ਤਾਂ ਉਹ ਆਪਣੇ ਇਮੋਸ਼ਨਸ ਨੂੰ ਕੰਟਰੋਲ ਦੇ 'ਚ ਰੱਖ ਕੇ ਵੀ ਖੁਦ ਮੈਂ ਜੇਨ ਦੀ ਗੱਲ ਸਟਾਰਟ ਨਾ ਕਰਾਂ, ਪਰ ਮੈਂ ਪਾਰਟੀ ਦੀ ਗੱਲ ਸਟਾਰਟ ਕਰ ਲਾਂ। ਕਈ ਮਾਵਾਂ ਨੂੰ ਆਦਤ ਹੁੰਦੀ ਹੈ, ਉਹ ਤਰੀਕੇ ਦੇ ਨਾਲ ਫਿਰ ਸਟਾਰਟ ਕਰ ਲੈਂਦੀਆਂ ਗੱਲਾਂ। ਤਾਂ ਉਹਨੇ ਪਾਰਟੀ ਦੀ ਗੱਲ ਸਟਾਰਟ ਕਰ ਲਈ, ਹਾਲਾਂਕਿ ਜੇਨ ਦੀ ਗੱਲ ਸਟਾਰਟ ਨਹੀਂ ਕੀਤੀ, ਪਰ ਉਹਦਾ ਅਸਲੀ ਮੰਤਵ ਕੀ ਹੈ ਕਿ ਪਾਰਟੀ ਦੀ ਗੱਲ ਮੈਂ ਸਟਾਰਟ ਕਰਾਂ ਤੇ ਜੇਨ ਦੀ ਗੱਲ ਹੋਵੇ ਤੇ ਫਿਰ ਮੇਰੀ ਵਾਹ ਹੋਵੇ, ਕਿਉਂਕਿ ਮੈਂ ਜੇਨ ਦੀ ਮਾਂ ਹਾਂ। ਹੁਣ ਉਹ ਕੀ ਕਹਿੰਦੀ ਹੈ ਦੇਖੋ, ਲਾ ਕੇ ਕਹਿ ਰਹੀ ਹੈ ਸ਼ਾਰਲਟ ਨੂੰ, ਯੂ ਆਰ ਮਿਸਟਰ ਬਿੰਗਲੇਜ਼ ਫਰਸਟ ਚੋਇਸ। ਪਾਰਟੀ ਦੇ ਵਿੱਚ ਮਿਸਟਰ ਬਿੰਗਲੇ ਸਭ ਤੋਂ ਪਹਿਲਾਂ ਸ਼ਾਰਲਟ ਕੋਲ ਜਾਂਦਾ, ਬਾਅਦ ਚੋਂ ਜੇਨ ਨੂੰ ਦੇਖਦਾ, ਫਿਰ ਉਹ ਜੇਨ ਵੱਲ ਆ ਜਾਂਦਾ। ਉਹਨੂੰ ਲਾ ਕੇ ਕਹਿ ਰਹੀ ਹੈ ਵੀ ਮਿਸਟਰ ਬਿੰਗਲੇ ਦੀ ਪਹਿਲੀ ਚੋਇਸ ਤਾਂ ਤੂੰ ਸੀਗੀ। ਹੁਣ ਸ਼ਾਰਲਟ, ਜਿਵੇਂ ਕਿ ਅਸੀਂ ਬੇਟਾ ਉੱਪਰ ਪੜ੍ਹਿਆ ਹੈ, ਉਹ ਸਿਆਣੀ ਹੈ, ਉਹਨੂੰ ਪਤਾ ਤਾਂ ਹੈ ਕਿ ਮਿਸਿਸ ਬੈਨੇਟ ਕਿੱਥੇ ਬੋਲਦੀ ਹੈ। ਫਿਰ ਉਹ ਕੀ ਜਵਾਬ ਦਿੰਦੀ ਹੈ? ਯੈਸ, ਕਹਿੰਦੀ ਹਾਂ ਮੇਰੇ ਕੋਲ ਆਇਆ ਸੀਗਾ ਮਿਸਟਰ ਬਿੰਗਲੇ, ਬਟ ਹੀ ਸੀਮ ਟੂ ਲਾਈਕ ਹਿਸ ਸੈਕਿੰਡ ਬੈਟਰ। ਪਰ ਐਵੇਂ ਲੱਗਿਆ ਕਿ ਜਿਹੜੀ ਉਹਦੀ ਸੈਕਿੰਡ ਚੁਆਇਸ ਸੀਗੀ ਜੇਨ, ਫਸਟ ਚੁਆਇਸ ਕੌਣ ਸੀ ਜੀ? ਸ਼ਾਰਲਟ। ਪਹਿਲਾਂ ਉਹ ਸ਼ਾਰਲਟ ਕੋਲ ਡਾਂਸ ਕਰਨ ਆਇਆ ਸੀ, ਲੇਕਿਨ ਬਾਅਦ ਚ ਉਹਦੀ ਸੈਕਿੰਡ ਚੁਆਇਸ ਕੌਣ ਬਣ ਗਈ? ਜੇਨ, ਜਿਹਦੇ ਨਾਲ ਫਿਰ ਉਹਨੇ 2 ਡਾਂਸ ਕਰੇ। ਕਹਿੰਦੇ ਪਰ ਲੱਗਦਾ ਤਾਂ ਹੈ ਕਿ ਉਹਨੇ ਸੈਕਿੰਡ ਨੂੰ ਜ਼ਿਆਦਾ ਪ੍ਰੈਫਰ ਕੀਤਾ, ਬੈਟਰ ਜ਼ਿਆਦਾ ਪ੍ਰੈਫਰ ਕਰਿਆ। ਓ ਯੂ ਮੀਨ ਜੇਨ। ਦੇਖੋ ਹੁਣ ਆ ਗਈ ਮਿਸਿਸ ਬੈਨੇਟ, ਜੋ ਕਹਿਣਾ ਚਾਹੁੰਦੀ ਸੀ ਉਹ ਤੋਂ ਕਹਾ ਲਿਆ। ਹਾਲਾਂਕਿ ਉਹਨੇ ਜੇਨ ਦਾ ਨਾਮ ਨਹੀਂ ਲਿਆ, ਉਹਨੇ ਸੈਕਿੰਡ ਲਿਖ ਕੇ ਹੈ, ਉਹਨੇ ਡਾਇਰੈਕਟਲੀ ਜੇਨ ਦਾ ਨਾਮ ਤਾਂ ਨਹੀਂ ਲਿਆ ਸ਼ਾਰਲਟ ਨੇ। ਹੁਣ ਜੇਨ ਦਾ ਨਾਮ ਖੁਦ ਲੈ ਰਹੀ ਹੈ, ਕਿਉਂਕਿ ਉਹ ਚਾਹੁੰਦੀ ਇਹੀ ਹੈ ਕਿ ਜੇਨ ਦੀ ਗੱਲ ਛਿੜੇ। ਅੱਛਾ, ਤੇਰਾ ਮਤਲਬ ਜੇਨ ਤੋਂ ਹੈ? ਆਈ ਸਪੋਜ਼, ਮੈਨੂੰ ਲੱਗਦਾ ਬਿਕੋਜ਼ ਹੀ ਡਾਂਸਡ ਵਿਦ ਹਰ ਟਵਾਈਸ। ਉਹਦੇ ਨਾਲ ਤਾਂ ਉਹਨੇ 2 ਵਾਰੀ ਡਾਂਸ ਕਰਿਆ ਬਈ। ਟੂ ਬੀ ਸ਼ੋਰ ਦੈਟ ਡਿਡ ਸੀਮ ਐਜ਼ ਇਫ ਹੀ ਐਡਮਾਇਰਡ ਹਰ ਇਨਡੀਡ। ਕਹਿੰਦੇ ਮੈਨੂੰ ਲੱਗਦਾ ਕਿ ਉਸਨੇ ਉਸ ਨੂੰ ਐਡਮਾਇਰ ਵੀ ਕੀਤਾ। ਐਡਮਾਇਰ ਦਾ ਮਤਲਬ ਕਈ ਵਾਰੀ ਆਇਆ ਰਿਸਪੈਕਟ ਕਰਨੀ, ਪ੍ਰੇਜ਼ ਕਰਨੀ, ਕਿਸੇ ਨੂੰ ਚੰਗਾ ਲੱਗਣਾ, ਲਾਈਕ ਕਰਨਾ, ਸਭ ਕਹਿ ਸਕਦੇ ਹਾਂ ਆਪਾਂ। ਆਈ ਰਾਦਰ ਬਿਲੀਵ ਇਟ, ਮੈਨੂੰ ਲੱਗਦਾ ਕਿ ਉਸਨੇ ਵਾਕਈ ਉਸ ਨੂੰ ਐਡਮਾਇਰ ਕੀਤਾ, ਉਸ ਨੂੰ ਪਸੰਦ ਆਈ ਹੈ ਜੇਨ। ਆਈ ਹਰਡ ਸਮਥਿੰਗ ਅਬਾਊਟ ਇਟ। ਕਹਿੰਦੇ ਮੈਨੂੰ ਕੁਝ ਪਤਾ ਚੱਲਿਆ ਇਹਦੇ ਬਾਰੇ, ਪਸੰਦ ਆਉਣ ਬਾਰੇ, ਕਿ ਉਹਨੂੰ ਜੇਨ ਪਸੰਦ ਆਈ, ਬਟ ਆਈ ਹਾਰਡਲੀ ਨੋ ਦੈਟ। ਪਰ ਕਹਿੰਦੇ ਮੈਨੂੰ ਪੂਰੀ ਤਰ੍ਹਾਂ ਨਹੀਂ ਪਤਾ। ਸਮਥਿੰਗ ਅਬਾਊਟ ਮਿਸਟਰ ਰੋਬਿਨਸਨ, ਕੁਝ ਮੈਨੂੰ ਮਿਸਟਰ ਰੋਬਿਨਸਨ ਬਾਰੇ ਪਤਾ ਲੱਗਿਆ। ਇੱਥੇ ਉਹਨੇ ਇੱਕ ਪਰਸਨ ਦਾ ਨਾਮ ਲੈਤਾ ਜਿਹਦਾ ਨਾਮ ਕੀ ਹੈ ਜੀ? ਮਿਸਟਰ ਰੋਬਿਨਸਨ। ਹੁਣ ਮਿਸਟਰ ਰੋਬਿਨਸਨ ਕੌਣ ਹੈ ਜੀ? ਮਿਸਟਰ ਰੋਬਿਨਸਨ ਪਾਰਟੀ 'ਚ ਆਇਆ ਸੀ, ਮੈਰੀਟਨ ਜਗ੍ਹਾ 'ਚ ਰਹਿੰਦਾ ਜੀ ਉਹ। ਮੈਰੀਟਨ ਵਾਲੀ ਜਗ੍ਹਾ ਤੇ ਤੁਹਾਨੂੰ ਪਤਾ ਡਾਂਸ ਪਾਰਟੀ ਹੋਈ ਸੀ, ਉੱਥੇ ਦਾ ਰਹਿਣ ਵਾਲਾ ਵਸਨੀਕ ਹੈ ਜੀ ਮਿਸਟਰ ਰੋਬਿਨਸਨ। ਮੈਨੂੰ ਇਹ ਲੱਗਦਾ ਪੂਰੇ ਨੋਵਲ 'ਚ ਇਹਦਾ ਇੱਥੇ ਹੀ ਜ਼ਿਕਰ ਆਉਂਦਾ, ਸ਼ਾਇਦ ਅੱਗੇ ਜ਼ਿਕਰ ਨਹੀਂ ਆਉਂਦਾ। ਹੋਇਆ ਕੀ ਸੀਗਾ ਪਾਰਟੀ 'ਚ, ਮੈਂ ਦੱਸਦਾ। ਮਿਸਟਰ ਰੋਬਿਨਸਨ ਮਿਸਟਰ ਬਿੰਗਲੇ ਨੂੰ ਮਿਲਿਆ ਸੀ, ਤਾਂ ਉਦੋਂ ਗੱਲਾਂ ਵਗੈਰਾ ਚੱਲੀਆਂ। ਤਾਂ ਮਿਸਟਰ ਬਿੰਗਲੇ ਨੇ ਮਿਸਟਰ ਰੋਬਿਨਸਨ ਨੂੰ ਕਿਹਾ ਸੀ ਗੱਲਾਂ 'ਚ ਕਿ ਮੈਨੂੰ ਜੇਨ ਬਹੁਤ ਅੱਛੀ ਲੱਗੀ। ਉਹਦੇ ਵੱਲ ਇਸ਼ਾਰਾ ਕਰ ਰਹੀ ਹੈ ਉਹ ਮਿਸਿਸ ਬੈਨੇਟ ਕਿ ਮੈਨੂੰ ਇਹ ਜਿਹੜੀ ਪਸੰਦ ਆਉਣ ਵਾਲੀ ਗੱਲ ਹੈ ਕਿੱਥੋਂ ਪਤਾ ਲੱਗੀ ਹੈ?
ਵੀ ਮੈਨੂੰ ਲੱਗਿਆ ਕਿ ਮਿਸਟਰ ਰੋਬਿਨਸਨ ਨਾਲ ਗੱਲ ਹੋਈ ਹੈ ਇਹਦੇ ਬਾਰੇ, ਜਾਣ ਕੇ ਤੇ ਉਹਨੇ ਮਿਸਟਰ ਰੋਬਿਨਸਨ ਦਾ ਨਾਂ ਲਿਆ। ਤੁਸੀਂ ਮਿਸਿਸ ਬੈਨਟ ਦੀ ਨੇਚਰ ਦੇਖ ਸਕਦੇ ਹੋ ਕਿਦਾਂ ਦੀ ਹੈ। ਹੁਣ ਸਾਨੂੰ ਪੂਰੀ ਗੱਲ ਪਤਾ ਚੱਲਦੀ ਹੈ। ਤਾਂ ਮਿਸਟਰ ਰੋਬਿਨਸਨ ਇੱਥੇ ਹੈ ਜੀ ਆ ਰੈਜ਼ੀਡੈਂਟ ਆਫ ਮੈਰੀਟਨ, ਮੈਰੀਟਨ ਦੇ ਰਹਿਣ ਵਾਲੇ ਹੈ। ਪਰਹੈਪਸ ਯੂ ਮੀਨ ਵਟ ਆਈ ਓਵਰਹਰਡ ਬਿਟਵੀਨ ਹਿਮ ਐਂਡ ਮਿਸਟਰ ਰੋਬਿਨਸਨ। ਕਹਿੰਦੇ ਸ਼ਾਇਦ ਤੁਹਾਡਾ ਮਤਲਬ ਇਸ ਗੱਲ ਤੋਂ ਹੈ, ਪਰਹੈਪਸ ਦਾ ਮਤਲਬ ਸ਼ਾਇਦ, ਕਿ ਮੈਂ ਮਿਸਟਰ ਰੋਬਿਨਸਨ ਤੇ ਮਿਸਟਰ ਬਿੰਗਲੇ ਨੂੰ ਸੁਣਿਆ ਸੀ ਗੱਲਾਂ ਕਰਦੇ। ਐਕਚੁਅਲੀ ਹੋਇਆ ਕੀ ਸੀ ਕਿ ਜਦੋਂ ਮਿਸਟਰ ਰੋਬਿਨਸਨ ਮਿਸਟਰ ਬਿੰਗਲੇ ਨਾਲ ਗੱਲ ਕਰ ਰਿਹਾ ਸੀ, ਪਾਰਟੀ ਦੀਆਂ ਗੱਲਾਂ ਚੱਲ ਰਹੀਆਂ ਸੀ ਜਿਹਦੇ ਚ ਉਹਨੇ ਜੇਨ ਦੀ ਗੱਲ ਕੀਤੀ ਹੈ, ਉਸ ਸਮੇਂ ਸ਼ਾਰਲਟ ਲਿਊਕਸ ਉਹਦੇ ਕੋਲੇ ਖੜੀ ਸੀ ਤਾਂ ਸ਼ਾਰਲਟ ਲਿਊਕਸ ਨੇ ਗੱਲਾਂ ਸੁਣ ਲੀਆਂ। ਉਹਦੀ ਗੱਲ ਹੁਣ ਸ਼ਾਰਲਟ ਲਿਊਕਸ ਕਹਿ ਰਹੀ ਹੈ। ਇੱਥੇ ਓਵਰਹੀਅਰ ਦਾ ਮਤਲਬ ਹੁੰਦਾ ਬੇਟਾ ਗੱਲਾਂ ਸੁਣਨੀਆਂ। ਹੁਣ ਕਈ ਬੰਦੇ ਹੁੰਦੇ ਨੇ ਜਿਹੜੇ ਜਾਣ ਕੇ ਸੁਣਦੇ ਆ ਕਿਸੇ ਦੀਆਂ ਗੱਲਾਂ ਨੂੰ। ਓਵਰਹੀਅਰ ਦਾ ਮਤਲਬ ਤੁਸੀਂ ਜਾਣ ਕੇ ਨਹੀਂ ਸੁਣਦੇ, ਪਰ ਕਿਉਂਕਿ ਤੁਸੀਂ ਕੋਲੇ ਖੜੇ ਹੋ ਕਿਸੇ ਦੇ, ਤੁਹਾਨੂੰ ਗੱਲਾਂ ਸੁਣ ਜਾਂਦੀਆਂ ਨੇ। ਯਾਦ ਕਰੋ ਓਵਰਹੀਅਰ ਵਾਲਾ ਵਰਡ ਤੀਸਰੇ ਚੈਪਟਰ 'ਚ ਵੀ ਆਇਆ ਸੀ ਐਲਿਜ਼ਾਬੈਥ ਬੈਨਟ ਲਈ, ਜਦੋਂ ਉਹਨੇ ਮਿਸਟਰ ਬਿੰਗਲੇ ਤੇ ਮਿਸਟਰ ਡਾਰਸੀ ਦੀਆਂ ਗੱਲਾਂ ਸੁਣੀਆਂ ਸੀ, ਹਾਲਾਂਕਿ ਉਹਨੇ ਜਾਣ ਕੇ ਨਹੀਂ ਸੀ ਸੁਣੀਆਂ। ਡਿਡ ਨੋਟ ਆਈ ਮੈਂਸ਼ਨ ਇਟ ਟੂ ਯੂ, ਕਹਿੰਦੇ ਮੈਂ ਸ਼ਾਇਦ ਤੁਹਾਨੂੰ ਇਹਦੇ ਬਾਰੇ ਮੈਂਸ਼ਨ ਵੀ ਕੀਤਾ ਸੀ। ਦੇਖੋ ਇੱਥੇ ਸ਼ਾਰਲਟ ਲਿਊਕਸ ਨੇ ਹੀ ਕਿਹਾ ਸੀਗਾ ਇਹ ਗੱਲਾਂ ਕਿ ਮਿਸਟਰ ਬਿੰਗਲੇ ਨੂੰ ਜੇਨ ਅੱਛੀ ਲੱਗੀ ਹੈ, ਕਿਉਂਕਿ ਸ਼ਾਰਲਟ ਲਿਊਕਸ ਨੇ ਮਿਸਟਰ ਬਿੰਗਲੇ ਦੀਆਂ ਗੱਲਾਂ ਮਿਸਟਰ ਰੋਬਿਨਸਨ ਨਾਲ ਸੁਣਨੀਆਂ ਸੀ, ਉਹਨੇ ਅੱਗੇ ਦੱਸਤਾ ਸੀ। ਉਹਦੀ ਉਹ ਗੱਲ ਸੁਣ ਕੇ ਮਿਸਿਸ ਬੈਨਟ ਉਹਨੂੰ ਹੀ ਕਹਿ ਰਹੀ ਹੈ ਵੀ ਮੈਨੂੰ ਲੱਗਿਆ ਵੀ ਮਿਸਟਰ ਰੋਬਿਨਸਨ ਨੇ ਐ ਕਿਹਾ। ਉਹਦੇ ਨੇ ਗੱਲ ਤਾਂ ਉੱਤੇ ਹੀ ਸੁਣੀ ਹੈ ਜਿਹਨੂੰ ਕਹਿ ਰਹੀ ਹੈ ਤੂੰ। ਦੇਖੋ ਲੇਡੀ ਕਹੇ ਜੀ ਉਹ ਮਿਸਟਰ ਰੋਬਿਨਸਨ ਆਸਕਿੰਗ ਹਿਮ ਹਾਊ ਹੀ ਲਾਈਕਡ ਅਵਰ ਮੈਰੀਟਨ ਅਸੈਂਬਲੀਜ਼। ਐਕਚੁਅਲੀ ਹੋਇਆ ਕੀ ਸੀ ਕਿ ਮਿਸਟਰ ਰੋਬਿਨਸਨ ਨੇ ਉਹਨੂੰ ਪੁੱਛਿਆ ਸੀ ਆਸਕਿੰਗ ਹਿਮ ਕਿ ਉਹਨੂੰ ਮੈਰੀਟਨ ਅਸੈਂਬਲੀ ਕਿਵੇਂ ਲੱਗੀ ਜੀ। ਮੈਰੀਟਨ ਅਸੈਂਬਲੀ ਉਹੀ ਹੈ ਜੀ, ਅਸੈਂਬਲੀ ਦਾ ਮਤਲਬ ਉਹੀ ਪਾਰਟੀ ਵਾਲੇ ਜਿਹੜੇ ਲੋਕ ਆਏ ਆ। ਐਂਡ ਵੈਦਰ ਹੀ ਡਿਡ ਨਾਟ ਥਿੰਕ ਦੇਰ ਵਰ ਅ ਗ੍ਰੇਟ ਮੈਨੀ ਪ੍ਰੈਟੀ ਵੂਮਨ ਇਨ ਦਾ ਰੂਮ। ਉਹਨੂੰ ਇਹ ਵੀ ਪੁੱਛਿਆ ਗਿਆ ਸੀ ਮਿਸਟਰ ਰੋਬਿਨਸਨ ਵੱਲੋਂ ਇਸ ਰੂਮ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਬਹੁਤ ਅੱਛੀਆਂ ਖੂਬਸੂਰਤ ਲੜਕੀਆਂ ਆਈਆਂ ਹੋਈਆਂ। ਇਹ ਵੀ ਕੁਐਸਚਨ ਮਿਸਟਰ ਰੋਬਿਨਸਨ ਨੇ ਮਿਸਟਰ ਬਿੰਗਲੇ ਨੂੰ ਕਰਿਆ ਸੀ। ਐਂਡ ਵਿਚ ਹੀ ਥੌਟ ਦਾ ਪ੍ਰੈਟੀਐਸਟ, ਤੀਸਰਾ ਕੁਐਸਚਨ ਉਹਨੇ ਇਹ ਕਰਿਆ ਸੀ ਮਿਸਟਰ ਬਿੰਗਲੇ ਨੂੰ ਕਿ ਤੈਨੂੰ ਸਭ ਤੋਂ ਪ੍ਰੈਟੀਐਸਟ ਕਿਹੜੀ ਲੱਗੀ। ਮਤਲਬ ਪ੍ਰੈਟੀ ਦੀਆਂ ਡਿਗਰੀਆਂ ਆ ਗਈਆਂ ਜੀ, ਪ੍ਰੈਟੀ, ਪ੍ਰੈਟੀਅਰ, ਪ੍ਰੈਟੀਐਸਟ। ਦੇਖੋ ਦਾ ਪ੍ਰੈਟੀਐਸਟ 3rd ਡਿਗਰੀ ਲੱਗੀ ਹੈ, ਸਭ ਤੋਂ ਸੋਹਣੀ, ਸਭ ਤੋਂ ਬਿਊਟੀਫੁਲ। ਉਹਨੂੰ ਇਹ ਵੀ ਕੁਐਸਚਨ ਪੁੱਛਿਆ ਗਿਆ ਐਂਡ ਇਜ਼ ਆਨਸਰਿੰਗ ਇਮੀਡੀਏਟਲੀ ਟੂ ਦਾ ਲਾਸਟ ਕੁਐਸਚਨ। ਅਤੇ ਉਹਨੇ ਲਾਸਟ ਕੁਐਸਚਨ ਦਾ ਇੱਕਦਮ ਆਨਸਰ ਦਿੱਤਾ ਜੀ। ਕਿਨੇ? ਮਿਸਟਰ ਬਿੰਗਲੇ ਨੇ। ਉਹ ਕੀ ਆਨਸਰ ਸੀ? ਉਹ ਦਾ ਐਲਡੈਸਟ ਮਿਸ ਬੈਨਟ, ਕਿ ਜਿਹੜੀ ਸਭ ਤੋਂ ਵੱਡੀ ਮਿਸ ਬੈਨਟ ਹੈ ਕੌਣ ਹੈ ਜੀ? ਉਹ ਜੇਨ। ਐਲਡੈਸਟ ਦਾ ਮਤਲਬ ਇੱਥੇ 올ਡੈਸਟ ਆ ਗਿਆ ਤੇ ਮਿਸ ਬੈਨਟ ਕੌਣ ਹੋਗੀ? ਜੇਨ। ਤੇ ਉਹਨੇ ਸਿੱਧਾ ਨਾਮ ਜੇਨ ਦਾ ਲੈਤਾ ਸੀ ਬਿਯੋਂਡ ਅ ਡਾਊਟ, ਬਿਨਾ ਸ਼ੱਕ। ਬਿਯੋਂਡ ਅ ਡਾਊਟ ਦਾ ਮਤਲਬ ਹੁੰਦਾ ਬੇਟਾ ਬਿਨਾ ਸ਼ੱਕ। देयर कैन नॉट बी टू ओपीनियन ऑन दैट पॉइंट। इस गल ते दो राय नहीं हो सकती। ਆਪਾਂ ਪੰਜਾਬੀ ਚ ਕਹਿ ਦਿੰਦੇ ਆ ਨਾ ਇਹ ਗੱਲ ਤੇ ਦੋ ਰਾਏ ਨਹੀਂ ਹੈਗੀ। ਇਹਦਾ ਫੈਕਟ ਹੈ, ਇਹਦਾ ਸੱਚਾਈ ਹੈ ਕਿ ਮਿਸ ਬੈਨਟ ਸਭ ਤੋਂ ਜ਼ਿਆਦਾ ਪ੍ਰੀਟੀ ਗਰਲ ਸੀਗੀ ਜਿਹੜੀ ਪਾਰਟੀ ਚ ਆਈ ਹੋਈ ਸੀ। ਇਹ ਕਿਨੇ ਵਰਡਸ ਬੋਲੇ ਹੈ ਜੀ? ਮਿਸਟਰ ਬਿੰਗਲੇ ਨੇ। ਕਿਹਨੂੰ ਬੋਲੇ ਹੈ? ਮਿਸਟਰ ਰੋਬਿਨਸਨ ਨੂੰ। ਕਿਨੇ ਸੁਣ ਲਏ? ਸ਼ਾਰਲਟ ਲਿਊਕਸ ਨੇ। ਤੇ ਸ਼ਾਰਲਟ ਲਿਊਕਸ ਨੇ ਇਹ ਗੱਲ ਸਾਰਿਆਂ ਨੂੰ ਦੱਸਤੀ। ਉਹਦੀ ਉਹ ਗੱਲ ਉਹਦੇ ਅੱਗੇ ਮਿਸਿਸ ਬੈਨਟ ਲਿਊਕਸ ਨੂੰ ਕਹਿ ਰਹੀ ਹੈ। ਹੁਣ ਕੀ ਕਹਿੰਦੀ ਹੈ ਜੀ ਮਿਸਿਸ ਬੈਨਟ? ਅਪਨ ਮਾਈ ਵਰਡ well that was very decided indeed, that does seem as if, but however it may all come to nothing, you know। ਹੁਣ ਫੇਰ ਦੇਖੋ ਬਣ ਰਹੀ ਹੈ ਉਹ ਮਿਸਿਸ ਬੈਨਟ। upon my word ਦਾ ਮਤਲਬ ਆਪਾਂ ਜਿਵੇਂ ਪੰਜਾਬੀ ਚ ਕਹਿੰਦੇ ਹੁੰਦੇ ਆ ਨੇਮ ਤੇ, ਧਰਮ ਤੇ, ਉਹਦਾ ਇੰਗਲਿਸ਼ ਹੁੰਦੀ ਹੈ upon my word। ਜਿਹਨੂੰ ਆਪਾਂ ਇੰਗਲਿਸ਼ ਚ I swear ਲਿਖ ਸਕਦੇ ਹਾਂ ਕਿ ਮੈਂ ਕਸਮ ਖਾਨੀ ਹੈ, ਨੇਮ ਤੇ, ਧਰਮ ਤੇ। ਕਹਿੰਦੇ ਧਰਮ ਤੇ ਇਹ ਤਾਂ ਗੱਲ ਸਹੀ ਸੀ ਜੀ, ਡਿਸਾਈਡਡ। ਲੱਗਦਾ ਹੈ ਕਿ ਐਵੇਂ ਹੋਇਆ ਸ਼ਾਇਦ। ਇਟ ਮੇ ਆਲ ਕਮ ਟੂ ਨਥਿੰਗ, ਹੋਵੇ ਕੁਛ ਨਾ ਕਹਿੰਦੇ, ਯੂ ਨੋ। ਇੱਥੇ ਉਹ ਕੀ ਕਹਿਣਾ ਚਾਹੁੰਦੀ ਹੈ ਕਿ ਇਹ ਤਾਂ ਗੱਲ ਕਲੀਅਰ ਹੈ ਕਿ ਮਿਸਟਰ ਬਿੰਗਲੇ ਨੇ ਜੇਮ ਨੂੰ ਪਸੰਦ ਕਰਿਆ ਹੈ, ਬਟ ਕੀ ਪਤਾ ਅੱਗੇ ਕੀ ਹੁੰਦਾ। ਸ਼ਾਰਲਟ ਲਿਊਕਸ ਕੀ ਕਹਿੰਦੀ ਹੈ? ਮਾਈ ਓਵਰਹੀਅਰਿੰਗਸ ਵਰ ਮੋਰ ਟੂ ਦਾ ਪਰਪਸ ਦੈਨ yours, ਐਲੀਜ਼ਾ, ਸੈਡ ਸ਼ਾਰਲਟ। ਪਾਰਟੀ 'ਚ ਦੋ ਲੜਕੀਆਂ ਨੇ ਓਵਰਹੀਅਰਿੰਗ ਕੀਤੀ, ਹਾਲਾਂਕਿ ਜਾਣ ਕੇ ਨਹੀਂ ਕੀਤੀ। ਇੱਕ ਕਿਹਨੇ ਕੀਤੀ ਸੀ? ਐਲਿਜ਼ਾਬੈਥ ਬੈਨਟ ਨੇ, ਉਹਨੇ ਓਵਰਹੀਅਰਿੰਗ ਕੀਤੀ ਮਿਸਟਰ ਡਾਰਸੀ ਤੇ ਮਿਸਟਰ ਬਿੰਗਲੇ ਦੀ। ਇੱਕ ਸ਼ਾਰਲਟ ਲਿਊਕਸ ਨੇ, ਉਹਨੇ ਵੀ ਓਵਰਹੀਅਰਿੰਗ ਕੀਤੀ ਮਿਸਟਰ ਬਿੰਗਲੇ ਤੇ ਮਿਸਟਰ ਰੋਬਿਨਸਨ ਦੀ। ਹੁਣ ਉਹ ਐਲੀਜ਼ਾ ਨੂੰ ਕਹਿ ਰਹੀ ਹੈ, ਦੇਖੋ ਐਲੀਜ਼ਾ, ਐਲੀਜ਼ਾ ਲਿਖਿਆ ਨਾ, ਇਹਦਾ ਨਿਕਨੇਮ ਐਲੀਜ਼ਾ ਵੀ ਹੈ, ਲਿਜ਼ੀ ਵੀ ਹੈ, ਐਲੀਜ਼ਾ ਵੀ ਹੈ, ਦੋਨੇ ਹੈ ਐਲਿਜ਼ਾਬੈਥ ਬੈਨਟ। ਸ਼ਾਰਲਟ ਕੀ ਕਹਿੰਦੀ ਹੈ? ਕਹਿੰਦੇ ਜਿਹੜੀਆਂ ਮੇਰੀਆਂ ਓਵਰਹੀਅਰਿੰਗ ਸੀਗੀਆਂ ਨਾ, ਜੋ ਮੈਨੇ ਗੱਲਾਂ ਸੁਣੀਆਂ ਨੇ, ਉਹ ਤੇਰੇ ਨਾਲੋਂ ਮੋਰ ਟੂ ਦਾ ਪਰਪਸ ਹੈ। ਮੋਰ ਟੂ ਦਾ ਪਰਪਸ ਬੇਟਾ ਇੱਕ ਇਡੀਅਮ ਹੈ, ਇਹਦਾ ਮਤਲਬ ਹੁੰਦਾ ਹੈ ਮੋਰ ਹੈਲਪਫੁਲ, ਜ਼ਿਆਦਾ ਮਦਦ ਕਰਨ ਵਾਲੀ। ਵੀ ਜਿਹੜੀਆਂ ਮੈਨੇ ਓਵਰਹੀਅਰਿੰਗ ਸੁਣੀਆਂ ਨਾ, ਉਹ ਤੇਰੇ ਨਾਲੋਂ ਜ਼ਿਆਦਾ ਹੈਲਪਫੁਲ ਹੈ। ਉਹ ਇਹ ਕਹਿਣਾ ਚਾਹੁੰਦੀ ਹੈ ਵੀ ਮੈਂ ਤਾਂ ਜੇਨ ਬਾਰੇ ਚੰਗੀਆਂ ਗੱਲਾਂ ਸੁਣੀਆਂ, ਤੈਨੇ ਜਿਹੜੀ ਓਵਰਹੀਅਰਿੰਗ ਕੀਤੀ ਉਹ 'ਚ ਕੀ ਸੁਣਿਆ? ਮਾੜੀਆਂ ਗੱਲਾਂ। ਉਹਨੇ ਕੀ ਸੁਣਿਆ? ਕਿ ਮੈਂ ਤਾਂ ਟੋਲਰੇਬਲ ਹੈ, ਓਕੇ ਟਾਈਪ ਹੈ, ਕਿ ਜਿਹੜੀਆਂ ਮੇਰੀਆਂ ਓਵਰਹੀਅਰਿੰਗਸ ਹੈ ਉਹ ਤੇਰੇ ਨਾਲੋਂ ਜ਼ਿਆਦਾ ਵਧੀਆ ਸੀਗੀਆਂ। ਸ਼ਾਰਲਟ ਕਹਿੰਦੀ ਮਿਸਟਰ ਡਾਰਸੀ ਇਜ਼ ਨੋਟ ਸੋ ਵੈਲ ਵਰਥ ਲਿਸਨਿੰਗ ਟੂ ਐਜ਼ ਹਿਜ਼ ਫਰੈਂਡ, ਇਜ਼ ਹੀ? ਦੇਖੋ ਇੱਕ ਕੁਐਸਚਨ ਪੁੱਛ ਰਹੀ ਹੈ
ਕਹਿੰਦੇ ਮਿਸਟਰ ਡਾਰਸੀ ਨੂੰ ਸੁਣਨਾ ਉਹਦੇ ਫਰੈਂਡ ਨਾਲੋਂ ਜ਼ਿਆਦਾ ਵਧੀਆ ਨਹੀਂ ਹੈ। ਉਹ ਦੇਖੋ ਹੋਇਆ ਕੀ ਹੈ, ਸ਼ਾਰਲਟ ਲਿਊਕਸ ਨੇ ਕਿਹਨੂੰ ਬੋਲਦੇ ਸੁਣਿਆ? ਮਿਸਟਰ ਬਿੰਗਲੇ ਨੂੰ। ਐਲਿਜ਼ਾਬੈਥ ਜੈਨਟ ਨੇ ਕਿਹਨੂੰ ਸੁਣਿਆ? ਮਿਸਟਰ ਡਾਰਸੀ ਨੂੰ। ਉਹ ਇਹ ਕਹਿ ਰਹੀ ਹੈ ਕਿ ਮਿਸਟਰ ਡਾਰਸੀ ਨਾਲੋਂ ਮਿਸਟਰ ਬਿੰਗਲੇ ਨੂੰ ਸੁਣਨਾ ਜ਼ਿਆਦਾ ਠੀਕ ਹੈ, ਕਿਉਂਕਿ ਮਿਸਟਰ ਬਿੰਗਲੇ ਵਧੀਆ ਗੱਲਾਂ ਕਰ ਰਹੇ ਹੈ, ਮਿਸਟਰ ਡਾਰਸੀ ਦਾ ਪਤਾ ਨਹੀਂ ਗੱਲਾਂ ਕਿਹੋ ਜਿਹੀਆਂ ਕਰੀ ਜਾਂਦੇ। ਫਿਰ ਉਹ ਕੁਐਸਚਨ ਵੀ ਪੁੱਛ ਰਹੀ ਹੈ, ਇਜ਼ ਹੀ, ਕਿ ਮੈਂ ਸਹੀ ਹੈ? ਕਿਹਨੂੰ ਪੁੱਛ ਰਹੀ ਹੈ ਉਹ? ਪੂਅਰ ਐਲਿਜ਼ਾ। ਪੂਅਰ ਵੀ ਪਾ ਰਹੀ ਹੈ ਉਹਨੂੰ, ਕਿਉਂਕਿ ਐਲਿਜ਼ਾਬੈਥ ਨੂੰ ਤਾਂ ਕੋਈ ਚੰਗਾ ਕਮੈਂਟ ਨਹੀਂ ਮਿਲਿਆ, ਜੇਨ ਨੂੰ ਤਾਂ ਵਿਚਾਰੀ ਨੂੰ ਚੰਗੇ ਕਮੈਂਟ ਮਿਲਿਆ ਵੀ, ਤਾਂ ਹੀ ਉਹਨੇ ਪੂਅਰ ਐਲਿਜ਼ਾ ਪਾਤਾ। ਪੂਅਰ ਐਲਿਜ਼ਾ ਟੂ ਬੀ ਓਨਲੀ ਜਸਟ ਟੋਲਰੇਬਲ। ਕਹਿੰਦੇ ਪੂਅਰ ਐਲਿਜ਼ਾ ਤਾਂ ਸਿਰਫ ਵਿਚਾਰੀ ਟੋਲਰੇਬਲ ਬਣ ਗਈ ਪਾਰਟੀ 'ਚ, ਓਕੇ ਬਣ ਗਈ। ਓਵਰ ਹੀਅਰ ਦਾ ਮਤਲਬ ਮੈਂ ਤੁਹਾਨੂੰ ਲਿਖਾ ਦਿੰਦਾ, ਇਹਦਾ ਇੰਗਲਿਸ਼ 'ਚ ਆਪਾਂ ਮਤਲਬ ਲਿਖ ਸਕਦੇ ਹਾਂ ਟੂ ਹੀਅਰ ਸਮਥਿੰਗ ਬਾਏ ਐਕਸੀਡੈਂਟਲੀ। ਐਕਸੀਡੈਂਟਲੀ ਦਾ ਮਤਲਬ ਇੱਥੇ ਤੁਸੀਂ ਦੁਰਘਟਨਾ ਨਾ ਕਹਿ ਦਿਓ, ਐਕਸੀਡੈਂਟਲੀ ਦਾ ਮਤਲਬ ਅਚਾਨਕ, ਵੀ ਅਚਾਨਕ ਜਦ ਆਪਾਂ ਕਿਸੇ ਨੂੰ ਸੁਣ ਲੈਂਦੇ ਆ, ਹਾਲਾਂਕਿ ਜਾਣ ਕੇ ਨਹੀਂ ਸੁਣਦੇ, ਉਹਨੂੰ ਆਪਾਂ ਓਵਰ ਹੀਅਰ ਕਹਿੰਦੇ ਆ। ਆਈ ਬੈਗ ਯੂ ਵਿਲ ਨਾਟ ਪੁੱਟ ਇਟ ਇਨਟੂ ਲਿਜ਼ੀਜ਼ ਹੈਡ ਟੂ ਬੀ ਵੈਕਸਡ ਬਾਈ ਹਿਸ ਇਲ ਟ੍ਰੀਟਮੈਂਟ। ਹੁਣ ਕੌਣ ਬੋਲ ਰਹੀ ਹੈ ਜੀ? ਮਿਸਿਸ ਬੈਨਟ। ਮਿਸਿਸ ਬੈਨਟ ਨੇ ਆਪਣੀ ਕੁੜੀ ਦਾ ਪੱਖ ਤਾਂ ਰੱਖਣਾ ਹੀ ਹੈ, ਕਿਹਦਾ ਭਲਾ? ਐਲਿਜ਼ਾਬੈਥ ਦਾ। ਹੁਣ ਉਹ ਕੀ ਕਹਿੰਦੀ ਹੈ? ਕਹਿੰਦੀ ਮੈਂ ਤੈਨੂੰ ਰਿਕੁਐਸਟ ਕਰਦੀ ਹਾਂ, ਆਈ ਬੈਗ ਯੂ, ਮੈਂ ਰਿਕੁਐਸਟ ਕਰਦੀ ਹਾਂ ਕਿ ਤੂੰ ਲਿਜ਼ੀ ਦੇ ਸਿਰ 'ਚ ਐਦਾਂ ਦੀਆਂ ਇਲ ਟ੍ਰੀਟਮੈਂਟ ਵਾਲੀਆਂ ਗੱਲਾਂ ਪਾ ਕੇ ਉਹਨੂੰ ਤੂੰ ਤੰਗ ਨਾ ਕਰ। ਹੈਡ ਟੂ ਬੀ ਵੈਕਸਡ। ਵੈਕਸ ਦਾ ਮਤਲਬ ਹੁੰਦਾ ਬੇਟਾ ਫਰਸਟ੍ਰੇਟ, ਕਿਸੇ ਨੂੰ ਫਰਸਟ੍ਰੇਟ ਕਰਨਾ, ਇਹੋ ਜਿਹੀਆਂ ਗੱਲਾਂ ਕਹਿੰਦੇ ਆ ਕਿ ਬੰਦਾ ਦੁਖੀ ਹੋ ਜੇ ਨਾ, ਉਹਨੂੰ ਵੈਕਸ ਕਹਿੰਦੇ ਆ ਇੰਗਲਿਸ਼ 'ਚ। ਇਲ ਟ੍ਰੀਟਮੈਂਟ ਦਾ ਮਤਲਬ ਬੈਡ ਟ੍ਰੀਟਮੈਂਟ, ਜਦੋਂ ਕਿਸੇ ਨਾਲ ਬੁਰਾ ਵਿਵਹਾਰ ਹੁੰਦਾ ਹੈ। ਵੀ ਠੀਕ ਹੈ ਮਿਸਟਰ ਡਾਰਸੀ ਨੇ ਬੈਡ ਟ੍ਰੀਟਮੈਂਟ ਕੀਤੀ ਹੈ, ਇਲ ਟ੍ਰੀਟਮੈਂਟ ਕੀਤੀ ਹੈ, ਪਰ ਇਹ ਗੱਲਾਂ ਹੁਣ ਤੂੰ ਉਹਦੇ ਦਿਮਾਗ 'ਚ ਨਾ ਲਿਆ, ਛੱਡ ਪਰਾਂ। For he is such a disagreeable man that it would be quite a misfortune to be liked by him। ਕਿਉਂਕਿ ਇੱਥੇ for ਦਾ ਮਤਲਬ ਹੈ ਕਿਉਂਕਿ, because, ਕਿਉਂਕਿ ਉਹ ਕੀ ਹੈ ਜੀ? ਇੱਕ disagreeable man ਹੈ। ਇਹ ਤਾਂ ਬਾਰ-ਬਾਰ ਆਇਆ disagreeable। disagreeable ਦਾ ਮਤਲਬ ਹੁੰਦਾ ਬੇਟਾ ਅਨਫ੍ਰੈਂਡਲੀ, ਕਿ ਉਹ ਫ੍ਰੈਂਡਲੀ ਬੰਦਾ ਤਾਂ ਹੈ ਨਹੀਂ ਮਿਸਟਰ ਡਾਰਸੀ, disagreeable person ਹੈ। ਕਹਿੰਦੇ ਇਹ ਤਾਂ ਬਹੁਤ ਹੀ ਮਾੜੀ ਗੱਲ ਹੋਊਗੀ, ਮਿਸਫੋਰਚੂਨ। ਇੱਥੇ ਮਿਸਫੋਰਚੂਨ ਦਾ ਮਤਲਬ ਹੈ ਬੇਟਾ ਬੈਡ ਲੱਕ। ਕਹਿੰਦੇ ਬਹੁਤ ਹੀ ਮਾੜੀ ਲੱਕ ਹੋਊਗੀ ਕਿਸੇ ਲਈ, ਖਾਸ ਤੌਰ ਤੇ ਕਿਸੇ ਲੜਕੀ ਲਈ, ਕਿ ਉਹ ਕਿਸੇ ਨੂੰ ਪਸੰਦ ਕਰੇ, ਉਸ ਲੜਕੀ ਨੂੰ ਪਸੰਦ ਕਰੇ। ਮਤਲਬ ਉਹ ਇਹ ਕਹਿ ਰਹੀ ਹੈ ਕਿ ਜੇ ਮਿਸਟਰ ਡਾਰਸੀ ਕਿਸੇ ਲੜਕੀ ਨੂੰ ਪਸੰਦ ਕਰਦਾ ਹੈ ਤਾਂ ਉਹਦੇ ਲਈ ਕੀ ਚੀਜ਼ ਹੋਊਗੀ? ਮਿਸਫੋਰਚੂਨ ਹੋਊਗੀ, ਮਾੜੀ ਕਿਸਮਤੀ ਹੋਊਗੀ ਉਸ ਕੁੜੀ ਦੀ। ਹਾਲਾਂਕਿ ਤੁਹਾਨੂੰ ਪਤਾ ਹੈ ਮਿਸਿਸ ਬੈਨਟ ਕਹੇ ਜੀ, ਯਾਦ ਕਰੋ ਫਸਟ ਚੈਪਟਰ ਦੇ ਵਿੱਚ ਉਹ ਯੰਗ ਮੈਨ ਵਿਦ ਲਾਰਜ ਫੋਰਚੂਨ ਇਹ ਬਾਰ-ਬਾਰ ਕਹਿ ਰਹੀ ਸੀ। ਇੱਥੇ ਉਹ ਮਿਸ ਡਾਰਸੀ ਨੂੰ ਕੀ ਕਹਿ ਰਹੀ ਹੈ? ਮਿਸਫੋਰਚੂਨ। ਉਹਦੇ ਲਈ ਮਿਸਫੋਰਚੂਨ ਯੂਜ਼ ਕਰ ਰਹੀ ਹੈ। ਮਿਸਟਰ ਬਿੰਗਲੇ ਲਈ ਲਾਰਜ ਫੋਰਚੂਨ ਯੂਜ਼ ਕਰ ਰਹੀ ਸੀ। ਤੇ ਜੇਨ ਆਸਟਨ ਨੇ ਥੋੜਾ ਜਿਹਾ ਨਾ ਵਿਅੰਗ ਕਰਿਆ ਉਹਦੇ ਤੇ, ਵੀ ਉਹ ਕਹਿਣਾ ਕੁਝ ਚਾਹੁੰਦੀ ਹੈ, ਕਹਿੰਦੀ ਕੁਝ ਹੈ। ਅੱਜ ਵੀ ਜੇ ਮਿਸਟਰ ਡਾਰਸੀ ਕਹਿ ਦੇਵੇ ਕਿ ਮੈਂ ਤੇਰੀ ਕੁੜੀ ਨਾਲ ਵਿਆਹ ਕਰ ਲੈਣਾ, ਫਿਰ ਉਹਨੂੰ ਮਿਸ ਡਾਰਸੀ ਵਧੀਆ ਲੱਗਣ ਲੱਗ ਜੂ, ਪਰ ਅੱਜ ਉਹ ਉਹਨੂੰ ਹੁਣ ਮਾੜਾ ਕਹਿ ਰਹੀ ਹੈ। Mrs. Long told me last night that he sat close to her for half an hour without once opening his lips। ਹੁਣ ਇੱਕ ਹੋਰ ਮਿਸਿਸ ਲੌਂਗ ਆ ਗਈ ਸੀ, ਪਹਿਲਾਂ ਵੀ ਆਈ ਸੀ। ਯਾਦ ਕਰੋ ਸ਼ੁਰੂਆਤ ਦੇ ਵਿੱਚ ਮਿਸਿਸ ਲੌਂਗ ਨਹੀਂ ਆ ਕੇ ਦੱਸਿਆ ਸੀਗਾ ਕਿ ਯੰਗ ਮੈਨ ਵਿਦ ਲਾਰਜ ਫੋਰਚੂਨ ਆਇਆ ਆਪਣੇ ਕੋਲੇ ਰਹਿਣ ਲਈ। ਇਹ ਵੀ ਉਹਨਾਂ ਦੇ ਪਰਿਵਾਰ ਦੇ ਨੇੜੇ ਹੀ ਰਹਿੰਦੀ ਹੈ, ਲੌਂਗਬੋਰਨ 'ਚ ਹੀ ਰਹਿੰਦੀ ਹੈ ਮਿਸਿਸ ਲੌਂਗ। ਤਾਂ ਮਿਸਿਸ ਲੌਂਗ ਨੇ ਮੈਨੂੰ ਰਾਤ ਦੱਸਿਆ ਕਿ ਹੀ, ਇੱਥੇ ਹੀ ਦਾ ਮਤਲਬ ਕੌਣ ਹੈ ਜੀ? ਮਿਸਟਰ ਡਾਰਸੀ। ਕਿ ਮਿਸਟਰ ਡਾਰਸੀ ਉਹਦੇ ਨਾਲ ਪਾਰਟੀ 'ਚ ਹਾਫ ਐਨ ਆਰ, ਅੱਧਾ ਘੰਟਾ ਬੈਠਾ ਰਿਹਾ ਬਿਨਾ ਬੋਲੇ, ਵਿਦਾਊਟ ਵਨਸ ਓਪਨਿੰਗ ਹਿਜ਼ ਲਿਪਸ। ਆਪਣੇ ਬੁੱਲ ਵੀ ਨਹੀਂ ਖੋਲੇ ਉਹਨੇ, ਅੱਧਾ ਘੰਟਾ ਬੈਠਾ ਰਿਹਾ ਮਿਸਿਸ ਲੌਂਗ ਦੇ ਨਾਲ। ਐਡਾ ਡਿਸਐਗਰੀਏਬਲ ਪਰਸਨ ਹੈ ਉਹ, ਅਨਫ੍ਰੈਂਡਲੀ ਬੰਦਾ, ਵੀ ਤੁਸੀਂ ਅੱਧਾ ਘੰਟਾ ਬੈਠੇ ਰਹੇ, ਕਿਸੇ ਨਾਲ ਗੱਲ ਹੀ ਨਹੀਂ ਕਰੀ ਪਾਰਟੀ 'ਚ। ਵਾਹ। ਹੁਣ ਤੁਹਾਨੂੰ ਪਤਾ ਬੇਟਾ ਕਾਫੀ ਸਾਰੇ ਉੱਥੇ ਜਣੇ ਬੈਠੇ ਨੇ। ਮਿਸਿਸ ਬੈਨਟ ਬੈਠੀ, ਉਹਦੀਆਂ 5 ਕੁੜੀਆਂ ਬੈਠੀਆਂ ਨੇ, ਉਧਰੋਂ ਮਿਸਿਸ ਲਿਊਕਸ ਆਈ ਹੋਈ ਹੈ, ਸ਼ਾਰਲਟ ਲਿਊਕਸ ਵੀ ਆਈ ਹੋਈ ਹੈ, ਉਹਦੇ ਨਾਲ ਹੋਰ 2-3 ਜਣੇ ਆਏ ਹੋਣਗੇ। ਕਿੰਨੇ ਜਣੇ ਬੈਠੇ ਨੇ? 8-10 ਬੰਦੇ ਤਾਂ ਬੈਠੇ ਨੇ ਰੂਮ 'ਚ। ਆਰ ਯੂ ਕੁਆਇਟ ਸ਼ੋਰ ਇਜ਼ ਨੋਟ ਦੇयर ਅ ਲਿਟਲ ਮਿਸਟੇਕ ਸੈਡ ਜੇਨ। ਹੁਣ ਜੇਨ ਬੋਲਦੀ ਹੈ, ਜੇਨ ਕਹਿੰਦੀ ਹੈ ਕਿ ਮੰਮੀ ਤੂੰ ਸਹੀ ਕਹਿ ਰਹੀ ਹੈ। ਮਾਮ ਤੇਰੀ ਮਮਾ ਕਹਿੰਦੀ ਹੋਣੀ ਹੈ, ਮਦਰ ਨੂੰ ਹੀ ਕਹਿ ਰਹੀ ਹੋਣੀ ਹੈ, ਮਦਰ ਤੈਨੂੰ ਯਕੀਨ ਹੈ? ਆਰ ਯੂ ਕੁਆਇਟ ਸ਼ੋਰ? ਇਹਦੇ 'ਚ ਕੋਈ ਗਲਤੀ ਤਾਂ ਨਹੀਂ? ਇਜ਼ ਦੇयर ਅ ਲਿਟਲ ਮਿਸਟੇਕ, ਅ ਲਿਟਲ ਪਾਇਆ ਨਾ, ਅ ਲਿਟਲ ਹਮੇਸ਼ਾ ਪੋਜ਼ਿਟਿਵਲੀ ਸਮ, ਕਿ ਕੋਈ ਗਲਤੀ ਤਾਂ ਨਹੀਂ ਤੈਨੂੰ? ਮੈਨੂੰ ਲੱਗਦਾ ਵੀ ਤੂੰ ਗਲਤ ਹੈ ਇੱਥੇ। ਆਈ ਸਰਟੇਨਲੀ ਸੌ ਮਿਸਟਰ ਡਾਰਸੀ ਸਪੀਕਿੰਗ ਟੂ ਹਰ। ਕਹਿੰਦੇ ਮੈਂ ਤਾਂ ਮਿਸਟਰ ਡਾਰਸੀ ਨੂੰ ਨਾ ਗੱਲ ਕਰਦੇ ਦੇਖਿਆ। ਮਿਸਿਸ ਬੈਨਟ ਕੀ ਕਹਿ ਰਹੀ ਹੈ? ਅੱਧਾ ਘੰਟਾ ਮਿਸਿਸ ਲੌਂਗ ਨਾਲ ਬੈਠਾ ਰਿਹਾ, ਉਹਨੇ ਬੁੱਲ ਵੀ ਨਹੀਂ ਖੋਲੇ। ਇਹ ਕੀ ਕਹਿ ਰਹੀ ਹੈ? ਕਿ ਮੈਂ ਤਾਂ ਦੇਖਿਆ ਕਿ ਮਿਸਿਸ ਲੌਂਗ ਨਾਲ ਉਹ ਗੱਲ ਕਰ ਰਿਹਾ ਸੀ। ਹੁਣ ਤੁਹਾਨੂੰ ਪਤਾ ਜੇਨ ਤਾਂ ਓਨੈਸਟ ਪਰਸਨ ਹੈ, ਉਹ ਤਾਂ ਝੂਠ ਬੋਲਦੀ ਨਹੀਂ। ਮਿਸਿਸ ਬੈਨਟ ਬਾਰੇ ਆਪਾਂ ਨੂੰ ਜਾਣਦੇ ਹਾਂ ਵੀ ਕਹੇ ਜੀ ਆ ਉਹ। ਐਨੀ because she asked him at least how he liked Netherfield and he could not help answering her। ਹੁਣ ਫਿਰ ਮਿਸਿਸ ਬੈਨਟ ਬੋਲਦੀ ਹੈ, ਹਾਂ ਬੋਲਿਆ ਹੋਊਗਾ ਕਿਉਂਕਿ ਉਸ ਨੂੰ ਪੁੱਛਿਆ ਗਿਆ ਸੀ ਕਿ ਉਸ ਨੂੰ ਨੈਦਰਫੀਲਡ ਕਿਦਾਂ ਦਾ ਲੱਗਿਆ। ਮਿਸਿਸ ਲੌਂਗ ਨੇ ਪੁੱਛ ਲਿਆ ਹੋਣਾ ਕਿ ਤੁਹਾਨੂੰ ਨੈਦਰਫੀਲਡ ਆਇਆ ਤਾਂ ਤੁਹਾਨੂੰ ਕਿਦਾਂ ਦਾ ਲੱਗਿਆ, ਹਾਊ ਹੀ ਲਾਈਕ ਨੈਦਰਫੀਲਡ, ਅਤੇ ਉਸ ਨੂੰ ਫਿਰ ਆਨਸਰ ਦੇਣਾ ਹੀ ਪੈਣਾ ਸੀ। ਯਾਦ ਕਰੋ ਬੇਟਾ ਇਹ ਕੁਡ ਨਾਟ ਹੈਲਪ
ਡੂਇੰਗ ਸਮਥਿੰਗ, ਇਹ ਈਡੀਅਮ ਹੈ, ਕੈਨ ਜਾਂ ਕੁਡ ਲਾ ਕੇ ਆਂਦਾ ਹੈ, ਕੈਨ ਨॉट ਜਾਂ ਕੁਡ ਨॉट ਹੈਲਪ ਡੂਇੰਗ ਸਮਥਿੰਗ। ਇਹ ਪਹਿਲਾਂ ਵੀ ਆਇਆ ਹੈ, ਇਹ ਆਇਆ ਸੀ ਚੌਥੇ ਚੈਪਟਰ ਦੇ ਵਿੱਚ ਜਦੋਂ ਐਲਿਜ਼ਾਬeth ਤੇ ਜੇਨ ਗੱਲਾਂ ਕਰ ਰਹੀਆਂ ਹੁੰਦੀਆਂ ਨੇ। ਐਲਿਜ਼ਾਬeth ਜੇਨ ਨੂੰ ਕਹਿੰਦੀ ਹੈ ਕਿ ਤੈਨੂੰ ਦੇਖਣੇ ਬਿਨਾ ਰਹਿ ਨਹੀਂ ਸਕਿਆ, ਇਹ ਉੱਥੇ ਆਇਆ। ਕਹਿੰਦੇ ਫਿਰ ਉਹਨੂੰ ਆਨਸਰ ਦੇਣਾ ਹੀ ਪੈਣਾ ਸੀਗਾ, ਉੱਤਰ ਦੇਣਾ ਹੀ ਪੈਣਾ ਸੀ ਜਦੋਂ ਉਹਨੂੰ ਕੁਐਸਚਨ ਪੁੱਛਿਆ ਗਿਆ ਸੀ ਵੀ ਤੈਨੂੰ ਨੈਦਰਫੀਲਡ ਕਿਵੇਂ ਲੱਗਿਆ। ਬਟ ਸ਼ੀ ਸੈਡ ਹੀ ਸੀਮਡ ਵੈਰੀ ਐਂਗਰੀ ਐਟ ਬੀਇੰਗ ਸਪੋਕਨ ਟੂ। ਸ਼ੀ ਦਾ ਮਤਲਬ ਇੱਥੇ ਮਿਸਿਸ ਲੌਂਗ ਤੋਂ ਹੈ, ਪਰ ਮਿਸਿਸ ਲੌਂਗ ਨੇ ਮੈਨੂੰ ਕਿਹਾ, ਕਹਿੰਦੇ ਜਦੋਂ ਮੈਨੂੰ ਇਹ ਕੁਐਸਚਨ ਪੁੱਛਿਆ ਵੀ ਤੈਨੂੰ ਨੈਦਰਫੀਲਡ ਕਿਵੇਂ ਲੱਗਿਆ ਤਾਂ ਉਹ ਬੜਾ ਐਂਗਰੀ ਜਿਹਾ ਦਿਖਿਆ ਕਿ ਉਸ ਦੇ ਨਾਲ ਗੱਲ ਕੀਤੀ ਜਾ ਰਹੀ ਹੈ। ਆਪਣੀ ਗੱਲ ਫੇਰ ਉਹ ਦੇਖੋ ਮਿਸਿਸ ਬੈਨਟ ਉੱਪਰ ਰੱਖ ਰਹੀ ਹੈ। ਪਹਿਲਾਂ ਤਾਂ ਕਹਿੰਦੀ ਉਹ ਬੋਲੇ ਹੀ ਨਹੀਂ, ਹੁਣ ਕਹਿੰਦੀ ਹਾਂ ਬੋਲਿਆ ਤਾਂ ਸੀਗਾ, ਪਰ ਜਦੋਂ ਬੋਲਿਆ ਬੜਾ ਔਖਾ ਜਿਹਾ ਹੋ ਕੇ ਬੋਲਿਆ। ਮਿਸ ਬਿੰਗਲੇ ਟੋਲਡ ਮੀ ਸੈਡ ਜੇਨ। ਜੇਨ ਨੇ ਕਿਹਾ ਕਿ ਮਿਸ ਬਿੰਗਲੇ ਨੇ ਮੈਨੂੰ ਦੱਸਿਆ। ਮਿਸ ਬਿੰਗਲੇ ਕੌਣ ਹੈ ਜੀ? ਮਿਸਟਰ ਬਿੰਗਲੇ ਦੀ ਅਨਮੈਰਿਡ ਸਿਸਟਰ। ਦੋ ਸਿਸਟਰਸ ਹੈ ਮਿਸਟਰ ਬਿੰਗਲੇ ਦੀਆਂ, ਇੱਕ ਮਿਸਿਸ ਬਿੰਗਲੇ ਹੈ ਜੋ ਮਿਸਟਰ ਹਰਸ ਦੀ ਵਾਈਫ ਹੈ, ਇੱਕ ਮਿਸ ਬਿੰਗਲੇ ਹੈ ਜੋ ਅਜੇ ਕੁਆਰੀ ਹੈ। ਉਹਦੀ ਗੱਲ ਕਹਿ ਰਹੀ ਹੈ। ਹੁਣ ਤੁਹਾਨੂੰ ਪਤਾ ਹੈ ਕਿ ਬਿੰਗਲੇ ਦੀਆਂ ਸਿਸਟਰ ਨਾਲ ਗੱਲ ਹੋਈ ਸੀ ਜੇਨ ਦੀ, ਇਹ ਆਪਾਂ ਨੂੰ 4th ਚੈਪਟਰ 'ਚ ਪਤਾ ਲੱਗਿਆ ਸੀ ਜਦੋਂ ਉਹਨੇ ਐਲਿਜ਼ਾਬeth ਨੂੰ ਕਿਹਾ ਸੀ ਵੀ ਬਿੰਗਲੇ ਦੀਆਂ ਸਿਸਟਰ ਤਾਂ ਮੈਨੂੰ ਠੀਕ ਲੱਗੀਆਂ, ਹਾਲਾਂਕਿ ਐਲਿਜ਼ਾਬeth ਕੁਝ ਹੋਰ ਕਹਿ ਰਹੀ ਸੀ ਉਹਨਾਂ ਬਾਰੇ। ਤਾਂ ਜੇਨ ਕਹਿੰਦੀ ਮਿਸ ਬਿੰਗਲੇ ਨੇ ਮੈਨੂੰ ਕਿਹਾ ਸੀ that he never speaks much unless among his intimate acquaintance। ਕਹਿੰਦੇ ਉਹ ਜ਼ਿਆਦਾ ਨਹੀਂ ਬੋਲਦਾ। ਇੱਥੇ ਹੀ ਦਾ ਮਤਲਬ ਫੇਰ ਬੇਟਾ ਮਿਸਟਰ ਡਾਰਸੀ ਤੋਂ ਹੈ ਕਿ ਮਿਸਟਰ ਡਾਰਸੀ ਜ਼ਿਆਦਾ ਨਹੀਂ ਬੋਲਦਾ ਜਦ ਤੱਕ ਉਹਨੂੰ ਜਾਣਨ ਵਾਲੇ ਉਹਦੇ ਕਲੋਜ਼ ਨਾ ਹੋਣ। ਇੰਟੀਮੇਟ ਦਾ ਮਤਲਬ ਕਲੋਜ਼, ਐਕੁਆਇੰਟੈਂਸ ਦਾ ਮਤਲਬ ਫਰੈਂਡਸ ਕਹਿ ਲਓ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ। ਵੀ ਜੇ ਕੋਈ ਉਹਦੇ ਕਲੋਜ਼ ਹੁੰਦਾ ਨਾ ਫਰੈਂਡ, ਉਹਦੇ ਨਾਲ ਹੀ ਬੋਲਦਾ, ਅਦਰਵਾਈਜ਼ ਉਹ ਘੱਟ ਹੀ ਬੋਲਦਾ। ਦੇਖੋ ਜੇਨ ਇੱਕ ਤਰੀਕੇ ਨਾਲ ਮਿਸਟਰ ਡਾਰਸੀ ਦੀ ਕੀ ਕਰ ਰਹੀ ਹੈ? ਤਰਫਦਾਰੀ ਕਰ ਰਹੀ ਹੈ। ਹੁਣ ਤੱਕ ਮਿਸਿਸ ਬੈਨਟ ਮਿਸਟਰ ਡਾਰਸੀ ਦੇ ਵਿਰੁੱਧ ਹੀ ਬੋਲ ਰਹੀ ਹੈ, ਉਹ ਐਵੇਂ ਹੈ, ਡਿਸਐਗਰੀਏਬਲ ਹੈ, ਤਾਂ ਚੁੱਪ ਰਿਹਾ। ਲੇਕਿਨ ਜੇਨ ਕਹਿ ਰਹੀ ਹੈ ਕਿ ਨਹੀਂ, ਮਿਸਟਰ ਡਾਰਸੀ ਦੇ ਬਾਰੇ ਮੈਨੂੰ ਮਿਸ ਬਿੰਗਲੇ ਨੇ ਕਿਹਾ ਕਿ ਉਹ ਘੱਟ ਬੋਲਦਾ ਹੈ। ਉਹ ਕਿਹਦੇ ਨਾਲ ਜ਼ਿਆਦਾ ਬੋਲਦਾ ਹੈ? ਜਿਹੜੇ ਉਹਦੇ ਕਲੋਜ਼ ਫਰੈਂਡਸ, ਅਦਰਵਾਈਜ਼ ਉਹ ਘੱਟ ਬੋਲਦਾ, ਉਹਦੀ ਆਦਤ ਹੈ। ਵਿਦ them he is remarkably agreeable। ਉਹਨਾਂ ਦੇ ਨਾਲ, ਇੱਥੇ them ਦਾ ਮਤਲਬ ਕੀ ਹੈ? ਇੰਟੀਮੇਟ ਐਕੁਆਇੰਟੈਂਸ, ਕਲੋਜ਼ ਫਰੈਂਡਸ। ਜਿਹੜੇ ਉਹਦੇ ਕਲੋਜ਼ ਫਰੈਂਡਸ ਹੈ ਉਹਨਾਂ ਦੇ ਨਾਲ ਤਾਂ ਉਹ ਐਗਰੀਏਬਲ ਹੈ, ਮਤਲਬ ਫਰੈਂਡਲੀ ਹੈ। ਦੇਖੋ ਪਹਿਲਾਂ ਕੀ ਆਇਆ ਸੀਗਾ? ਡਿਸਐਗਰੀਏਬਲ। ਡਿਸਐਗਰੀਏਬਲ ਆਇਆ ਸੀ ਨਾ ਜੀ ਪਹਿਲਾਂ, ਉਦੋਂ ਮੈਂ ਤੁਹਾਨੂੰ ਕੀ ਲਿਖਾਇਆ ਸੀ? ਅਨਫਰੈਂਡਲੀ। ਹੁਣ ਉਹਦਾ ਉਲਟਾ ਆ ਗਿਆ ਐਗਰੀਏਬਲ, ਤਾਂ ਐਗਰੀਏਬਲ ਦਾ ਆਨਸਰ ਕੀ ਹੋਇਆ? ਫਰੈਂਡਲੀ। ਵੀ ਜਿਹੜੇ ਉਹਦੇ ਕਲੋਜ਼ ਫਰੈਂਡਸ ਹੈ, ਜੋ ਉਹਨੂੰ ਜਾਣਨ ਵਾਲੇ ਹੈ, ਉਹਨਾਂ ਨਾਲ ਤਾਂ ਉਹ ਬਹੁਤ ਹੀ ਫਰੈਂਡਲੀ ਹੈ, ਬੜਾ ਖੁੱਲ ਕੇ ਗੱਲਾਂ ਕਰਦਾ। ਇੱਥੇ ਜੇਨ ਇਹ ਕਹਿ ਰਹੀ ਹੈ। ਹੁਣ ਤੁਹਾਨੂੰ ਪਤਾ ਹੈ ਕਿ ਮਿਸਿਸ ਬੈਨਟ ਤਾਂ ਮਿਸਿਸ ਬੈਨਟ ਹੈ, ਆਪਣੀ ਗੱਲ ਉਹਨੇ ਥੱਲੇ ਆਣ ਨਹੀਂ ਦੇਣੀ। ਉਹ ਕੀ ਕਹਿੰਦੀ ਹੈ? ਆਈ ਡੂ ਨਾਟ ਬਲੀਵ ਅ ਵਰਡ ਆਫ ਇਟ ਮਾਈ ਡੀਅਰ। ਕਹਿੰਦੇ ਮੇਰੀ ਪਿਆਰੀ ਕੁੜੀਏ, ਇਹ ਮੈਨੂੰ ਇਹਦੇ ਇੱਕ ਵੀ ਸ਼ਬਦ ਤੇ ਭਰੋਸਾ ਨਹੀਂ ਹੈ ਜਿਹੜੀਆਂ ਤੂੰ ਗੱਲਾਂ ਕਹਿ ਰਹੀ ਹੈ। ਇਫ ਹੀ ਹੈਡ ਬੀਨ ਸੋ ਵੈਰੀ ਐਗਰੀਏਬਲ, ਜੋ ਇੰਨਾ ਫਰੈਂਡਲੀ ਹੈ, ਹੀ ਵੁੱਡ ਹੈਵ ਟਾਕ ਟੂ ਮਿਸਿਸ ਲੌਂਗ। ਉਹ ਮਿਸਿਸ ਲੌਂਗ ਨਾਲ ਗੱਲ ਕਰਦਾ। ਬਟ ਆਈ ਕੈਨ ਗੈਸ ਹਾਊ ਇਟ ਵਾਜ਼। ਪਰ ਮੈਨੂੰ ਪਤਾ ਹੈ ਕਿ ਹੋਇਆ ਕੀ ਸੀ, ਮਤਲਬ ਕਿ ਉਹਨੇ ਗੱਲ ਕਰੀ ਹੋ ਨਹੀਂ। ਐਵਰੀਬੋਡੀ ਸੇਜ਼ that he is eaten up with pride। ਕਹਿੰਦੇ ਉਹ ਤਾਂ ਪ੍ਰਾਈਡ ਨਾਲ ਭਰਿਆ ਪਿਆ। ਇੱਥੇ ਦੇਖੋ ਇੱਕ ਹੋਰ ਫਰੇਜ਼ਲ ਵਰਬ ਆਈ ਹੈ ਬੇਟਾ, eaten up, eat up। eat up ਦਾ ਮਤਲਬ ਵੈਸੇ ਹੁੰਦਾ ਨਾ ਕੰਜ਼ਿਊਮ, ਕੋਈ ਚੀਜ਼ ਪਈ ਹੈ ਤੁਸੀਂ ਸਾਰੀ ਉਹ ਛਕ ਜਾਓ, eat up ਕਹਿੰਦੇ ਹਨ। ਲੇਕਿਨ ਇੱਥੇ ਥੋੜਾ ਜਿਹਾ ਫਰਕ ਹੈ। eat up with pride ਦਾ ਮਤਲਬ ਹੈ ਕਿ ਉਹ ਹੰਕਾਰ ਨਾਲ ਭਰਿਆ ਹੋਇਆ ਇਨਸਾਨ ਹੈ। ਇਹ ਮੈਂ ਨਹੀਂ ਕਹਿ ਰਹੀ, ਐਵਰੀਬੋਡੀ ਸੇਜ਼, ਹਰ ਕੋਈ ਕਹਿ ਰਿਹਾ ਹੈ। ਸਟੂਡੈਂਟਸ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਨੋਵਲ ਦੇ ਜਿਸ ਵੀ ਚੈਪਟਰ ਨੂੰ ਤੁਹਾਡੇ ਨਾਲ ਡਿਸਕਸ ਕਰਦਾ ਹਾਂ ਤਾਂ ਉਸ ਦੇ ਟੈਕਸਟ ਨੂੰ ਸਮਝਾਉਣ ਤੋਂ ਬਾਅਦ ਮੈਂ ਉਸ ਚੈਪਟਰ ਦੇ ਟੈਕਸਟ ਦੇ ਆਧਾਰਿਤ ਇੱਕ ਕੁਇਜ਼ ਤੁਹਾਡੇ ਨਾਲ ਹਮੇਸ਼ਾ ਸ਼ੇਅਰ ਕਰਦਾ ਹਾਂ। ਉਸ ਕੁਇਜ਼ ਦੇ ਵਿੱਚ ਮੈਂ ਉਹ ਸਾਰੇ ਕੁਐਸਚਨਸ ਇਨਕਲੂਡ ਕਰਦਾ ਹਾਂ ਜਿਹੜੇ ਕੁਐਸਚਨ ਤੁਹਾਨੂੰ ਐਗਜ਼ਾਮੀਨੇਸ਼ਨ ਦੇ ਵਿੱਚ ਪੁੱਛੇ ਜਾਂਦੇ ਨੇ, ਜਿਵੇਂ ਕਿ ਟਰੂ ਫਾਲਸ, ਫਿਲ ਇਨ ਦਾ ਬਲੈਂਕਸ, ਵਨ ਵਰਡ ਆਨਸਰ ਅਤੇ ਟਿਕ ਦਾ ਕਰੈਕਟ ਆਪਸ਼ਨਸ। ਤਾਂ ਉਹ ਕੁਇਜ਼ ਹਮੇਸ਼ਾ ਬੱਚਿਓ ਤੁਹਾਡੀ ਵੀਡੀਓ ਦੇ ਨੀਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੌਜੂਦ ਹੁੰਦਾ ਹੈ। ਇਸ ਦਾ ਲਿੰਕ ਜਿਵੇਂ ਕਿ ਤੁਸੀਂ ਸਕਰੀਨ ਦੇ ਉੱਪਰ ਦੇਖ ਪਾ ਰਹੇ ਹੋ, ਬਿਲਕੁਲ ਟੌਪ ਦੇ ਉੱਪਰ ਮੈਂ ਉਸ ਨੂੰ ਅਨਸਰਕਲ ਕੀਤਾ ਹੈ। ਜਿਵੇਂ ਹੀ ਤੁਸੀਂ ਇਸ ਲਿੰਕ ਦੇ ਉੱਪਰ ਟਿਕ ਕਰਦੇ ਹੋ ਤਾਂ ਤੁਸੀਂ ਸਿੱਧੇ ਕੁਇਜ਼ ਤੇ ਪਹੁੰਚ ਜਾਂਦੇ ਹੋ। ਤਾਂ ਜਿਸ ਤਰ੍ਹਾਂ ਹੀ ਤੁਸੀਂ ਕੁਇਜ਼ ਤੇ ਪਹੁੰਚਦੇ ਹੋ ਤਾਂ ਉੱਥੇ ਤੁਹਾਨੂੰ ਇਹ ਸਾਰੇ ਕੁਐਸਚਨਸ ਮਿਲਦੇ ਨੇ। ਤਾਂ ਬੱਚਿਓ ਤੁਸੀਂ ਇਹ ਸਾਰੇ ਕੁਐਸਚਨ ਹੱਲ ਕਰਨੇ ਨੇ, ਸੋਲਵ ਕਰਨੇ ਨੇ ਅਤੇ ਇਹ ਸਾਰਾ ਕੁਇਜ਼ ਸਬਮਿਟ ਕਰਨਾ ਹੈ। ਇਸ ਦੇ ਨਾਲ ਤੁਹਾਡੀ ਐਗਜ਼ਾਮੀਨੇਸ਼ਨ ਦੀ ਤਾਂ ਪ੍ਰੈਕਟਿਸ ਹੋਏਗੀ ਹੀ ਅਤੇ ਨਾਲ ਹੀ ਤੁਹਾਨੂੰ ਨੋਵਲ ਦੀ ਵੀ ਪੂਰੀ ਤਰ੍ਹਾਂ ਸਮਝ ਆਏਗੀ। ਤਾਂ ਬਿਲਕੁਲ ਇਸੇ ਤਰ੍ਹਾਂ ਦੇ ਕੁਇਜ਼ ਬੱਚਿਓ ਮੈਂ ਹਰ ਚੈਪਟਰ ਦੇ ਟੈਕਸਟ ਨੂੰ ਸਮਝਾਉਣ ਤੋਂ ਬਾਅਦ ਤੁਹਾਡੇ ਲਈ ਤਿਆਰ ਕੀਤੇ ਨੇ। ਉਮੀਦ ਹੈ ਬੱਚਿਓ ਤੁਸੀਂ ਇਹ ਸਾਰੇ ਕੁਇਜ਼ ਜ਼ਰੂਰ ਸਬਮਿਟ ਕਰੋਗੇ। ਮੈਂ ਤੁਹਾਨੂੰ ਇਹਨਾਂ ਦੀ ਫੀਡਬੈਕ ਨਾਲ ਦੀ ਨਾਲ ਪ੍ਰੋਵਾਈਡ ਕਰਦਾ ਹਾਂ। ਤਾਂ ਮੈਨੂੰ ਉਮੀਦ ਹੈ ਬੱਚਿਓ ਕਿ ਤੁਸੀਂ ਇਹ ਸਾਰੇ ਕੁਇਜ਼ ਜੋ ਕਿ ਮੈਂ ਹੁਣ ਤੱਕ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ ਹਾਂ, ਤੁਸੀਂ ਇਹ ਸਬਮਿਟ ਕਰੋਗੇ। ਤਾਂ ਇਸੇ ਤਰ੍ਹਾਂ ਆਉਣ ਵਾਲੇ ਮੈਂ ਜਿੰਨੇ ਵੀ ਚੈਪਟਰ ਦੇ ਟੈਕਸਟ ਦੇ ਉੱਪਰ ਬੇਸਡ ਕੁਇਜ਼ ਤੁਹਾਡੇ ਲਈ ਤਿਆਰ ਕਰਾਂਗਾ, ਤੁਸੀਂ ਉਹ ਵੀ ਸਬਮਿਟ ਕਰੋਗੇ ਤੇ ਆਪਣੇ ਆਪ ਨੂੰ ਐਗਜ਼ਾਮੀਨੇਸ਼ਨ ਲਈ ਬਹੁਤ ਵਧੀਆ ਤਰੀਕੇ ਨਾਲ ਤਿਆਰ ਕਰੋਗੇ। Another time Lizzie said her mother, I would not dance with him if I were you।
ਕਹਿੰਦੇ ਜੇ ਕਦੇ ਮੌਕਾ ਫੇਰ ਮਿਲਦਾ ਲੀਜ਼ੀ ਅਨਦਰ ਟਾਈਮ, ਉਹਦੀ ਮਾਂ ਹੀ ਕਹਿ ਰਹੀ ਹੈ ਮਿਸਿਸ ਬੈਨੇਟ ਲੀਜ਼ੀ ਨੂੰ ਕਹਿ ਰਹੀ ਹੈ ਮੈਂ ਉਹਦੇ ਨਾਲ ਡਾਂਸ ਨਹੀਂ ਕਰਦੀ, ਆਈ ਵੁੱਡ ਨਾਟ ਡਾਂਸ ਵਿਦ ਹਿਮ, ਇਹੋ ਜਿਹੇ ਬੰਦੇ ਨਾਲ ਮੈਂ ਡਾਂਸ ਨਾ ਕਰਾਂ, ਇਫ ਆਈ ਵਰ ਯੂ, ਜੇ ਮੈਂ ਤੇਰੀ ਥਾਂ ਤੇ ਹੁੰਦੀ। ਚੱਕਰੀਆਂ ਨੂੰ ਕਿ ਧੀਏ ਵੀ ਜੇ ਮੈਂ ਤੇਰੀ ਥਾਂ ਤੇ ਹੁੰਦੀ ਤਾਂ ਮੈਂ ਦੁਬਾਰਾ ਉਹਦੇ ਨਾਲ ਡਾਂਸ ਨਾ ਕਰਦੀ, ਵੀ ਜਿਹੜਾ ਉਹਨੇ ਇਹੋ ਜਿਹਾ ਕੰਮ ਕਰਿਆ, ਇਹੋ ਜਿਹਾ ਬੰਦਾ ਉਹ। ਆਈ ਬਿਲੀਵ ਮਮ ਆਈ ਮੇ ਸੇਫਲੀ ਪ੍ਰੋਮਿਸ ਯੂ ਨੈਵਰ ਟੂ ਡਾਂਸ ਵਿਦ ਹਿਮ। ਐਲਿਜ਼ਾਬੈਥ ਬੈਨੇਟ ਕੀ ਕਹਿੰਦੀ ਹੈ, ਮੈਨੂੰ ਵਿਸ਼ਵਾਸ ਹੈ ਮੰਮੀ ਕਿ ਮੈਂ ਤੈਨੂੰ ਪ੍ਰੋਮਿਸ ਕਰਦੀ ਹਾਂ, ਸੇਫਲੀ ਪ੍ਰੋਮਿਸ, ਪੱਕਾ ਪ੍ਰੋਮਿਸ ਕਰਦੀ ਹਾਂ, ਨੈਵਰ ਟੂ ਡਾਂਸ ਵਿਦ ਹਿਮ, ਮੈਂ ਉਹਦੇ ਨਾਲ ਡਾਂਸ ਦੁਬਾਰਾ ਨਹੀਂ ਕਰਦਾ। ਉਹਨੇ ਗੱਲ ਕਿਹਨੇ ਕਹਿਤੀ? ਐਲਿਜ਼ਾਬੈਥ ਬੈਨੇਟ। ਦੇਖੋ ਵੱਡੀ ਗੱਲ ਕਹੀ ਹੈ ਐਲਿਜ਼ਾਬੈਥ ਬੈਨੇਟ ਨੇ। ਆਮ ਤੌਰ ਤੇ ਬੇਟਾ ਕਿ ਆਪਾਂ ਹੁਣ ਤੱਕ ਕੀ ਪੜ੍ਹਿਆ ਕਿ ਐਲਿਜ਼ਾਬੈਥ ਬੈਨੇਟ ਇੱਕ ਸਮਝਦਾਰ ਲੜਕੀ ਹੈ ਤੇ ਉਹਦੀ ਮਾਂ ਤਾਂ ਬੇਸਮਝ ਹੈ, ਲੇਕਿਨ ਇਸ ਟਾਈਮ ਉਹ ਆਪਣੀ ਮਾਂ ਦੀ ਪੈਰਵੀ ਕਰ ਰਹੀ ਹੈ। ਜੋ ਮੇਰੀ ਮਾਂ ਕਹਿ ਰਹੀ ਹੈ ਸਹੀ ਹੈ। ਹਾਲਾਂਕਿ ਯਾਦ ਕਰੋ ਬੇਟਾ 4th ਚੈਪਟਰ ਦੇ ਵਿੱਚ ਐਲਿਜ਼ਾਬੈਥ ਨੇ ਜੇਨ ਨੂੰ ਕੀ ਕਿਹਾ ਸੀ ਵੀ ਤੂੰ ਆਪਣੀ ਜ਼ਿੰਦਗੀ 'ਚ ਬਹੁਤ ਸਾਰੇ ਸਟੂਪਿਡਰ ਪਰਸਨਸ ਤੇ ਭਰੋਸਾ ਕਰਿਆ। ਉਹ ਕਿਹਨੂੰ ਉਹਨੇ ਸਟੂਪਿਡਰ ਪਰਸਨ ਕਿਹਾ ਸੀ? ਬੇਸਿਕਲੀ ਆਪਣੀ ਮਾਂ ਨੂੰ ਹੀ ਕਿਹਾ ਸੀ, ਮਿਸਿਸ ਬੈਨੇਟ। ਇੱਥੇ ਹੁਣ ਉਸੇ ਪਰਸਨ ਤੇ ਪਿੱਛੇ ਲੱਗ ਕੇ ਉਹ ਕਹਿ ਰਹੀ ਹੈ ਹਾਂ ਮੰਮੀ ਮੈਂ ਨਹੀਂ ਡਾਂਸ ਕਰਦੀ ਉਹਦੇ ਨਾਲ। ਹਿਸ ਪ੍ਰਾਈਡ ਸੈਡ ਮਿਸ ਲਿਊਕਸ does not offend me so much as pride often does। ਹੁਣ ਦੇਖੋ ਫਿਰ ਮਿਸ ਲਿਊਕਸ ਕਹਿੰਦੀ ਹੈ, ਉਹੀ ਸ਼ਾਰਲਟ ਲਿਊਕਸ। ਮਿਸ ਲਿਊਕਸ ਦਾ ਮਤਲਬ ਇੱਥੇ ਸ਼ਾਰਲਟ ਲਿਊਕਸ ਤੋਂ ਹੈ ਜੋ ਐਲਿਜ਼ਾਬੈਥ ਦੀ ਫਰੈਂਡ ਹੈ। ਕਹਿੰਦੇ ਉਹਦਾ ਜਿਹੜਾ ਪ੍ਰਾਈਡ ਹੈ, ਅਹੰਕਾਰ, ਇਸ ਦਾ ਮਤਲਬ ਇੱਥੇ ਮਿਸਟਰ ਡਾਰਸੀ ਤੋਂ। ਕਹਿੰਦੇ ਉਸਨੇ ਮੈਨੂੰ ਇੰਨਾ offend ਨਹੀਂ ਕਰਿਆ। offend ਦਾ ਮਤਲਬ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ, ਹਰਟ, ਅਪਸੈਟ, ਦੁਖੀ ਕਰਨਾ। ਕਹਿੰਦੇ ਉਸਦੇ ਹੰਕਾਰ ਨੇ ਮੈਨੂੰ ਇੰਨਾ ਦੁਖੀ ਨਹੀਂ ਕਰਿਆ ਜਿੰਨਾ ਆਮ ਹੰਕਾਰ ਆਪਾਂ ਨੂੰ ਕਰਦਾ ਹੈ। ਬਿਕੋਜ਼ देयर इज एन एक्सक्यूज फॉर इट, ਕਿਉਂਕਿ ਇਹਦੀ ਇੱਕ ਮਾਫੀ ਹੋ ਸਕਦੀ ਹੈ। ਐਕਸਕਿਊਜ਼ ਦਾ ਮਤਲਬ ਜਦ ਆਪਾਂ ਕਿਸੇ ਨੂੰ ਛੱਡ ਦਈਏ ਨਾ, ਵੀ ਆਮ ਤੌਰ ਤੇ ਤਾਂ ਅਹੰਕਾਰ ਹੈ ਜਿਹੜਾ ਪ੍ਰਾਈਡ ਹੈ ਉਹ ਸਾਨੂੰ ਹਰਟ ਕਰਦਾ ਹੈ, ਲੇਕਿਨ ਇੱਥੇ ਮਿਸਟਰ ਡਾਰਸੀ ਦੇ ਪ੍ਰਾਈਡ ਨੂੰ ਆਪਾਂ ਛੱਡ ਸਕਦੇ ਹਾਂ, ਉਹਨੂੰ ਮਾਫ ਕਰ ਸਕਦੇ ਹਾਂ। ਇਹ ਕੌਣ ਕਹਿ ਰਹੀ ਹੈ? ਸ਼ਾਰਲਟ ਲਿਊਕਸ। ਕਿਉਂ ਕਹਿ ਰਹੀ ਹੈ? ਕਹਿੰਦੇ one cannot wonder that so very fine a young man with family, fortune, everything in his favor should think highly of himself। ਦੇਖੋ ਹੁਣ ਇੱਥੇ ਜਿਹੜੀ ਸ਼ਾਰਲਟ ਲਿਊਕਸ ਹੈ ਨਾ, ਉਹ ਮਿਸਟਰ ਡਾਰਸੀ ਦੀ ਤਰਫਦਾਰੀ ਕਰ ਰਹੀ ਹੈ ਜਿਵੇਂ ਜੇਨ ਨੇ ਕਰੀ ਹੈ। ਕਹਿੰਦੇ ਕਿਸੇ ਨੂੰ ਹੈਰਾਨ ਨਹੀਂ ਹੋਣਾ ਚਾਹੀਦਾ। one cannot wonder, wonder ਦਾ ਮਤਲਬ ਹੁੰਦਾ ਹੈ ਸਰਪ੍ਰਾਈਜ਼, ਹੈਰਾਨ ਹੋਣਾ, ਕਿ ਇੱਕ ਪਾਸੇ ਇੱਕ ਬੰਦਾ ਬਹੁਤ ਹੀ ਯੰਗ ਹੈ, ਵੈਰੀ ਫਾਈਨ ਹੈ ਯੰਗ ਮੈਨ, ਮਤਲਬ ਹੈਂਡਸਮ ਹੈ। ਆ ਪੂਰੀ ਲਾਈਨ ਦਾ ਮਤਲਬ ਹੈ ਵੈਰੀ ਫਾਈਨ ਹੈ ਯੰਗ ਮੈਨ। ਫੈਮਿਲੀ ਵੀ ਹੈ ਉਹਦੀ, ਫੋਰਚੂਨ ਵੀ ਹੈ, ਪੈਸਾ ਵੀ ਹੈ, ਸਾਰਾ ਕੁਝ ਉਹਦੀ ਫੇਵਰ 'ਚ ਹੈ। ਐਵਰੀਥਿੰਗ ਇਨ ਹਿਸ ਫੇਵਰ, ਉਹਦੇ ਪੱਖ 'ਚ ਹੈ ਸਾਰਾ ਕੁਝ। ਪੈਸਾ ਵੀ ਹੈ, ਸੋਹਣਾ ਸੁਨੱਖਾ ਵੀ ਹੈ, ਫੈਮਿਲੀ ਵੀ ਵਧੀਆ ਉਹਦੀ। ਤਾਂ ਫਿਰ ਉਹਨੂੰ ਆਪਣੇ ਬਾਰੇ ਉੱਚਾ ਸੋਚਣਾ, ਜੇ ਉਹ ਸੋਚਦਾ ਤਾਂ ਕੋਈ ਹਰਜ ਕੀ ਇਹਦੇ 'ਚ? ਉਹਨੂੰ ਸੋਚਣਾ ਹੀ ਚਾਹੀਦਾ। ਸ਼ੁੱਡ ਥਿੰਕ ਹਾਈ ਆਫ ਹਿਮਸੈਲਫ। ਵੀ ਉਹ ਕਹਿ ਰਹੇ ਆ ਨਾ ਕਿ ਉਹਦੇ ਕੋਲ ਜੇ ਪੈਸਾ ਬੜਾ ਗੁਮਾਨ ਆ ਉਹਦੇ 'ਚ, ਕਹਿੰਦੇ ਫਿਰ ਕੀ ਹੋਇਆ ਜੇ ਉਹਦੇ ਕੋਲ ਪੈਸਾ ਵੀ ਹੈ, ਵਧੀਆ ਵੀ ਲੱਗਦਾ ਦੇਖਣ 'ਚ, ਤਾਂ ਫਿਰ ਜੇ ਉਹ ਇਹ ਗੱਲ ਸੋਚਦਾ ਆਪਣੇ ਬਾਰੇ, ਉਹਦੇ 'ਚ ਪ੍ਰਾਈਡ ਹੈ, ਤਾਂ ਫਿਰ ਕੋਈ ਗੱਲ ਨਹੀਂ। ਇਫ ਆਈ ਮੇ ਸੋ ਐਕਸਪ੍ਰੈਸ ਇਟ ਹੀ ਹੈਜ਼ ਅ ਰਾਈਟ ਟੂ ਬੀ ਪ੍ਰਾਊਡ। ਕਹਿੰਦੇ ਜੇ ਮੈਨੂੰ ਕੋਈ ਪੁੱਛੇ ਆਪਣੀ ਰਾਏ ਦੇਣ ਲਈ, ਇਫ ਆਈ ਮੇ ਸੋ ਐਕਸਪ੍ਰੈਸ ਇਟ, ਤਾਂ ਫਿਰ ਉਹਨੂੰ ਪੂਰਾ ਹੱਕ ਹੈ ਕਿ ਉਹਦੇ 'ਚ ਹੰਕਾਰ ਹੋਵੇ। ਸ਼ਾਰਲਟ ਲਿਊਕਸ ਇਹ ਕਹਿ ਰਹੀ ਹੈ। ਦੈਟ ਇਜ਼ ਵੈਰੀ ਟਰੂ ਰਿਪਲਾਈਡ ਐਲਿਜ਼ਾਬੈਥ। ਹੁਣ ਐਲਿਜ਼ਾਬੈਥ ਵੀ ਕਹਿੰਦੀ ਹੈ, ਕਹਿੰਦੀ ਹਾਂ ਗੱਲ ਤੇਰੀ ਠੀਕ ਹੈ। ਐਂਡ ਆਈ ਕੁਡ ਈਜ਼ਲੀ ਫੋਰਗਿਵ ਹਿਸ ਪ੍ਰਾਈਡ। ਕਹਿੰਦੇ ਮੈਂ ਉਸਦੇ ਪ੍ਰਾਈਡ ਨੂੰ ਮਾਫ ਕਰ ਦਿੰਦੀ। ਹੁਣ ਦੇਖੋ ਗੱਲ ਕੀ ਕਹਿਣਾ ਚਾਹੁੰਦੀ ਹੈ ਐਲਿਜ਼ਾਬੈਥ। ਕਹਿੰਦੇ ਜੇ ਉਹਦੇ 'ਚ ਸਿਰਫ ਪ੍ਰਾਈਡ ਹੁੰਦਾ ਤਾਂ ਤੂੰ ਠੀਕ ਸੀ, ਫਿਰ ਮੈਂ ਈਜ਼ਲੀ ਫੋਰਗਿਵ ਕਰ ਦਿੰਦੀ, ਉਹਨੂੰ ਮਾਫ ਕਰ ਦਿੰਦੀ। ਪਰ ਉਹਨੇ ਕਰਿਆ ਕਿ if he had not mortified mine, ਪਰ ਉਹਨੇ ਮੈਨੂੰ ਕੀ ਕਰਿਆ? ਇਨਸਲਟ ਕੀਤੀ ਉਹਨੇ। ਜੇ ਉਹਨੇ ਮੇਰੀ ਇਨਸਲਟ ਨਾ ਕੀਤੀ ਹੁੰਦੀ ਜਾਂ ਜੇ ਉਹਨੇ ਮੈਨੂੰ ਮੋਟੀਫਾਈ ਨਾ ਕੀਤਾ ਹੁੰਦਾ, ਉੱਥੇ ਮੋਟੀਫਾਈਡ ਦਾ ਮਤਲਬ ਹੁੰਦਾ ਬੇਟਾ ਟੂ ਮੇਕ ਸਮਬਡੀ ਫੀਲ ਇੰਬੈਰੈਸਡ। ਇੰਬੈਰੈਸ ਦਾ ਮਤਲਬ ਹੁੰਦਾ ਜਦੋਂ ਸ਼ਰਮਿੰਦਾ ਕਰਦਾ ਕੋਈ ਬੰਦਾ ਨਾ, ਕਿਸੇ ਨੂੰ ਕੋਈ ਗੱਲਾਂ ਕਹਿ ਕੇ ਇੱਕ ਤਰ੍ਹਾਂ ਦੀ ਇਨਸਲਟ ਕਰਦਾ, ਉਹਨੂੰ ਕਹਿੰਦੇ ਆ। ਐਲਿਜ਼ਾਬੈਥ ਬੈਨੇਟ ਇੱਥੇ ਕਹਿਣਾ ਚਾਹੁੰਦੀ ਹੈ ਵੀ ਉਹਦੇ 'ਚ ਪ੍ਰਾਈਡ ਹੈ, ਕੋਈ ਗੱਲ ਨਹੀਂ, ਲੇਕਿਨ ਉਹਨੇ ਜਿਹੜਾ ਮੈਨੂੰ ਇਨਸਲਟ ਕਰਿਆ ਉਹ ਗਲਤ ਹੈ। ਹੁਣ ਤੁਹਾਨੂੰ ਪਤਾ ਬੇਟਾ ਉੱਥੇ ਬਹੁਤ ਸਾਰੀ ਲੜਕੀਆਂ ਬੈਠੀਆਂ ਨੇ, 5 ਭੈਣਾਂ ਬੈਠੀਆਂ ਨੇ। ਜੇਨ ਵੀ ਬੋਲੀ ਹੈ, ਐਲਿਜ਼ਾਬੈਥ ਵੀ ਬੋਲੀ ਹੈ, ਉਹਦੀ ਮਾਂ ਵੀ ਬੋਲੀ ਹੈ, ਲਿਊਕਸ ਵੀ ਬੋਲੀ ਹੈ, ਇੱਕ ਹੋਰ ਬੈਠੀ ਹੈ ਉੱਥੇ, ਇੱਕ ਪੜਾਕੂ ਕੁੜੀ ਵੀ ਬੈਠੀ ਹੈ। ਪੜਾਕੂ ਕੁੜੀ ਕੌਣ ਹੈ ਉੱਥੇ? ਜਿਹੜੀ ਸਾਰਾ ਦਿਨ ਬੁੱਕਸ ਪੜ੍ਹਦੀ ਰਹਿੰਦੀ ਹੈ, ਮੈਰੀ। ਮੈਰੀ ਬੋਲਦੀ ਹੈ ਜੀ ਪ੍ਰਾਈਡ ਆਬਜ਼ਰਵਡ ਮੈਰੀ। ਹੁਣ ਮੈਰੀ ਬੋਲਦੀ ਹੈ, ਆਬਜ਼ਰਵ ਦਾ ਮਤਲਬ ਇੱਥੇ ਕਹਿਣ ਤੋਂ ਹੈ। ਮੈਰੀ ਕਹਿੰਦੀ ਹੈ ਪ੍ਰਾਈਡ who piqued herself upon the solidity of her reflections। ਇੱਥੇ ਪੀਕ ਦਾ ਮਤਲਬ ਹੈ ਜੀ, ਦੂਜੀ ਵਰਬ ਪਰ ਲੱਗੀ ਹੋਈ ਹੈ, ਵੈਸੇ ਪੀਕ ਹੁੰਦੀ ਹੈ PIQUE। ਪੀਕ ਹਰਸੈਲਫ ਦਾ ਮਤਲਬ ਹੁੰਦਾ ਹੈ ਟੂ ਐਕਸਾਈਟ ਬਾਈ ਅ ਚੈਲੰਜ। ਜਿਵੇਂ ਸਪੋਜ਼ ਕਰੋ ਕਿ ਤੁਹਾਨੂੰ ਕੋਈ ਗੱਲ ਦਾ ਪਤਾ ਹੈ, ਤੁਹਾਨੂੰ ਕੁਝ ਨੌਲੇਜ ਹੈ ਕਿਸੇ ਚੀਜ਼ ਬਾਰੇ, ਤੇ ਤੁਹਾਨੂੰ ਇੱਕਦਮ ਉਹ ਚੀਜ਼ ਤੁਹਾਡੇ ਸਾਹਮਣੇ ਆ ਜਾਂਦੀ ਹੈ, ਤੁਹਾਨੂੰ ਪਤਾ ਮੈਂ 4 ਗੱਲਾਂ ਬੋਲ ਸਕਦਾ। ਇੱਥੇ ਉਹ ਗੱਲ ਕਹੀ ਗਈ ਕਿਉਂਕਿ ਉਹ ਕਿਤਾਬਾਂ ਪੜ੍ਹਦੀ ਰਹਿੰਦੀ ਹੈ। ਇੱਥੇ ਬੇਟਾ ਇੱਕ ਆਇਆ ਦੀ ਸੋਲਿਡਿਟੀ ਆਫ ਅ ਰਿਫਲੈਕਸ਼ਨ। ਦਾ ਸੋਲਿਡਿਟੀ ਆਫ ਅ ਰਿਫਲੈਕਸ਼ਨ ਦਾ ਰਿਫਲੈਕਸ਼ਨ ਦਾ ਮਤਲਬ ਵੈਸੇ ਬੇਟਾ ਥਿੰਕਿੰਗ ਹੁੰਦਾ, ਲੇਕਿਨ ਇਹ ਪੂਰੇ ਫਰੇਜ਼ ਦਾ ਮਤਲਬ ਹੈ
ਮੈਰੀ ਕਿਤਾਬਾਂ ਬਹੁਤ ਪੜ੍ਹਦੀ ਰਹਿੰਦੀ ਹੈ, ਉਹਨੂੰ ਕਿਤੇ ਇਹ ਗੱਲ ਮਿਲ ਗਈ ਹੋਣੀ ਲਿਖੀ ਹੋਈ ਪ੍ਰਾਈਡ ਤੇ, ਤਾਂ ਹੁਣ ਉਹ ਆਪਣੀ ਥਿੰਕਿੰਗ, ਆਪਣੀ ਜਿਹੜੀ ਨੌਲੇਜ ਹੈ ਉਹ ਦੱਸ ਰਹੀ ਹੈ ਸਾਰਿਆਂ ਦੇ ਅੱਗੇ ਕਿ ਪ੍ਰਾਈਡ ਇਜ਼ ਅ ਵੈਰੀ ਕਾਮਨ ਫੀਲਿੰਗ। ਕਹਿੰਦੇ ਜਿਹੜਾ ਪ੍ਰਾਈਡ ਹੈ ਨਾ, ਹੰਕਾਰ ਹੈ, ਇਹ ਇੱਕ ਬੜੀ ਆਮ ਫੀਲਿੰਗ ਹੈ। ਫੀਲਿੰਗ ਦਾ ਮਤਲਬ ਇੱਥੇ ਬੇਟਾ ਹੈਗਾ ਵੀਕਨੈਸ, ਕਮਜ਼ੋਰੀ। ਉਹ ਇਹ ਕਹਿਣਾ ਚਾਹੁੰਦੀ ਹੈ ਕਿ ਇਨਸਾਨ 'ਚ ਇਹ ਇੱਕ ਆਮ ਕਮਜ਼ੋਰੀ ਹੈ ਕਿ ਬੰਦਾ ਹੰਕਾਰੀ ਹੋ ਜਾਂਦਾ। ਇਹ ਮੈਰੀ ਕਹਿ ਰਹੀ ਹੈ। ਆਈ ਬਿਲੀਵ, ਮੈਨੂੰ ਲੱਗਦਾ ਹੈ, by all that I have ever read, I am convinced that it is very common indeed। ਕਹਿੰਦੇ ਮੈਂ ਜਿੰਨਾ ਕੁਝ ਵੀ ਪੜ੍ਹਿਆ, I have ever read, ਤੇ ਉਹਦੇ ਤੋਂ ਮੈਨੂੰ ਪੂਰਾ ਵਿਸ਼ਵਾਸ ਹੈ, I am convinced ਕਿ ਇਹ ਬੜੀ ਕਾਮਨ ਚੀਜ਼ ਹੈ। ਇਨਸਾਨ ਦੇ ਵਿੱਚ ਪ੍ਰਾਈਡ ਹੋਣਾ ਬੜੀ ਕਾਮਨ ਚੀਜ਼ ਹੈ। that human nature is particularly prone to it। ਹਿਊਮਨ ਨੇਚਰ ਦਾ ਮਤਲਬ ਇੱਥੇ ਇਨਸਾਨਾਂ ਨੂੰ ਹੀ ਕਿਹਾ ਜਾ ਰਿਹਾ ਕਿ ਇਨਸਾਨਾਂ ਦੀ ਜਿਹੜੀ ਫਿਤਰਤ ਹੈ ਉਹ ਅਕਸਰ ਇਹਦੇ ਪ੍ਰਤੀ ਬੜੀ ਪ੍ਰੋਨ ਟੂ ਹੈ। ਇੱਥੇ ਦੇਖੋ particularly ਦਾ ਮਤਲਬ ਹੁੰਦਾ ਬੇਟਾ ਸਪੈਸ਼ਲੀ, ਖਾਸ ਤੌਰ ਤੇ ਪ੍ਰੋਨ ਟੂ ਇੱਕ ਫਰੇਜ਼ਲ ਵਰਬ ਹੈ ਬੇਟਾ। ਪ੍ਰੋਨ ਟੂ ਦਾ ਮਤਲਬ ਹੁੰਦਾ ਹੈ ਲਾਈਕਲੀ ਟੂ ਸਫਰ ਫਰੋਮ ਸਮਥਿੰਗ। ਜਦੋਂ ਕਿਸੇ ਚੀਜ਼ ਤੋਂ ਆਪਾਂ ਸਫਰ ਕਰੀਏ ਹੈ ਨਾ, ਥੋੜਾ ਜਿਹਾ ਤੰਗ ਜੇ ਹੋਈਏ, ਉਹਨੂੰ ਆਪਾਂ ਕਹਿੰਦੇ ਆ ਪ੍ਰੋਨ ਟੂ। ਕਹਿੰਦੇ ਹਿਊਮਨ ਨੇਚਰ ਦੇ ਵਿੱਚ ਇਹ ਆਮ ਗੱਲ ਹੈ ਕਿ ਪ੍ਰਾਈਡ ਆ ਹੀ ਜਾਂਦਾ, ਇਨਸਾਨ ਦੀ ਫਿਤਰਤ ਹੈ। ਐਂਡ ਦੇयर ਆਰ ਵੈਰੀ ਫਿਊ ਆਫ ਅਸ who do not cherish a feeling of self complacency on the score of some quality or other, real or imaginary। ਕਹਿੰਦੇ ਸਾਡੇ ਚੋਂ ਬਹੁਤ ਘੱਟ ਬੰਦੇ ਐਸੇ ਨੇ, ਵੈਰੀ ਫਿਊ ਆਫ ਅਸ, ਬਹੁਤ ਘੱਟ ਨੇ, ਜਿਹੜੇ ਆਪਣੇ ਅੰਦਰ ਕਿਸੇ ਨਾ ਕਿਸੇ ਕੁਆਲਿਟੀ ਦੇ ਪ੍ਰਤੀ, ਚਾਹੇ ਉਹ ਰੀਅਲ ਹੋਵੇ, ਸੱਚੀ ਹੋਵੇ, ਜਾਂ ਇਮੇਜਿਨਰੀ ਹੋਵੇ, ਝੂਠੀ ਹੋਵੇ। ਇਮੇਜਿਨਰੀ ਦਾ ਮਤਲਬ ਕਾਲਪਨਿਕ, ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਹਾਂ ਨਾ, ਵੀ ਕੋਈ ਨਾ ਕੋਈ ਆਪਣੇ ਅੰਦਰ ਇਨਸਾਨ ਇਹੋ ਜਿਹੀ ਕੁਆਲਿਟੀ ਸੋਚ ਲੈਂਦਾ ਵੀ ਮੇਰੇ ਚੀਜ਼ ਤਾਂ ਆ ਹੈ, ਚਾਹੇ ਪਤਾ ਨਹੀਂ ਉਹਦੇ 'ਚ ਹੁੰਦੀ ਹੈ ਚਾਹੇ ਨਹੀਂ ਹੁੰਦੀ। ਉਹਦੇ ਨਾਲ ਫਿਰ ਉਹਦੇ ਅੰਦਰ ਕੀ ਆ ਜਾਂਦਾ ਹੈ, ਇੱਕ ਤਰ੍ਹਾਂ ਦੀ ਸੈਲਫ ਕੰਪਲੇਸੈਂਸੀ ਆ ਜਾਂਦੀ ਹੈ, ਸੈਲਫ ਸੈਟਿਸਫੈਕਸ਼ਨ ਆ ਜਾਂਦੀ ਹੈ ਉਹਦੇ ਅੰਦਰ, ਮੇਰੇ ਅੰਦਰ ਤਾਂ ਆਹ ਵਾਲੀ ਕੁਆਲਿਟੀ ਹੈ। ਤੇ ਫਿਰ ਉਹ ਆਪਣੀ ਇਹ ਵਾਲੀ ਫੀਲਿੰਗ ਹੈ ਉਹਨੂੰ ਚੈਰਿਸ਼ ਕਰਕੇ ਰੱਖਦਾ ਹੈ। ਚੈਰਿਸ਼ ਦਾ ਮਤਲਬ ਆਪਣੇ ਅੰਦਰ ਪਾਲ ਕੇ ਰੱਖਦਾ ਹੈ ਕਿ ਮੇਰੇ ਅੰਦਰ ਤਾਂ ਆਹ ਫੀਲਿੰਗ ਹੈ। ਪੂਰੀ ਲਾਈਨ ਮਤਲਬ ਸਮਝੋ ਕੀ ਕਹਿਣਾ ਚਾਹੁੰਦੀ ਹੈ ਮੈਰੀ। ਮੈਰੀ ਇਹ ਕਹਿ ਰਹੀ ਹੈ ਕਿ ਇਨਸਾਨਾਂ ਦੀ ਫਿਤਰਤ ਹੈ ਜੀ ਕਿ ਉਹਨਾਂ 'ਚ ਪ੍ਰਾਈਡ ਆ ਜਾਂਦੀ ਹੈ। ਆਂਦੀ ਕਿਵੇਂ ਹੈ ਕਿ ਉਹ ਅੰਦਰ ਆਪਣੇ ਇਹੋ ਜਿਹੀ ਫੀਲਿੰਗ ਨੂੰ ਸੋਚ ਲੈਂਦੇ ਆ ਵੀ ਮੇਰੇ ਕੋਲ ਤਾਂ ਇਹੋ ਜਿਹੀ ਕੁਆਲਿਟੀ ਹੈ, ਵੀ ਮੇਰੇ 'ਚ ਤਾਂ ਆਹ ਇੱਕ ਗੁਣ ਹੈ। ਉਹ ਚਾਹੇ ਹੋਵੇ ਚਾਹੇ ਨਾ ਹੋਵੇ, ਚਾਹੇ ਹੋਵੇ ਵੀ ਰੀਅਲ ਹੈ ਚਾਹੇ ਇਮੇਜਿਨਰੀ, ਆਪਣੇ ਕੋਲ ਹੀ ਮੰਨ ਲੈਂਦੇ ਹੈਗਾ। ਫਿਰ ਉਹਦੇ ਅੰਦਰ ਇਹੋ ਜਿਹੀ ਫੀਲਿੰਗ ਆ ਜਾਂਦੀ ਹੈ ਤੇ ਉਹਨਾਂ 'ਚ ਇੱਕ ਤਰ੍ਹਾਂ ਦੀ ਇਹ ਵਾਲੀ ਜਿਹੜੀ ਪ੍ਰਾਈਡ ਵਾਲੀ ਜਿਹੜੀ ਹੈਗੀ ਆ, ਅਹੰਕਾਰ ਵਾਲੀ ਜਿਹੜੀ ਗੱਲ ਹੈ, ਇਹ ਹਰ ਹਿਊਮਨ ਨੇਚਰ 'ਚ ਆ ਜਾਂਦੀ ਹੈ। ਹੁਣ ਅੱਗੇ ਕੀ ਕਹਿੰਦੀ ਹੈ, ਆਪਣੇ ਵੱਲੋਂ ਦੇਖੋ ਬੜੀਆਂ ਸਿਆਣੀਆਂ ਗੱਲਾਂ ਕਰ ਰਹੀ ਹੈ ਉਹ ਮੈਰੀ। ਵੈਨਿਟੀ ਐਂਡ ਪ੍ਰਾਈਡ ਆਰ ਡਿਫਰੈਂਟ ਥਿੰਗਸ। ਕਹਿੰਦੇ ਵੈਨਿਟੀ ਤੇ ਪ੍ਰਾਈਡ ਅਲੱਗ-ਅਲੱਗ ਚੀਜ਼ਾਂ ਨੇ। ਹਾਲਾਂਕਿ ਦੋਨਾਂ ਦਾ ਮਤਲਬ ਬੇਟਾ ਹੰਕਾਰ ਹੈ, ਘਮੰਡ। ਵੈਨਿਟੀ ਦਾ ਮਤਲਬ ਵੀ ਘਮੰਡ ਹੈ, ਪ੍ਰਾਈਡ ਦਾ ਮਤਲਬ ਵੀ ਘਮੰਡ ਹੈ। ਪਰ ਇਹ ਕੀ ਕਹਿ ਰਹੀ ਹੈ, ਕਹਿੰਦੇ ਡਿਫਰੈਂਟ ਥਿੰਗਸ ਹੈ। ਕਿਵੇਂ? ਦੋ ਦਾ ਵਰਡਸ ਆਰ ਆਫਨ ਯੂਜ਼ਡ ਸਿਨੋਨਿਮਸਲੀ। ਕਹਿੰਦੇ ਹਾਲਾਂਕਿ ਜਿਹੜੇ ਦੋਨੇ ਸ਼ਬਦ ਹੈ, ਕਿਹੜੇ-ਕਿਹੜੇ, ਵੈਨਿਟੀ ਐਂਡ ਪ੍ਰਾਈਡ, ਇਹਨਾਂ ਦੇ ਇੱਕੋ ਹੀ ਅਰਥ ਲਏ ਜਾਂਦੇ ਨੇ, ਇਹਨਾਂ ਨੂੰ ਸਿਨੋਨਿਮਸ ਮੰਨਿਆ ਜਾਂਦਾ। ਸਿਨੋਨਿਮਸ ਸਮਝਦੇ ਹੋ ਨਾ ਕੀ ਹੁੰਦਾ, ਸਮਾਨਭਾਵੀ ਸ਼ਬਦ, ਵੀ ਇੱਕੋ ਹੀ ਮਤਲਬ ਲਿਆ ਜਾਂਦਾ ਹੈ। ਪਰ ਮੈਰੀ ਕੀ ਕਹਿ ਰਹੀ ਹੈ ਕਿ ਦੋਨੇ ਚੀਜ਼ਾਂ ਅਲੱਗ-ਅਲੱਗ ਹੈ। ਹੁਣ ਉਹਨੇ ਦੱਸਿਆ ਕਿ ਕੀ ਹੈ। ਕਹਿੰਦੇ ਆ ਪਰਸਨ ਮੇ ਬੀ ਪ੍ਰਾਊਡ ਵਿਦਾਊਟ ਬੀਇੰਗ ਵੇਨ। ਕਿ ਇੱਕ ਅਜਿਹਾ ਪਰਸਨ ਜਿਹਦੇ 'ਚ ਹੰਕਾਰ ਹੋਵੇ, ਔਰ ਹੋ ਸਕਦਾ ਹੈ ਕਿ ਉਹਦੇ 'ਚ ਵੇਨ ਨਾ ਹੋਵੇ। ਵੇਨ ਤੋਂ ਬਿਨਾਂ ਉਹ ਹੰਕਾਰੀ ਹੋ ਸਕਦਾ ਹੈ ਕੋਈ ਵੀ ਪਰਸਨ। ਪ੍ਰਾਈਡ ਰਿਲੇਟਸ ਮੋਰ ਟੂ ਆਵਰ ਓਪੀਨੀਅਨ ਆਫ ਆਵਰਸੈਲਵਸ। ਕਹਿੰਦੇ ਜਿਹੜੀ ਪ੍ਰਾਈਡ ਹੈ ਨਾ, ਇਹ ਸਾਡੀ ਓਪੀਨੀਅਨ ਹੁੰਦੀ ਹੈ, ਸਾਡਾ ਵਿਚਾਰ ਹੈ ਕਿਸੇ ਦੇ ਬਾਰੇ, ਵੀ ਆਪਾਂ ਕਹਿੰਦੇ ਆ ਕਿ ਉਹ ਬੰਦਾ ਘਮੰਡੀ ਹੈ, ਇਹ ਸਾਡਾ ਵਿਚਾਰ ਹੈ। ਇਹ ਕਹਿਣਾ ਚਾਹੁੰਦੀ ਹੈ ਮੈਰੀ। ਤੇ ਫਿਰ ਵੈਨਿਟੀ ਕੀ ਹੈ? ਵੈਨਿਟੀ ਟੂ ਵਟ ਵੀ ਵੁੱਡ ਹੈਵ ਅਦਰਸ ਥਿੰਕ ਆਫ ਅਸ। ਵੈਨਿਟੀ ਉਹ ਚੀਜ਼ ਹੈ ਜਿਹਦੇ ਬਾਰੇ ਦੂਜੇ ਲੋਕ ਸੋਚਦੇ ਹੈ ਸਾਡੇ ਬਾਰੇ। ਸਮਝੋ ਕੀ ਚੀਜ਼ ਕਹਿੰਦੀ ਹੈ। ਪ੍ਰਾਈਡ ਦੂਜੇ ਬੰਦੇ ਸੋਚਦੇ ਆ ਕਿ ਉਹ ਬੰਦੇ 'ਚ ਪ੍ਰਾਈਡ ਹੈ। ਵੈਨਿਟੀ ਬੰਦਾ ਆਪ ਸੋਚਦਾ ਕਿ ਮੇਰੇ ਬਾਰੇ ਇਹ ਬੰਦੇ ਸੋਚਦੇ ਆ। ਉਲਟਾ ਕੰਮ ਹੋ ਗਿਆ। ਪ੍ਰਾਈਡ ਤੇ ਵੈਨਿਟੀ 'ਚ ਇਹ ਫਰਕ ਹੈ। ਦੁਬਾਰਾ ਸਮਝਾਉਣਾ ਹੈ, ਪ੍ਰਾਈਡ ਤੇ ਵੈਨਿਟੀ ਇੱਕੋ ਚੀਜ਼ ਹੈ, ਦੋਨੇ ਘਮੰਡ ਹੁੰਦੇ ਨੇ। ਲੇਕਿਨ ਪ੍ਰਾਈਡ ਹੁੰਦਾ ਹੈ ਕੋਈ ਬੰਦਾ, ਮੰਨ ਲਓ ਬੰਦਾ ਸਾਨੂੰ ਮਿਲ ਪਿਆ, ਠੀਕ ਹੈ, ਸਾਨੂੰ ਉਹ ਘਮੰਡੀ ਲੱਗਿਆ, ਅਸੀਂ ਕਹਾਂਗੇ ਕਿ ਉਹਦੇ 'ਚ ਪ੍ਰਾਈਡ ਹੈ। ਹੁਣ ਉਹੀ ਬੰਦਾ ਸਾਨੂੰ ਮਿਲਦਾ, ਉਹ ਬੰਦਾ ਸੋਚੂਗਾ ਕਿ ਲੋਕੀ ਮੇਰੇ 'ਚ ਕੀ ਸੋਚਦੇ ਨੇ, ਕਿ ਵੈਨਿਟੀ ਹੈ। ਇਹ ਚੀਜ਼ ਹੈ ਜੀ ਫਰਕ ਪ੍ਰਾਈਡ ਤੇ ਵੈਨਿਟੀ 'ਚ। ਇੱਥੇ ਸਾਡਾ ਜਿਹੜਾ ਚੈਪਟਰ 5 ਹੈ ਖਤਮ ਹੋ ਜਾਂਦਾ ਹੈ। ਹਾਲਾਂਕਿ ਨਾਵਲ ਦੇ ਵਿੱਚ ਬੇਟਾ ਇਹ ਚੈਪਟਰ ਹੋਰ ਵੀ ਹੈ, ਇਹ ਅੱਗੇ ਥੋੜਾ ਜਿਹਾ ਹੋਰ ਚੱਲਦਾ ਹੈ, ਲੇਕਿਨ ਇੱਥੇ ਸਾਡਾ ਚੈਪਟਰ ਖਤਮ ਹੋ ਜਾਂਦਾ। ਹੁਣ ਤੁਸੀਂ ਇੱਕ ਗੱਲ ਨੋਟ ਕਰਿਓ ਕਿ ਮੈਰੀ ਨੇ ਜਿਹੜੀਆਂ ਗੱਲਾਂ ਕਹੀਆਂ ਕਿ ਆਪਣੇ ਦਿਮਾਗ 'ਚੋਂ ਕਹੀਆਂ? ਨੋ, ਉਹਨੇ ਗੱਲਾਂ ਕਿਹੜੀਆਂ ਕਹੀਆਂ? ਬੁਕਿਸ਼ ਗੱਲਾਂ ਕਹੀਆਂ। ਬੁੱਕ ਸਾਰਾ ਦਿਨ ਪੜ੍ਹਦੀ ਰਹਿੰਦੀ ਆ ਉਹਨੂੰ ਕਿਤੇ ਉਹਨੇ ਪ੍ਰਾਈਡ ਪੜ੍ਹਿਆ ਹੋਣਾ, ਉਹਨੂੰ ਉਹ 4 ਗੱਲਾਂ ਯਾਦ ਆ ਗਈਆਂ। ਉਹ ਕਹਿੰਦੇ ਮੈਂ ਵੀ ਹੁਣ ਆਪਣੀਆਂ ਸੁਣਾ ਦਿਆਂ ਗੱਲਾਂ, ਕਿਉਂਕਿ ਸਾਰੇ ਸੁਣਾਉਣ ਲੱਗੇ ਹੋਏ ਨੇ। ਐਲਿਜ਼ਾਬੈਥ ਵੀ ਲੱਗੀ ਹੋਈ ਹੈ ਸੁਣਾ, ਜੇਨ ਵੀ ਲੱਗੀ ਹੋਈ, ਮੇਰੀ ਮਾਂ ਵੀ ਲੱਗੀ ਹੋਈ ਹੈ, ਲਿਊਕਸ ਵੀ ਲੱਗੀ ਹੋਈ ਹੈ, ਮੈਂ ਕਦੋਂ ਪਿੱਛੇ ਰਹਿ ਜਾ ਇਕੱਲੀ। ਉਹਨੇ ਵੀ 4 ਗੱਲਾਂ ਸੁਣਾਤੀਆਂ ਜਿਹੜੀਆਂ ਕਿਤੇ ਪੜ੍ਹੀਆਂ ਸੀ। ਇੱਥੇ ਫਰਕ ਹੈ ਮੈਰੀ ਤੇ ਐਲਿਜ਼ਾਬੈਥ 'ਚ। ਐਲਿਜ਼ਾਬੈਥ ਤੇ ਮੈਰੀ 'ਚ ਇੱਕ ਵੱਡਾ ਫਰਕ ਇਹ ਹੈ, ਐਲਿਜ਼ਾਬੈਥ ਇੰਟੈਲੀਜੈਂਟ ਹੈ, ਮੈਰੀ ਇੰਟੈਲੀਜੈਂਟ ਨਹੀਂ ਹੈ।
ਮੈਰੀ ਨੇ ਇਹ ਗੱਲਾਂ ਸਾਰੀਆਂ ਕਿਹੜੀਆਂ ਸੁਣਾਈਆਂ? ਕਿਤਾਬੀ ਗੱਲਾਂ। ਐਲਿਜ਼ਾਬeth ਜਦੋਂ ਗੱਲ ਕਰਦੀ ਹੈ ਉਹਦੀ ਆਪਣੀ ਸਮਝ ਹੁੰਦੀ ਹੈ, ਉਹ ਕਿਤਾਬਾਂ 'ਚ ਵੜ ਕੇ ਨਹੀਂ ਆਉਂਦੀ। ਉਹਨੇ ਦੇਖੋ ਕਿੰਨੀ ਸੋਹਣੀ ਗੱਲ ਕਹੀ ਸੀ, ਕਹਿੰਦੇ ਵੀ ਇਕੱਲੇ ਮਿਸਟਰ ਡਾਰਸੀ 'ਚ ਪ੍ਰਾਈਡ ਹੁੰਦਾ ਤਾਂ ਕੋਈ ਗੱਲ ਨਹੀਂ ਸੀ, ਪਰ ਉਹਨੇ ਮੈਨੂੰ ਇਨਸਲਟ ਕੀਤੀ ਹੈ, ਇਸ ਕਰਕੇ ਮੈਨੂੰ ਮਾਫ ਨਹੀਂ ਕਰ ਸਕਦਾ ਤੇ ਮੈਂ ਉਹਦੇ ਨਾਲ ਡਾਂਸ ਵੀ ਨਹੀਂ ਕਰਨਾ। ਕੀ ਉਹ ਡਾਂਸ ਨਹੀਂ ਕਰਦੀ? ਇਹ ਦੇਖਾਂਗੇ ਆਪਾਂ ਆਉਣ ਵਾਲੇ ਨਾਵਲ 'ਚ। ਵੈਸੇ ਸਟੂਡੈਂਟਸ, ਮੈਰੀ ਨੇ ਤਾਂ ਜੋ ਡੈਫੀਨੇਸ਼ਨ ਆਪਣੀ ਵੈਨਿਟੀ ਤੇ ਪ੍ਰਾਈਡ ਬਾਰੇ ਦਿੱਤੀ ਹੈ ਉਹ ਤਾਂ ਆਪਾਂ ਡਿਸਕਸ ਕਰ ਲਈ, ਲੇਕਿਨ ਜੇ ਅਸੀਂ ਜੇਨ ਆਸਟਿਨ ਦਾ ਟਾਈਮ ਦੇਖੀਏ ਤਾਂ ਉਸ ਟਾਈਮ ਜਿਹੜਾ ਵੈਨਿਟੀ ਤੇ ਪ੍ਰਾਈਡ ਵਾਲੇ ਜਿਹੜੇ ਸ਼ਬਦ ਸੀਗੇ ਨਾ, ਇਹ ਜੈਂਡਰ ਟਰਮਸ ਦੇ ਤੌਰ ਤੇ ਯੂਜ਼ ਹੁੰਦੇ ਸੀ। ਜਿਹੜਾ ਵੈਨਿਟੀ ਸ਼ਬਦ ਸੀਗਾ ਇਹ ਬੇਸਿਕਲੀ ਲੜਕੀਆਂ ਦੇ ਲਈ ਯੂਜ਼ ਹੁੰਦਾ ਸੀ। ਆਮ ਤੌਰ ਤੇ ਉਹਨਾਂ ਲੜਕੀਆਂ ਦੇ ਲਈ ਯੂਜ਼ ਹੁੰਦਾ ਸੀ ਜਿਹੜੀਆਂ ਬਹੁਤ ਜ਼ਿਆਦਾ ਖੂਬਸੂਰਤ ਨੇ ਜਾਂ ਫਿਰ ਬਹੁਤ ਅੱਛੀਆਂ ਸਟਿਚਿੰਗ ਜਾਂ ਪੇਂਟਿੰਗ ਕਰਦੀਆਂ ਨੇ। ਤਾਂ ਜਦੋਂ ਇਹੋ ਜਿਹੀ ਲੜਕੀ ਕਿਸੇ ਇਸ ਤਰ੍ਹਾਂ ਦੀ ਅਕੰਪਲਿਸ਼ਮੈਂਟ ਦੇ ਵਿੱਚ ਬੜੀ ਵਧੀਆ ਹੁੰਦੀ ਸੀ ਜਾਂ ਬਹੁਤ ਖੂਬਸੂਰਤ ਹੁੰਦੀ ਸੀ ਤਾਂ ਆਪਾਂ ਕਹਿ ਦਿੰਦੇ ਸੀ ਕਿ ਉਸ ਲੜਕੀ 'ਚ ਵੈਨਿਟੀ ਹੈ। ਇਹ ਗੱਲ ਮੈਂ ਤੁਹਾਨੂੰ ਜੇਨ ਆਸਟਿਨ ਦੇ ਟਾਈਮ ਦੇ ਹਿਸਾਬ ਨਾਲ ਦੱਸ ਰਿਹਾ। ਤੇ ਜਿਹੜਾ ਪ੍ਰਾਈਡ ਵਾਲਾ ਸ਼ਬਦ ਸੀਗਾ ਇਹ ਯੂਜ਼ ਹੁੰਦਾ ਸੀਗਾ ਜੀ ਬॉयਜ਼ ਦੇ ਲਈ, ਲੜਕਿਆਂ ਦੇ ਲਈ। ਤੇ ਆਮ ਤੌਰ ਤੇ ਜਿਹੜੇ ਲੜਕੇ ਬੜੇ ਹੀ ਰਿਚ ਹੁੰਦੇ ਸੀ, ਅਮੀਰ ਹੁੰਦੇ ਸੀ, ਜਾਂ ਫਿਰ ਉਹਨਾਂ ਨੇ ਕੋਈ ਕਿਸੇ ਵਪਾਰ ਦੇ ਵਿੱਚ, ਟ੍ਰੇਡ ਦੇ ਵਿੱਚ ਜਾਂ ਬਿਜ਼ਨਸ ਦੇ ਵਿੱਚ ਬਹੁਤ ਜ਼ਿਆਦਾ ਸਕਸੈਸ ਪ੍ਰਾਪਤ ਕੀਤਾ ਹੋਵੇ, ਬੜੇ ਸਫਲ ਹੋਏ ਹੋਣ, ਜਾਂ ਫਿਰ ਉਹ ਮੁੱਢ ਤੋਂ ਹੀ ਅਮੀਰ ਚੱਲਦੇ ਆ ਰਹੇ ਹੋਣ, ਤਾਂ ਉਹਨਾਂ ਲੜਕਿਆਂ ਦੇ ਘਮੰਡ ਨੂੰ ਜ਼ਾਹਿਰ ਕਰਨ ਦੇ ਲਈ ਪ੍ਰਾਈਡ ਯੂਜ਼ ਹੁੰਦਾ ਸੀ। ਤਾਂ ਪ੍ਰਾਈਡ ਬੇਸਿਕਲੀ ਜੇਨ ਆਸਟਨ ਦੇ ਟਾਈਮ 'ਚ ਘਮੰਡੀ ਲੜਕਿਆਂ ਦੇ ਲਈ ਯੂਜ਼ ਹੁੰਦਾ ਸੀ ਤੇ ਵੈਨਿਟੀ ਉਸੇ ਟਾਈਮ 'ਚ ਘਮੰਡੀ ਲੜਕਿਆਂ ਦੇ ਲਈ ਯੂਜ਼ ਹੁੰਦਾ ਸੀ। ਇਸੇ ਦੇ ਨਾਲ ਸਟੂਡੈਂਟ, ਸਾਡੇ ਨਾਵਲ ਦੇ ਚੈਪਟਰ 5ਵੇਂ ਦੀ ਸਾਰੇ ਟੈਕਸਟ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਐਨਾਲਿਸਿਸ ਕਵਰ ਹੁੰਦੀ ਹੈ। ਉਮੀਦ ਹੈ ਬੱਚਿਓ ਤੁਹਾਨੂੰ ਇਹ ਸਾਰਾ ਟੈਕਸਟ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਜੇਕਰ ਫਿਰ ਵੀ ਤੁਹਾਡਾ ਕੋਈ ਡਾਊਟ ਹੈ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ। ਜਿਵੇਂ ਕਿ ਤੁਹਾਨੂੰ ਮੈਂ ਇਸ ਵੀਡੀਓ ਦੇ ਸਟਾਰਟ ਦੇ ਵਿੱਚ ਦੱਸਿਆ ਸੀ ਕਿ ਇਸੇ ਚੈਪਟਰ 5 ਦੇ ਟੈਕਸਟ ਦੇ ਬੇਸ ਦੇ ਉੱਪਰ ਮੈਂ ਤੁਹਾਨੂੰ ਇੱਕ ਕੁਇਜ਼ ਵੀ ਪ੍ਰੋਵਾਈਡ ਕੀਤਾ ਹੈ, ਜਿਸ ਦਾ ਲਿੰਕ ਇਸੇ ਵੀਡੀਓ ਦੇ ਨੀਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਗਿਆ ਹੈ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਇਹ ਕੁਇਜ਼ ਜ਼ਰੂਰ ਅਟੈਂਪਟ ਕਰੋਗੇ। ਵੀਡੀਓ ਦੇ ਐਂਡ ਤੇ ਮੈਂ ਤੁਹਾਨੂੰ ਮੇਰੇ ਦੁਆਰਾ ਬਣਾਏ ਹੋਏ ਇਸ ਨਾਵਲ ਦੇ ਹੋਰ ਬਹੁਤ ਸਾਰੇ ਵੀਡੀਓਜ਼ ਦਾ ਲਿੰਕ ਸਕਰੀਨ ਦੇ ਉੱਪਰ ਸ਼ੇਅਰ ਕਰ ਰਿਹਾ ਹਾਂ। ਨੈਕਸਟ ਵੀਡੀਓ ਦੇ ਵਿੱਚ ਆਪਣੇ ਸਿਲੇਬਸ ਦੇ ਕਿਸੇ ਹੋਰ ਟੌਪਿਕ ਨੂੰ ਲੈ ਕੇ ਮਿਲਾਂਗੇ ਜੀ। ਫਿਰ ਮਿਲਦੇ ਹਾਂ। ਧੰਨਵਾਦ।